ਸਵਾਗਤ ਹੈ ਜੀ BBC ਪੰਜਾਬ ਰੇਡੀਓ ਤੇ। ਮੈਂ ਹਮੇਸ਼ਾ ਦੀ ਤਰ੍ਹਾਂ ਬਲਦੇਵ ਚੱਲੀ ਤੁਹਾਡੇ ਨਾਲ ਲਾਈਵ ਪ੍ਰੋਗਰਾਮ ਦੇ ਵਿੱਚ। ਮੇਰੇ ਨਾਲ ਸਤਿਕਾਰਯੋਗ ਗਿਆਨੀ ਸੋਹਣ ਸਿੰਘ ਖਾਲਸਾ ਜੀ, ਇਤਿਹਾਸਕਾਰ, ਅੱਜ ਦੇ ਇਸ ਲਾਈਵ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਜੁੜੇ ਹਾਂ। ਅੱਜ ਦਿਨ ਬੁੱਧਵਾਰ ਹੈ ਜੀ, 12 ਤਰੀਕ ਸਨ 2020, ਜੁਲਾਈ ਮਹੀਨਾ ਜੀ। ਬਿਲਕੁਲ ਜੀ, ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਖਾਲਸਾ ਜੀ, ਤੁਹਾਨੂੰ ਵੀ ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਬਲਦੇਵ ਜੀ। ਜੀ ਖਾਲਸਾ ਜੀ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਜੁੜੇ ਆ, ਗੱਲਬਾਤ ਕਰਾਂਗੇ। ਅੱਜ ਆਪਾਂ ਪਿਛਲੇ ਦਿਨੀ ਸਾਰਿਆਂ ਨੂੰ ਪਤਾ ਕਿ ਭਾਰਤ ਅੰਦਰ ਜਿਹੜਾ ਅਯੋਧਿਆ ਦੇ ਵਿੱਚ ਰਾਮ ਮੰਦਿਰ ਜਿਹਦਾ ਸ਼ਿਲਾਨਿਆਸ ਕੀਤਾ ਗਿਆ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਥੇ ਗਿਆ, ਔਰ ਉਸ ਤੋਂ ਬਾਅਦ ਕਾਫੀ ਵਾਦ ਵਿਵਾਦ ਵੀ ਚੱਲਿਆ। ਅੱਜ ਆਪਾਂ ਉਸ ਵਾਦ ਵਿਵਾਦ ਉੱਤੇ ਗੱਲ ਤਾਂ ਨਹੀਂ ਕਰਾਂਗੇ, ਪਰ ਅਸੀਂ ਗੱਲ ਕਰਨ ਜਾ ਰਹੇ ਹਾਂ ਜੀ ਕਿ ਭਾਰਤ ਨੂੰ ਇਸ ਵੇਲੇ ਮੰਦਿਰਾਂ ਦੀ ਜ਼ਰੂਰਤ ਹੈ ਜਾਂ ਹਸਪਤਾਲਾਂ ਦੀ। ਪੂਰਾ ਭਾਰਤ ਇਸ ਵੇਲੇ, ਜਿਹਦੇ ਵਿੱਚ 46,000 ਸਰਕਾਰੀ ਅੰਕੜੇ ਦੱਸਦੇ ਆ, 46,000 ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ, ਔਰ ਲੱਖਾਂ ਦੀ ਤਾਦਾਦ ਦੇ ਵਿੱਚ ਜਿਹੜੇ ਆ ਮਰੀਜ਼ ਕਰੋਨਾ ਦੇ ਪਾਏ ਜਾ ਰਹੇ ਆ। ਪੂਰੀ ਦੁਨੀਆ ਦੇ ਵਿੱਚ ਕਰੋਨਾ ਮਹਾਮਾਰੀ ਨੇ ਆਪਣਾ ਪੈਰ ਪਸਾਰਿਆ। ਉਸ ਕਰੋਨਾ ਮਹਾਮਾਰੀ ਦੇ ਚੱਲਦੇ ਹੋਏ ਭਾਰਤ ਅੰਦਰ ਮੰਦਿਰਾਂ ਦੀ ਉਸਾਰੀ ਕੀਤੀ ਜਾ ਰਹੀ ਹੈ। ਤੇ ਦੂਸਰੇ ਪਾਸੇ ਖਾਲਸਾ ਜੀ, ਡਾਕਟਰਾਂ ਵੱਲੋਂ ਲਗਾਤਾਰ ਜਿਹੜੀ ਆ ਲੋਕਾਂ ਦੀ ਲੁੱਟ ਖਸੁੱਟ ਜਿਹੜੀ ਕੀਤੀ ਜਾ ਰਹੀ ਆ, ਲੋਕਾਂ ਦੇ ਨਾਲ, ਮਰੀਜ਼ਾਂ ਦੇ ਨਾਲ ਜਿਹੜੀ ਧੱਕੇਸ਼ਾਹੀ ਕੀਤੀ ਜਾ ਰਹੀ ਆ, ਉਸ ਦੇ ਜਿਹੜੇ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੇ ਆ, ਜਿਹਦੇ ਵਿੱਚ ਗੱਲ ਕਰਨੀ ਸਾਨੂੰ ਬਹੁਤ ਜ਼ਰੂਰੀ ਆ। ਭਾਰਤ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਮਰੀਜ਼ਾਂ ਦੀਆਂ ਕਿਡਨੀਆਂ ਜਾਂ ਮਰੀਜ਼ਾਂ ਨੂੰ ਹਸਪਤਾਲਾਂ ਦੇ ਵਿੱਚ ਕਰੋਨਾ ਦੇ ਨਾਮ ਉੱਤੇ ਖੱਜਲ ਖੁਆਰ ਕਰਨਾ, ਉਹਨਾਂ ਦੇ ਸਰੀਰ ਦੇ ਅੰਗ ਕੱਢ ਲੈਣੇ, ਏਦਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਖਬਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ। ਅੱਜ ਆਪਾਂ ਉਹਦੇ ਸੰਬੰਧ ਵਿੱਚ ਗੱਲਬਾਤ ਕਰਾਂਗੇ ਕਿ ਭਾਰਤ ਨੂੰ ਮੰਦਿਰਾਂ ਦੀ ਜ਼ਰੂਰਤ ਆ ਜਾਂ ਹਸਪੀਟਲਾਂ ਦੀ ਜ਼ਰੂਰਤ ਆ, ਜਿੱਥੇ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮਰੀਜ਼ਾਂ ਦੀ ਤਾਦਾਦ ਵੱਧਦੀ ਜਾ ਰਹੀ ਜੀ। ਖਾਲਸਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਬਲਦੇਵ ਜੀ, ਤੁਸੀਂ ਅੱਜ ਦਾ ਜਿਹੜਾ ਟੌਪਿਕ ਲਿਆ, ਇਹ ਬੜਾ ਗੰਭੀਰ ਟੌਪਿਕ ਹੈ ਤੇ ਇਹ ਮੰਗ ਕਰਦਾ ਕਿ ਇਹਦੇ ਉੱਤੇ ਸਿਰਫ ਅਸੀਂ ਨਹੀਂ, ਜਿਹੜੇ ਵੀ ਚਿੰਤਕ ਨੇ, ਜਿਹੜੇ ਵੀ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਲੋਕ ਨੇ, ਜਿਹੜੇ ਇਨਸਾਨੀਅਤ ਦੇ ਨਾਲ ਖੜੇ ਨੇ, ਉਹਨਾਂ ਸਾਰਿਆਂ ਨੂੰ ਇੱਥੇ ਚਰਚਾ ਕਰਨੀ ਚਾਹੀਦੀ ਹੈ। ਖਾਸ ਕਰਕੇ ਸੋਸ਼ਲ ਮੀਡੀਆ ਦਾ ਮਹੱਤਵ ਉਦੋਂ ਹੋਰ ਜ਼ਿਆਦਾ ਵੱਧ ਜਾਂਦਾ ਜਦੋਂ ਭਾਰਤ ਦੇ ਅੰਦਰ 37 ਚੈਨਲਾਂ ਦੇ ਵਿੱਚੋਂ 24 ਜਿਹੜੇ ਚੈਨਲ ਨੇ ਵੱਡੇ ਪੱਧਰ ਦੇ ਇੰਟਰਨੈਸ਼ਨਲ ਲੈਵਲ ਦੇ ਜਿਹੜੇ ਚੈਨਲ ਨੇ, ਉਹ ਅਡਾਨੀ ਤੇ ਅੰਬਾਨੀ ਦੇ ਨੇ। ਜਿਹੜੇ ਚੈਨਲ ਨਾ ਹੋ ਕੇ ਗੋਦੀ ਮੀਡੀਆ ਬਣ ਗਿਆ ਤੇ ਸਿਰਫ ਭਾਜਪਾ ਦਾ ਪ੍ਰਚਾਰ ਵਿੰਗ ਤੋਂ ਵੱਧ ਕੁਛ ਨਹੀਂ ਰਹਿ ਗਿਆ। ਸੱਚਾਈ ਨੂੰ ਕਹਿਣ ਦੀ ਜਿਹੜੀ ਉਹ ਹਿੰਮਤ ਨਹੀਂ ਕਰ ਰਿਹਾ। ਤੇ ਜਿਹੜਾ ਤੁਸੀਂ ਪਹਿਲਾਂ ਹੀ ਗੱਲ ਕੀਤੀ ਹੈ ਬਲਦੇਵ ਜੀ, ਮੈਂ ਮੰਦਿਰ, ਮਸਜਿਦ, ਗੁਰਦੁਆਰੇ, ਚਰਚ, ਬੋਧੀ ਸਥਾਨ ਬਣਾਉਣ ਦੇ ਖਿਲਾਫ ਨਹੀਂ, ਪਰ ਇਹ ਵੀ ਜ਼ਿੰਮੇਵਾਰੀ ਕਿਹਦੀ ਹੈ? ਜਿਹੜਾ ਭਾਰਤ ਇੱਕ ਜਮਹੂਰੀ ਦੇਸ਼ ਹੈ, ਜਿਹਦੇ ਅੰਦਰ ਵੱਖ-ਵੱਖ ਧਰਮਾਂ ਦੇ ਲੋਕ ਰਹਿੰਦੇ ਨੇ। ਸ਼ਾਇਦ ਹੀ ਵਰਲਡ ਦਾ ਕੋਈ ਇਹੋ ਜਿਹਾ ਕੰਟਰੀ ਹੋਵੇ ਜਿੱਥੇ ਭਾਰਤ ਤੋਂ ਜ਼ਿਆਦਾ ਧਰਮਾਂ ਦੇ ਲੋਕ ਹੋਣ। ਮਤਲਬ ਇੱਥੇ ਈਸਾਈ ਵੀ ਨੇ, ਇੱਥੇ ਬੋਧੀ ਵੀ ਨੇ, ਇੱਥੇ ਜੈਨੀ ਵੀ ਨੇ, ਇੱਥੇ ਸਿੱਖ ਵੀ ਨੇ, ਇੱਥੇ ਮੁਸਲਮਾਨ ਵੀ ਨੇ, ਇੱਥੇ ਅਲੱਗ-ਅਲੱਗ ਫਿਰਕਿਆਂ ਵਿੱਚ ਵੰਡਿਆ ਹੋਇਆ ਹਿੰਦੂ ਮਤ ਵੀ ਹੈ ਜੀ। ਸਾਰੇ ਧਰਮਾਂ ਦੇ ਲੋਕ ਨੇ। ਹੁਣ ਜੇ ਸਰਕਾਰ ਨੇ ਮੰਦਿਰ ਬਣਾਇਆ, ਸਵਾਲ ਇਹ ਖੜਾ ਹੁੰਦਾ ਵੀ ਕੀ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ? ਜਿਨ੍ਹਾਂ ਦੀ ਜ਼ਿੰਮੇਵਾਰੀ ਆ ਉਹ ਮੰਦਿਰ ਬਣਾਉਣ, ਲੇਕਿਨ ਮੰਦਿਰ ਨੂੰ ਸਿਆਸਤ ਵਜੋਂ ਵਰਤ ਕੇ ਭਾਰਤ ਦੀ ਜਮਹੂਰੀਅਤ ਨੂੰ ਖਤਰੇ ਵਿੱਚ ਪਾਉਣ ਦਾ ਜਿਹੜਾ ਕੰਮ ਕੀਤਾ ਹੈ, ਸਵਾਲ ਇਹ ਪੈਦਾ ਹੁੰਦਾ ਵੀ ਜੇ ਮੋਦੀ, ਭਾਰਤ ਦਾ ਪ੍ਰਧਾਨ ਮੰਤਰੀ, ਮੰਦਿਰ ਦੇ ਉਦਘਾਟਨ ਤੇ ਜਾਂਦਾ, ਮੰਦਿਰ ਦਾ ਜਿਹੜਾ ਨੀਂਹ ਪੱਥਰ ਰੱਖਦਾ, ਤੇ ਉਹਦੀ ਹੀ ਜ਼ਿੰਮੇਵਾਰੀ ਬਣ ਜਾਂਦੀ ਹੈ ਜੇ ਮੁਸਲਮਾਨ ਭਾਈਚਾਰੇ ਦੇ ਸਾਡੇ ਜਿਹੜੇ ਵੀਰ ਨੇ ਉਹ ਬਾਬਰੀ ਹਸਪਤਾਲ ਬਣਾਉਣ ਲੱਗੇ ਨੇ, ਉਹ ਤੇ ਮੰਦਿਰ ਵੀ, ਉਹ ਤੇ ਮਸਜਿਦ ਵੀ ਨਹੀਂ ਬਣਾਉਣ ਲੱਗੇ। ਉਹਨਾਂ ਨੇ ਤੇ ਅਨਾਉਂਸਮੈਂਟ ਕਰ ਦਿੱਤੀ ਵੀ ਅਸੀਂ ਉੱਥੇ ਬਾਬਰੀ ਹਸਪਤਾਲ ਬਣਾਉਣਾ। ਜੇ ਬਾਬਰੀ ਹਸਪਤਾਲ ਬਣਾਉਣਾ, ਹੁਣ ਹਸਪਤਾਲ ਜਿਹੜਾ ਆ ਉਹ ਇਕੱਲੇ ਮੁਸਲਮਾਨਾਂ ਲਈ ਥੋੜੀ ਬਣਨਾ, ਉੱਥੇ ਤੇ ਕੋਈ ਵੀ ਜਾ ਸਕਦਾ, ਹਿੰਦੂ, ਸਿੱਖ, ਈਸਾਈ, ਪਾਰਸੀ, ਬੋਧੀ, ਜੈਨੀ, ਹਰੇਕ ਲਈ ਖੁੱਲਾ ਹੈ।
ਮਤਲਬ ਕਿਸੇ ਇੱਕ ਫਿਰਕੇ ਦੀ ਨੁਮਾਇੰਦਗੀ ਕਰਕੇ ਮੋਦੀ ਨੇ ਭਾਰਤ ਦੀ ਜਮਹੂਰੀਅਤ ਦਾ ਜਨਾਜ਼ਾ ਚੁੱਕ ਦਿੱਤਾ, ਜਨਾਜ਼ਾ ਕੱਢ ਦਿੱਤਾ ਆ। ਸਭ ਤੋਂ ਡੇਂਜਰਸ ਗੱਲ ਇਹ ਹੈ, ਇਹ ਇੱਕ ਕਾਲਾ ਇਤਿਹਾਸ ਹੀ ਲਿਖਿਆ ਜਾਵੇਗਾ ਕਿ ਜਦੋਂ ਭਾਰਤ ਦੇ ਵਿੱਚ ਤੁਸੀਂ ਹੁਣੇ ਦੱਸਿਆ 46,000 ਤੋਂ ਵੱਧ ਮੌਤਾਂ ਹੋ ਚੁੱਕੀਆਂ ਨੇ, ਔਰ ਜਦੋਂ ਅਸੀਂ ਇਹ ਪ੍ਰੋਗਰਾਮ ਕਰਦੇ ਹਾਂ ਤੁਹਾਨੂੰ ਇਹ ਗੱਲ ਕਹੀ ਨੂੰ 2 ਮਿੰਟ ਤੋਂ ਜ਼ਿਆਦਾ ਨਹੀਂ ਹੋਈ, ਮਤਲਬ 2 ਮਿੰਟ ਦੇ ਵਿੱਚ ਉਹ ਮੌਤਾਂ ਦੀ ਗਿਣਤੀ ਹੋਰ ਵੱਧ ਚੁੱਕੀ ਹੋਣੀ ਹੈ। ਮਤਲਬ 46,000 ਦੀ ਗਿਣਤੀ ਕੋਈ ਛੋਟੀ ਮੋਟੀ ਗਿਣਤੀ ਨਹੀਂ ਹੈ। ਅੱਜ ਦੇਖਣ ਵਾਲੀ ਗੱਲ ਇਹ ਹੈ ਕਿ ਇਹ ਮਹਾਮਾਰੀ ਜਿਹੜੀ ਵੁਹਾਨ ਤੋਂ ਸ਼ੁਰੂ ਹੋਈ ਸੀ, ਚਾਈਨਾ ਤੋਂ, ਉੱਥੇ 100% ਉਹਨਾਂ ਨੇ ਕੰਟਰੋਲ ਕਰ ਲਿਆ। ਅਮਰੀਕਾ 'ਚ ਬਹੁਤ ਸਾਰੀਆਂ ਮੌਤਾਂ ਹੋਈਆਂ ਸੀ, ਉਹਨਾਂ ਨੇ ਕੰਟਰੋਲ ਕਰ ਲਿਆ। ਅੰਸ਼ਕ ਤੌਰ ਤੇ ਇਹਦਾ ਸੇਕ ਕੈਨੇਡਾ ਨੂੰ ਜਿੱਥੇ ਦਾਸ ਰਹਿ ਰਿਹਾ ਇੱਥੇ ਵੀ ਲੱਗਾ ਸੀ, ਇਹਨਾਂ ਨੇ ਵੀ ਕਾਬੂ ਪਾ ਲਿਆ। ਇਟਲੀ ਦੇ ਅੰਦਰ ਲਾਸ਼ਾਂ ਸੰਭਾਲਣੀਆਂ ਮੁਸ਼ਕਲ ਹੋ ਰਹੀਆਂ ਸੀ, ਉਹਨਾਂ ਨੇ ਵੀ ਕਾਬੂ ਪਾ ਲਈਆਂ। ਔਰ ਮੈਂ ਇਟਲੀ ਦੇ ਪ੍ਰਧਾਨ ਮੰਤਰੀ ਨੂੰ ਉੱਥੇ ਜਿਹੜੀਆਂ ਹੋਈਆਂ ਮੌਤਾਂ ਸੀ ਉਹਨਾਂ ਤੇ ਫੁੱਟ ਕੇ ਰੋਂਦੇ ਦੇਖਿਆ। ਉਹਦੇ ਅੰਦਰ ਜਿਹੜਾ ਦਰਦ ਸੀ, ਉਹਦੇ ਅੰਦਰ ਕੋਈ ਬਣਾਵਟ ਨਹੀਂ ਸੀ, ਉਹਦੇ ਮਨ ਦਾ ਦਰਦ ਬਾਹਰ ਆ ਰਿਹਾ ਸੀ, ਉਹਦੇ ਹੰਝੂਆਂ ਨਾਲ ਕਿ ਮੈਂ ਆਪਣੇ ਲੋਕਾਂ ਲਈ ਕੁਝ ਨਹੀਂ ਕਰ ਪਾ ਰਿਹਾ। ਉਹਨੇ 24 ਘੰਟੇ ਡਿਊਟੀ ਕੀਤੀ ਹੈ। ਤੇ ਇੱਥੇ ਕੋਰੋਨਾ ਦੇ ਨਾਂ ਦੇ ਉੱਤੇ ਫੰਡ ਦੀ ਅਨਾਉਂਸਮੈਂਟ ਕਰਕੇ ਕਿ ਵੀ ਸਾਨੂੰ ਪੈਸੇ ਦਿਓ ਜੀ, ਔਰ ਉਹ ਪੈਸੇ ਗਏ ਕਿੱਥੇ ਉਹ ਜਾਣਨ ਦਾ ਹੱਕ ਲੋਕਾਂ ਕੋਲੋਂ ਖੋਹ ਲਿਆ ਗਿਆ। ਇਹ ਉਹੀ ਗਵਰਨਮੈਂਟ ਆ ਜਿਹੜੀ ਕਿਸੇ ਸਮੇਂ ਦੇ ਉੱਤੇ ਇਸ ਗੱਲ ਦੀ ਪ੍ਰੋੜਤਾ ਕਰਦੀ ਸੀ ਕਿ RTI ਜਿਹੜਾ ਰਾਈਟ ਟੂ ਇਨਫੋਰਮੇਸ਼ਨ ਜਿਹੜਾ ਉਹ ਸਾਡੇ ਕੋਲ ਹੋਣਾ ਚਾਹੀਦਾ। ਅੱਜ ਰਾਈਟ ਟੂ ਇਨਫੋਰਮੇਸ਼ਨ ਖੋਣ ਵਾਲੇ ਹਸਪਤਾਲ ਦੀ ਬਜਾਏ ਸਿਰਫ ਇੱਕ ਫਿਰਕੇ ਦੇ ਲਈ ਮੰਦਰ ਬਣਾ ਰਹੇ ਨੇ। ਭਾਵ ਇਹ ਸਰਕਾਰ ਜਿਹੜੀ ਆ ਘੱਟ ਗਿਣਤੀਆਂ ਦੀ ਨਹੀਂ ਰਹਿ ਗਈ, ਇਹ ਉਹਨਾਂ ਲੋਕਾਂ ਦੀ ਸਰਕਾਰ ਰਹਿ ਗਈ ਆ ਜਿਹੜੇ ਮੰਦਰ ਦੀ ਰਾਜਨੀਤੀ ਕਰਕੇ ਭਾਰਤ ਦੀ ਸੱਤਾ ਦੇ ਵਿੱਚ ਪੱਕੇ ਤੌਰ ਤੇ ਕਬਜ਼ਾ ਕਰਨਾ ਚਾਹੁੰਦੇ ਆ ਤੇ ਜਮਹੂਰੀਅਤ ਨੂੰ ਖਤਮ ਕਰਨਾ ਚਾਹੁੰਦੇ ਆ। ਧਿਆਨ ਰੱਖਿਓ ਇਸ ਗੱਲ ਦਾ। ਮੈਂ ਅੱਜ ਲਾਈਵ ਹੋ ਕੇ ਇਹ ਗੱਲ ਕਹਿ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਭਾਰਤ ਦੇ ਲੋਕ ਨਾ ਜਾਗੇ ਤੇ ਭਾਰਤ ਦੇ ਅੰਦਰੋਂ ਜਮਹੂਰੀਅਤ ਜਿਹੜੀ ਉਹ ਖਤਮ ਹੋ ਜਾਣੀ ਆ। ਸਮੁੱਚੇ ਤੌਰ ਤੇ ਇੱਕ ਫਿਰਕੇ ਦਾ, ਜਿਹਨੂੰ ਅਸੀਂ ਬ੍ਰਾਹਮਣਿਜ਼ਮ ਕਹਿੰਦੇ ਆ, ਬ੍ਰਾਹਮਣਵਾਦ ਕਹਿੰਦੇ ਆ, ਬ੍ਰਾਹਮਣਵਾਦੀ ਵਿਚਾਰਧਾਰਾ ਦੇ ਲੋਕਾਂ ਨੇ ਪੱਕੇ ਤੌਰ ਤੇ ਕਬਜ਼ਾ ਕਰ ਲਿਆ। ਇਹਨੂੰ ਹੋਰ ਜੇ ਪਕੇਰਾ ਕਰ ਲਿਆ ਉਹਨਾਂ ਨੇ ਤਾਂ ਫਿਰ ਇੱਥੇ ਜਮਹੂਰੀਅਤ ਨਾਮ ਦੀ ਕੋਈ ਚੀਜ਼ ਨਹੀਂ ਰਹਿਣੀ। ਇੱਥੇ ਤਾਨਾਸ਼ਾਹੀ ਜਿਹੜੀ ਉਹ ਪੈਦਾ ਹੋ ਜਾਣੀ ਹੈ ਔਰ ਭਾਰਤ ਤਾਨਾਸ਼ਾਹੀ ਵੱਲ ਨੂੰ ਵੱਧ ਰਿਹਾ। ਕਰੋਨਾ ਵਰਗੀ ਮਹਾਮਾਰੀ ਦੇ ਵਿੱਚ ਮੰਦਰ ਦਾ ਨੀਂਹ ਪੱਥਰ ਰੱਖਣਾ ਜਿਹੜੀ ਪ੍ਰਧਾਨ ਮੰਤਰੀ ਦੀ ਜ਼ਿੰਮੇਵਾਰੀ ਨਹੀਂ ਹੈ। ਜ਼ਿੰਮੇਵਾਰੀ ਕਿਹਨਾਂ ਦੀ ਹੈ? ਜਿਹੜੇ ਧਰਮ ਨੂੰ ਚਲਾਉਂਦੇ ਨੇ, ਜਿਹੜੇ ਲੋਕ ਧਰਮ ਨੂੰ ਮੰਨਦੇ ਨੇ। ਇਹ ਮੋਦੀ ਨੇ ਇਹ ਸਾਬਤ ਕਰ ਦਿੱਤਾ ਵੀ ਉਹ ਅਸਲ 'ਚ ਭਾਰਤ ਦਾ ਪ੍ਰਧਾਨ ਮੰਤਰੀ ਨਹੀਂ ਹੈ। ਉਹਨੇ ਜਿਹੜਾ ਸੁਨੇਹਾ ਦਿੱਤਾ ਵੀ ਅਸਲ ਦੇ ਵਿੱਚ ਮੈਂ ਤੇ RSS ਵੱਲੋਂ ਥਾਪਿਆ ਹੋਇਆ ਇੱਕ ਮੋਹਰਾ ਆ, ਜੋ ਮੈਨੂੰ ਉਹ ਕਹਿਣਗੇ ਮੈਂ ਉਹ ਕਰਨਾ। ਮੈਂ ਉਹਨਾਂ ਦਾ ਨੁਮਾਇੰਦਾ ਆ, ਤੁਹਾਡਾ ਲੋਕਾਂ ਦਾ ਨੁਮਾਇੰਦਾ ਨਹੀਂ। ਘੱਟ ਗਿਣਤੀਆਂ ਨਾਲ ਜੇ ਜ਼ੁਲਮ ਹੁੰਦਾ ਹੈ ਉਹ ਮਤਲਬ ਹੋਵੇ, ਪਰ ਮੈਂ ਉਹੀ ਕਰਨਾ ਜੋ ਮੇਰੇ ਆਕਾ ਮੋਹਨ ਭਾਗਵਤ ਵਰਗੇ ਮੈਨੂੰ ਹੁਕਮ ਦਿੰਦੇ ਆ। ਜੀ ਬਲਦੇਵ ਜੀ। ਜੀ ਬਿਲਕੁਲ ਖਾਲਸਾ ਜੀ, ਜਿੱਥੇ ਪੂਰੀ ਦੁਨੀਆ ਦੇ ਵਿੱਚ ਕਰੋਨਾ ਨੂੰ ਲੈ ਕੇ ਚਿੰਤਾ ਪਾਈ ਜਾ ਰਹੀ ਆ, ਡਾਕਟਰਾਂ ਦਾ, ਮਾਹਰਾਂ ਦਾ ਅਲੱਗ-ਅਲੱਗ ਮੰਨਣਾ ਆ, ਖੋਜਾਂ ਹੋ ਰਹੀਆਂ, ਉਹਦੇ ਵੈਕਸੀਨ ਬਣ ਰਹੇ ਆ, ਦਵਾਈਆਂ ਤਿਆਰ ਕੀਤੀਆਂ ਜਾ ਰਹੀਆਂ, ਉੱਥੇ ਭਾਰਤ ਵਰਗਾ ਮੁਲਕ, ਮੈਂ ਉਹਦੇ ਵਿੱਚ ਇਸ ਗੱਲ ਉੱਤੇ ਬਾਅਦ ਵਿੱਚ ਆਉਣਾ ਮੈਂ ਚਾਹੁੰਦਾ ਆ, ਪਰ ਉਸ ਤੋਂ ਪਹਿਲਾਂ ਮੈਂ ਚਾਹੁੰਦਾ ਲੋਕ ਵੀ ਕਿਤੇ ਨਾ ਕਿਤੇ ਮੈਨੂੰ ਜ਼ਿੰਮੇਵਾਰ ਨਜ਼ਰ ਆਉਂਦੇ ਆ। ਤਾਜ਼ਾ ਘਟਨਾ ਬੈਂਗਲੁਰੂ ਦੀ, ਬੈਂਗਲੁਰੂ ਦੇ ਵਿੱਚ ਘਟਨਾ ਵਾਪਰੀ ਆ ਕੱਲ ਰਾਤ। ਕਿਸੇ ਨੇ ਮੁਹੰਮਦ ਸਾਹਿਬ ਬਾਰੇ ਕੋਈ ਗਲਤ, ਕਾਂਗਰਸ ਪਾਰਟੀ ਦਾ ਲੀਡਰ ਸੀਗਾ, ਉਹਦੇ ਭਾਣਜੇ ਨੇ ਕੋਈ ਗਲਤ ਸ਼ਬਦ ਵਰਤ ਦਿੱਤੇ ਗਏ ਜੀ। ਤਾਂ ਅਜਿਹੇ ਵਿੱਚ ਜਦੋਂ ਅੱਜ ਪੂਰੀ ਦੁਨੀਆ ਇਸ ਬਿਮਾਰੀ ਤੋਂ ਪੀੜਤ ਵਾ, ਜਿੱਥੇ ਸਾਡੇ ਕੋਲ ਰੋਜ਼ਗਾਰ ਸਾਡੇ ਕੋਲ ਹੈ ਨਹੀਂ, ਸਿਹਤ ਸਹੂਲਤਾਂ ਦੀ ਤਾਂ ਹਾਲਤ ਬਦ ਤੋਂ ਬੱਤਰ ਹੋਈ ਪਈ ਆ, ਪਰ ਅਸੀਂ ਧਰਮ ਦੇ ਨਾਮ ਉੱਤੇ ਲੜਦੇ ਆ। ਮੈਂ ਸਮਝਦਾ ਵੀ ਲੋਕਾਂ ਦੀ ਵੀ ਇੱਕ ਬਹੁਤ ਵੱਡੀ ਗਲਤੀ ਆ। ਲੋਕਾਂ ਦਾ ਜਿਹੜਾ ਹਜੂਮ ਆ ਉਹ ਇਹਨਾਂ ਗੱਲਾਂ ਨੂੰ ਨਹੀਂ ਸਮਝ ਰਿਹਾ। ਬਜਾਏ ਇਹਦੇ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕੀਤੇ, ਸਰਕਾਰਾਂ ਚਾਹੁੰਦੀਆਂ ਕਿ ਇਹ ਲੋਕ ਧਰਮਾਂ ਦੇ ਵਿੱਚ ਵੰਡ ਹੋਏ ਲੋਕ ਆਪਸ ਵਿੱਚ ਲੜਦੇ ਰਹਿਣ। ਔਰ ਤੁਹਾਨੂੰ 3 ਬੰਦੇ ਮਰ ਚੁੱਕੇ ਆ ਕੱਲ ਰਾਤ ਤੋਂ ਅੱਜ ਸਵੇਰ ਤੱਕ ਦੇ। ਔਰ ਦਫਾ 144 ਲਗਾਈ ਗਈ ਹੈ ਬੈਂਗਲੁਰੂ ਦੇ ਵਿੱਚ। ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜਾ ਹਜੂਮ ਉੱਥੇ ਇਕੱਠਾ ਹੋ ਕੇ ਹੜਦੰਗ ਮਚਾ ਰਿਹਾ। ਤੇ ਅਸੀਂ ਜਦੋਂ ਪੂਰੀ ਦੁਨੀਆ ਨੂੰ ਦੇਖ ਰਹੇ ਹਾਂ ਕਿ ਕਰੋਨਾ ਦੀ ਜਿਹੜੀ ਆ ਉਹਦਾ ਦਵਾਈ ਲੱਭ ਰਹੀ ਆ। ਤੁਹਾਨੂੰ ਯਾਦ ਹੋਗਾ ਕਿ ਰੂਸ ਨੇ, ਜਿਹੜੀ ਆ ਰਸ਼ੀਆ ਨੇ ਕੱਲ ਜਿਹੜਾ ਉਹ ਆਪਣਾ
ਤਜਰਬਾ ਕਰ ਲਿਆ। ਪੁਤਨ ਦੀ ਬੇਟੀ ਦੇ ਉੱਤੇ ਜਿਹੜਾ ਇੱਕ ਵੈਕਸੀਨ ਜਿਹੜਾ ਤਿਆਰ ਕੀਤਾ ਗਿਆ, ਉਹਦੇ ਉੱਤੇ ਜਿਹੜਾ ਤਜਰਬਾ ਕੀਤਾ ਗਿਆ, ਉਹਨੂੰ ਲਾਇਆ ਗਿਆ। ਤੇ ਅਸੀਂ ਇਹ ਧਰਮਾਂ ਦੀ ਖੇਡ ਕਿੰਨਾ ਚਿਰ ਖੇਡਦੇ ਰਹਾਂਗੇ? ਬਲਦੇਵ ਜੀ, ਇਹ ਬੜਾ ਮੰਦਭਾਗਾ ਆ। ਪਹਿਲਾਂ ਅਸੀਂ ਇਹ ਕਹਿੰਦੇ ਹੁੰਦੇ ਸੀ ਕਿ CIA ਨੇ ਸਾਡਾ ਖੂਨ ਟੈਸਟ ਕਰ ਲਿਆ ਵੀ ਸਾਨੂੰ ਜਦੋਂ ਮਰਜ਼ੀ ਧਰਮਾਂ ਦੇ ਨਾਮ ਤੇ ਲੜਾ ਦਿੱਤਾ ਜਾਵੇ। ਹੁਣ ਮੈਂ ਇਹ ਕਹਿਣਾ ਚਾਹੁੰਦਾ ਵੀ ਅਸਲ ਦੇ ਵਿੱਚ ਉਹ ਧਰਮ ਦੇ ਧੰਦੇਬਾਜ਼ ਹੈ। ਜਿਹੜੇ ਧਰਮ ਦੇ ਧੰਦੇਬਾਜ਼ ਤੋਂ ਮਤਲਬ ਹਰੇਕ ਧਰਮ ਦੇ ਅੰਦਰ ਬੈਠੇ ਲੋਕ ਆ। ਮੈਂ ਕਿਸੇ ਇੱਕ ਧਰਮ ਦੀ ਗੱਲ ਨਹੀਂ ਕਰਨ ਲੱਗਾ। ਜਿਹੜੇ ਅਕਸਰ ਏਜੰਸੀਆਂ ਦੇ ਪੇਡ ਬੰਦੇ ਹੁੰਦੇ ਆ, ਉਹ ਪੇਡ ਬੰਦੇ ਇਹੋ ਜਿਹੀ ਤਾਕ ਵਿੱਚ ਰਹਿੰਦੇ ਨੇ। ਬੜਾ ਮੈਂ ਭਾਰਤ ਦੇ ਇਤਿਹਾਸ ਦੇ ਅੰਦਰ ਜ਼ਿਆਦਾ ਪੁਰਾਣੀ ਗੱਲ ਨਹੀਂ, ਪਿਛਲੇ 20-25 ਸਾਲਾਂ ਦੇ ਵਿੱਚ ਹਿੰਦੂ ਮੰਦਿਰਾਂ ਦੇ ਵਿੱਚ ਗਾਂ ਦਾ ਸਿਰ ਸਿੱਟਣ ਵਾਲੇ ਜਿਹੜੇ ਨੇ ਉਹ ਫੜੇ ਗਏ ਸੀ, ਜਿਹੜੇ ਉਹਨਾਂ ਦੇ ਆਪਣੇ ਬੰਦੇ ਸੀ। ਇਹ ਸਾਹਮਣੇ ਆ ਸਾਡੇ। ਹੁਣ ਇਹ ਜਿਹੜਾ ਬੰਗਲੁਰੂ ਦੀ ਘਟਨਾ ਬਹੁਤ ਮੰਦਭਾਗੀ ਘਟਨਾ ਆ। ਇਹਦੇ ਪਿੱਛੇ ਜਿਹੜੀਆਂ ਏਜੰਸੀਆਂ ਨੇ ਕਈ ਵਾਰੀ ਬੰਦਿਆਂ ਨੂੰ ਹਾਇਰ ਕਰਕੇ ਪੈਸੇ ਦੇ ਕੇ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਉਹ ਕਰਵਾਉਂਦੀ ਹੈ। ਉਹਦੇ ਉੱਤੇ ਜਿਹੜਾ ਆਮ ਲੋਕ ਆ ਉਹ ਜਾਗਰੂਕ ਨਹੀਂ ਹਨ। ਕਹਿਣ ਵਾਲੇ ਬੰਦੇ ਨੇ ਗਲਤ ਗੱਲ ਕਹਿ ਦਿੱਤੀ, ਉਹ ਆਪਣੇ ਘਰ ਬੈਠਾ, ਹੋ ਸਕਦਾ ਉਹ ਕਿਤੇ ਰੂਪੋਸ਼ ਹੋਇਆ ਹੋਵੇ, ਲੇਕਿਨ ਜਿਹੜੇ ਆਮ ਲੋਕ ਨੇ, ਕਹਿਣ ਵਾਲਾ ਤਾਂ ਇੱਕ ਬੰਦਾ ਹੈ। ਜਿਵੇਂ ਮੈਂ 84 ਦੇ ਕਤਲੇ ਆਮ ਦੀ ਗੱਲ ਕਰਾਂ, ਗਰੀਬ ਸਿੱਖ ਮਾਰੇ ਗਏ ਸੀ, ਉਸ ਟਾਈਪ ਦਾ ਜਿਹੜਾ ਅੱਜ ਸਾਡਾ ਬਲੱਡ ਟੈਸਟ ਹੋ ਚੁੱਕਿਆ ਕਿ ਧਰਮ ਦੇ ਧੰਦੇਬਾਜ਼ ਜਿਹੜੇ ਨੇ ਉਹ ਕਦੀ ਵੀ ਲੋਕਾਂ ਦੀਆਂ ਲਾਸ਼ਾਂ ਦੇ ਉੱਤੇ ਰਾਜਨੀਤੀ ਕਰਨ ਤੋਂ ਗੁਰੇਜ਼ ਨਹੀਂ ਕਰਦੇ, ਬਸ਼ਰਤੇ ਉਹ ਸੱਤਾ ਤੇ ਪੱਕੇ ਤੌਰ ਤੇ ਕਾਬਜ਼ ਰਹਿਣ। ਉਹਨਾਂ ਨੂੰ ਕੋਈ ਇਕਨੋਮਿਕਲੀ ਫਾਇਦਾ ਹੁੰਦਾ ਹੋਵੇ, ਉਹਨਾਂ ਨੂੰ ਪੋਲੀਟੀਕਲੀ ਫਾਇਦਾ ਹੁੰਦਾ ਹੋਵੇ, ਸਮਾਜ ਦੀ ਉਹ ਚਿੰਤਾ ਨਹੀਂ ਕਰਦੇ। ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਅੱਜ ਦੇ ਦਿਨਾਂ ਵਿੱਚ, ਜਦੋਂ ਭਾਰਤ 100% ਫੇਲ ਹੋ ਚੁੱਕਿਆ ਕਰੋਨਾ ਪੈਂਡੈਮਿਕ ਦੇ ਖਿਲਾਫ, ਕਰੋਨਾ ਮਹਾਮਾਰੀ COVID-19 ਦੇ ਖਿਲਾਫ ਲੜਨ ਤੋਂ 100% ਜਿਹੜਾ ਆ ਇਹਨਾਂ ਨੇ ਹੱਥ ਖੜੇ ਕਰ ਦਿੱਤੇ ਆ। ਔਰ ਕਦੀ ਸਾਨੂੰ ਚਾਈਨਾ ਦੇ ਨਾਲ ਉਲਝਾਇਆ ਜਾ ਰਿਹਾ, ਕਦੀ ਸਾਨੂੰ ਪਾਕਿਸਤਾਨ ਦਿਖਾਲਿਆ ਜਾ ਰਿਹਾ, ਕਦੀ ਸਾਨੂੰ ਆਪਸ ਵਿੱਚ ਲੜਾਇਆ ਜਾ ਰਿਹਾ, ਕਦੀ ਸਾਡੇ ਸਾਹਮਣੇ ਮੰਦਰ ਰੱਖ ਦਿੱਤਾ ਗਿਆ। ਲੇਕਿਨ ਜਿਹੜੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਇਸ ਵੇਲੇ, ਉਹ ਸਾਨੂੰ ਹਸਪਤਾਲਾਂ 'ਚ ਡਾਕਟਰਾਂ ਦੀ ਲੋੜ ਹੈ, ਸਾਨੂੰ ਮਾਸਕਾਂ ਦੀ ਲੋੜ ਹੈ, ਸਾਨੂੰ ਸੈਨੀਟਾਈਜ਼ਰਾਂ ਦੀ ਲੋੜ ਹੈ, ਸਾਨੂੰ ਸੋਸ਼ਲ ਡਿਸਟੈਂਸਿੰਗ ਤੇ ਗੱਲ ਕਰਨ ਦੀ ਲੋੜ ਹੈ, ਸਾਨੂੰ ਲੋਕਾਂ ਵਿੱਚ ਜਿਹੜੀ ਅਵੇਅਰਨੈਸ ਪੈਦਾ ਕਰਨ ਦੀ ਲੋੜ ਹੈ। ਦੂਜਾ, ਇੱਕ ਬਲਦੇਵ ਜੀ ਜਿਹੜੀ ਮੇਨ ਗੱਲ ਆ, ਕਿਤੇ ਨਾ ਕਿਤੇ ਜਿਹੜਾ ਆਮ ਆਦਮੀ ਹੈ ਉਹ ਬੇਆਸ ਹੋਇਆ ਬੈਠਾ ਕਿ ਮੇਰਾ ਕੀ ਬਣੇਗਾ ਜੀ। ਉਹਨਾਂ ਗਰੀਬਾਂ ਦੀ ਬਾਂਹ ਫੜਨ ਦੀ ਵੀ ਲੋੜ ਹੈ ਵੀ ਅਸੀਂ ਤੁਹਾਡੇ ਨਾਲ ਹੈ। ਸਰਕਾਰ ਨੇ ਇਹ ਸਾਬਤ ਕਰ ਦਿੱਤਾ। ਤੁਹਾਨੂੰ ਪਤਾ, ਜਦੋਂ ਪੰਜਾਬ ਤੋਂ, ਨਾਰਥ ਇੰਡੀਆ ਤੋਂ ਮਾਈਗ੍ਰੇਸ਼ਨ ਹੋਇਆ, ਬਿਹਾਰ ਦੇ ਲੋਕਾਂ ਦਾ ਜਾਂ ਹੋਰ ਸਟੇਟਾਂ ਤੋਂ ਆਏ ਲੋਕਾਂ ਦਾ, ਉਸ ਮਾਈਗ੍ਰੇਸ਼ਨ ਦੇ ਨੂੰ ਦੇਖਦਿਆਂ ਹੋਇਆਂ ਮੇਰੀਆਂ ਬੇਟੀਆਂ ਸੜਕਾਂ ਤੇ ਬੱਚਿਆਂ ਨੂੰ ਜਨਮ ਦੇ ਰਹੀਆਂ ਨੇ। ਪੁਲਿਸ ਉਹਨਾਂ ਦੇ ਡਾਂਗਾ ਮਾਰ ਰਹੀ ਹੈ, ਰੇਲਵੇ ਦੇ ਨਾਲ ਤੁਰੇ ਜਾਂਦੇ ਨੇ, ਰੇਲ ਦੀ ਪਟੜੀ ਤੇ ਜਾਂਦੇ ਜਾਂਦੇ ਥੱਕ ਕੇ ਮਜ਼ਦੂਰ ਸੌ ਗਏ, ਉਹ ਰੇਲ ਗੱਡੀ ਨਾਲ ਕੱਟੇ ਜਾਂਦੇ ਨੇ। ਭੁੱਖੇ ਤੇ ਨਿਭਾਣੇ ਲੋਕਾਂ ਦਾ ਜਿਹੜਾ ਹਾਲ ਹੋਇਆ, ਮੈਂ ਇਹ ਸਮਝਦਾ ਵੀ ਇਹਨੇ ਇੱਕ ਵਾਰੀ ਫੇਰ 1947 ਜਿਹੜੀ ਯਾਦ ਕਰਵਾ ਦਿੱਤੀ ਹੈ। ਅਸੀਂ ਆਪਣੇ ਮੁਲਕ ਦੇ ਵਿੱਚ ਆਪਣਿਆਂ ਨੂੰ ਇੰਨਾ ਬੇਇੱਜ਼ਤ ਕੀਤਾ ਜਿਹਦਾ ਕੋਈ ਹਿਸਾਬ ਨਹੀਂ ਹੈ। ਬੰਗਲੁਰੂ ਵਾਲੀ ਘਟਨਾ ਜਿਹੜੀ ਹੈ, ਮੈਂ ਇੱਥੇ ਵਾਪਸ ਆਵਾਂ, ਬੜੀ ਹੀ ਮੰਦਭਾਗੀ ਘਟਨਾ ਆ। ਇਹੋ ਜਿਹੀਆਂ ਘਟਨਾਵਾਂ ਜੇ ਆਮ ਲੋਕਾਂ ਦੇ ਵਿੱਚ ਅਵੇਅਰਨੈਸ ਨਾ ਆਈ, ਜਾਂ ਇਹੋ ਜਿਹੇ ਕੱਟੜਵਾਦੀ ਬਿਆਨ ਮੁਹੰਮਦ ਅਲੀ ਸਲਾਮ ਸਾਹਿਬ ਪੈਗੰਬਰ ਨੇ, ਉਹਨਾਂ ਦੇ ਜੀਵਨ ਤੇ ਟਿੱਪਣੀ ਕਰਨੀ ਕਿਸੇ ਮਨੁੱਖ ਲਈ, ਉਹ ਵੀ ਨੈਗੇਟਿਵ, ਜੇ ਪੋਜ਼ਿਟਿਵ ਟਿੱਪਣੀ ਕਰਨੀ ਹੈ, ਉਹਨਾਂ ਨੇ ਸੁਨੇਹਾ ਦਿੱਤਾ ਅੱਲਾਹੂ ਅਕਬਰ, ਖੁਦਾ ਸਭ ਤੋਂ ਵੱਡਾ, ਵਾਹਿਗੁਰੂ ਸਾਹਿਬ ਹੈ ਹੀ ਸਭ ਤੋਂ ਵੱਡੇ ਨੇ। ਤੇ ਅਸੀਂ ਇਸ ਗੱਲ ਤੋਂ ਮੁਨਕਰ ਨਾ ਹੋਈਏ ਕਿ ਖੁਦਾ ਇੱਕ ਹੈ, ਉਹ ਸਾਰੀ ਧਰਤੀ ਨੂੰ ਕ੍ਰੀਏਟ ਕਰਕੇ ਸਾਨੂੰ ਪਾਲਣਹਾਰ ਹੈ, ਤੇ ਅਸੀਂ ਇੱਕ ਪਿਤਾ ਇੱਕ ਕੇ ਹਮਬਾਰਕ ਦੇ ਸਿਧਾਂਤ ਤੇ ਪਹਿਰਾ ਦਈਏ। ਬੰਗਲੁਰੂ ਦੀਆਂ ਘਟਨਾਵਾਂ ਜਿਹੜੀਆਂ ਨੇ ਪੈਂਡੈਮਿਕ ਦੇ ਸਮੇਂ ਤੇ, ਮੈਨੂੰ ਏਦਾਂ ਲੱਗਦਾ ਵੀ ਕਿਤੇ ਇਹਦੇ ਪਿੱਛੇ ਉਹਨਾਂ ਲੋਕਾਂ ਦਾ ਹੱਥ ਨਾ ਹੋਵੇ ਜਿਹੜੇ ਨਾ ਕਾਮਯਾਬ ਹੋ ਗਏ ਨੇ ਕਰੋਨਾ ਨੂੰ ਕੰਟਰੋਲ ਕਰਨ ਦੇ ਲਈ। ਜੀ ਬਿਲਕੁਲ ਦਰੁਸਤ ਗੱਲ। ਜਦੋਂ ਆਪਾਂ ਅੱਜ ਕਰੋਨਾ ਮਹਾਮਾਰੀ ਦੀ ਗੱਲ ਕਰ ਰਹੇ ਹਾਂ, ਜਦੋਂ ਆਪਾਂ ਇਹ ਗੱਲ ਕਰ ਰਹੇ ਵੀ ਅੱਜ ਮੰਦਿਰਾਂ ਦੀ ਸਾਨੂੰ ਲੋੜ ਨਹੀਂ, ਸਾਨੂੰ ਹਸਪੀਟਲਾਂ ਦੀ ਲੋੜ ਆ, ਡਾਕਟਰਾਂ ਦੀ ਲੋੜ ਆ, ਸਾਨੂੰ ਸੈਨੀਟਾਈਜ਼ ਕਰਨ ਲਈ ਜਿਹੜੇ ਉਪਕਰਨ ਚਾਹੀਦੇ ਆ ਉਹਨਾਂ ਦੀ ਲੋੜ ਆ, ਸਾਨੂੰ ਸੈਨੀਟਾਈਜ਼ਰ ਦੀ ਲੋੜ ਆ, ਲੋਕਾਂ ਨੂੰ ਅਵੇਅਰ ਕਰਨ ਦੀ ਜ਼ਰੂਰਤ ਆ। ਲੋਕ ਆਪ ਮੁਹਾਰੇ ਸੜਕਾਂ ਤੇ ਘੁੰਮਦੇ ਅਕਸਰ ਨਜ਼ਰ ਆਉਂਦੇ ਆ,
ਪਰ ਉਹਦੇ ਚੱਲਦੇ ਜਦੋਂ ਆਪਾਂ ਇਹ ਸਾਰੀਆਂ ਗੱਲਾਂ ਕਰਦੇ ਹਾਂ, ਡਾਕਟਰਾਂ ਦਾ ਜਿਹੜਾ ਰੋਲ ਆ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਦੇਖਣ ਦੇ ਵਿੱਚ ਆ ਰਿਹਾ ਕਿ ਉਹ ਬਹੁਤ ਨੈਗੇਟਿਵ ਰੋਲ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਪੇਸ਼ ਕੀਤਾ ਜਾ ਰਿਹਾ, ਜਾਂ ਉਹ ਬਿਲਕੁਲ ਜਿਹੜਾ ਨੈਗੇਟਿਵ ਰੋਲ ਨਿਭਾ ਰਿਹਾ। ਜਿਹਦੇ ਵਿੱਚ ਆਪਾਂ ਜ਼ਿਕਰ ਕਰਾਂਗੇ, ਤੁਸੀਂ ਵੀ ਸ਼ਾਇਦ ਸੋਸ਼ਲ ਮੀਡੀਆ ਤੇ ਦੇਖਿਆ ਹੋਵੇਗਾ, ਕਾਨਪੁਰ ਦੇ ਵਿੱਚ ਇੱਕ ਘਟਨਾ ਵਾਪਰੀ ਆ ਜਿੱਥੇ ਮਤਲਬ ਮਰੀਜ਼ਾਂ ਦੇ ਜਿਹੜੇ ਅੰਗ ਕੱਢ ਲਏ ਗਏ ਆ, ਉਹ ਵੀ ਜੀਂਦੇ ਬੰਦਿਆਂ ਦੇ। ਆਪਣੇ ਆਪ ਦੇ ਵਿੱਚ ਬੜੀ ਹੈਰਾਨੀ ਗੱਲ ਆ। ਤੁਹਾਨੂੰ ਨਹੀਂ ਲੱਗਦਾ ਕਿ ਡਾਕਟਰ ਵੀ ਜਿਹੜੇ ਆ ਉਹ ਇਸ ਮੌਕੇ ਦਾ ਜਿਹੜਾ ਫਾਇਦਾ, ਮੈਂ ਨਹੀਂ ਸਮਝਦਾ ਕਿ ਸਰਕਾਰਾਂ ਉਹਨਾਂ ਨੂੰ ਇਹ ਕਹਿੰਦੀਆਂ ਕਿ ਤੁਸੀਂ ਇਹਦਾ ਮਨੁੱਖੀ ਅੰਗ ਕੱਢੋ, ਪਰ ਜਿਹਦੇ ਬੰਦਿਆਂ ਦੇ ਜਿਹੜੇ ਹੈਗੇ ਆ ਅੰਗ ਕੱਢ ਲਏ ਜਾਂਦੇ, ਤਾਂ ਮਰਿਆਂ ਦਾ ਕੀ ਹਾਲ ਕਰਦੇ ਹੋਣਗੇ ਆਪਾਂ ਸਹਿਜੇ ਅੰਦਾਜ਼ਾ ਲਗਾ ਸਕਦੇ ਹਾਂ। ਤੁਸੀਂ ਇਹਦੇ ਬਾਰੇ ਕੀ ਰਾਏ ਰੱਖਦੇ ਆ? ਸਹਿਮਤੀ ਜਾਂ ਅਸਹਿਮਤੀ ਕੀ ਜਿਹੜੀਆਂ ਸੋਸ਼ਲ ਮੀਡੀਆ ਤੇ ਵੀਡੀਓਜ਼ ਆ ਰਹੀਆਂ ਉਹ ਵਾਕਿਆ ਹੀ ਇਦਾਂ ਦੇ ਵਾਕਿਆਤ ਹੁੰਦੇ ਆ, ਜਾਂ ਸਿਰਫ ਉਹ ਫੇਕ ਨਿਊਜ਼ ਆ? ਬਲਦੇਵ ਜੀ, ਇਹ ਬੜਾ ਗੰਭੀਰ ਸਵਾਲ ਹੈ। ਸੋਸ਼ਲ ਮੀਡੀਆ ਦੇ ਪਲੱਸ ਤੇ ਮਾਈਨਸ, ਨੈਗੇਟਿਵ ਤੇ ਪੋਜ਼ਿਟਿਵ ਜਿਹੜੇ ਨੇ, ਦੋਨੋਂ ਤਰ੍ਹਾਂ ਦੇ ਪ੍ਰਭਾਵ ਜਿਹੜੇ ਉਹ ਸਾਡੀ ਜ਼ਿੰਦਗੀ ਤੇ ਹੈਗੇ ਆ। ਪੋਜ਼ਿਟਿਵ ਪ੍ਰਭਾਵ ਤੇ ਇਹ ਹੈ ਵੀ ਜਿਹੜੀ ਗੱਲ ਗੋਦੀ ਮੀਡੀਆ ਸਾਨੂੰ ਕਹਿਣ ਨਹੀਂ ਦਿੰਦਾ ਜਾਂ ਸਾਨੂੰ ਕਵਰ ਨਹੀਂ ਕਰਦਾ, ਅਸੀਂ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਆਪਣੀ ਗੱਲ ਕਹਿ ਦਿੰਦੇ। ਜਿਵੇਂ ਅੱਜ ਵੀ ਅਸੀਂ ਅਗਰ ਗੱਲ ਕਰ ਰਹੇ ਤੇ ਉਹ ਇੱਕ ਸੋਸ਼ਲ ਮੀਡੀਆ ਦਾ ਇਹ ਨਤੀਜਾ ਹੈਗਾ ਕਿ ਅਸੀਂ ਆਪਣੀ ਗੱਲ ਆਮ ਲੋਕਾਂ ਤੱਕ, ਆਪਣੇ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਠੀਕ ਹੈ ਜੀ। ਹੁਣ ਦੂਜੀ ਗੱਲ ਹੈਗੀ ਵੀ ਸੋਸ਼ਲ ਮੀਡੀਆ ਦੇ ਉੱਤੇ ਫੇਕ ਨਿਊਜ਼ ਵੀ ਆਉਂਦੀਆਂ ਨੇ। ਜਿਵੇਂ ਡਾਕਟਰ ਦਵਿੰਦਰ ਸ਼ਰਮਾ ਵਾਲੀ ਗੱਲ ਆਈ ਹੈ, ਉਹਦੀ ਨਿੱਜੀ ਤੌਰ ਤੇ ਵੀ ਉਹਨੇ 100 ਮਨੁੱਖਾਂ ਨੂੰ ਮਾਰ ਕੇ ਅੰਗ ਕੱਢੇ ਨੇ। ਅਖਬਾਰ ਖਬਰ ਤੁਸੀਂ ਵੀ ਦੇਖੀ ਹੈ, ਸੋਸ਼ਲ ਮੀਡੀਆ ਤੇ ਮੈਂ ਵੀ ਦੇਖੀ ਹੈ। ਲੇਕਿਨ ਜਦੋਂ ਇੰਡੀਪੈਂਡੈਂਟਲੀ ਉਹਦੀ ਪੁਸ਼ਟੀ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਉਹ ਕਿਤੋਂ ਵੀ ਪੁਸ਼ਟੀ ਨਹੀਂ ਹੋਈ। ਪਰਸਨਲੀ ਜਦੋਂ ਅਸੀਂ ਦਵਿੰਦਰ ਸ਼ਰਮਾ ਵਾਲੀ ਖਬਰ ਦੀ ਪੁਸ਼ਟੀ ਕਰਨ ਦੀ ਕੋਸ਼ਿਸ਼ ਕੀਤੀ ਹੈ, ਹੁਣ ਵੀ ਮੈਂ ਚੜ੍ਹਦੀ ਕਲਾ ਟਾਈਮ ਟੀਵੀ ਦੇ ਇੱਕ ਪੱਤਰਕਾਰ ਨਾਲ ਗੱਲ ਕੀਤੀ, ਉਹ ਕਹਿੰਦਾ ਵੀ ਮੈਂ ਵੀ ਟਰਾਈ ਕੀਤੀ ਪਰ ਉਹ ਪੁਸ਼ਟੀ ਨਹੀਂ ਹੋ ਪਾਈ। ਇਸ ਕਰਕੇ ਹੋ ਸਕਦਾ, ਮੈਂ ਨਹੀਂ ਕਹਿੰਦਾ ਉਹ ਫੇਕ ਹੈ, ਪਰ ਹੋ ਸਕਦਾ ਉਹ ਫੇਕ ਵੀ ਹੋਵੇ। ਹੁਣ ਦੂਜੀ ਗੱਲ ਜਿਹੜੀ ਹੈ, ਕਰੋਨਾ ਮਹਾਮਾਰੀ ਨੇ ਜਿਹੜਾ ਭਾਰਤ ਦੇ ਅੰਦਰ ਮੈਡੀਕਲ ਹੈਗਾ, ਸਿਹਤ ਸੇਵਾਵਾਂ ਜਿਹੜੀਆਂ ਨੇ, ਉਹਦਾ ਜਲੂਸ ਕੱਢ ਕੇ ਰੱਖ ਦਿੱਤਾ ਜੀ। ਜਲੂਸ, ਇਹ ਇੱਕ ਬਹੁਤ ਵੱਡਾ ਨੈਕਸਸ, ਬਹੁਤ ਵੱਡਾ ਮਾਫੀਆ ਸਾਹਮਣੇ ਆਇਆ। ਪਹਿਲੀ ਗੱਲ ਹੈ ਕਿ 95% ਸਿਜੇਰੀਅਨ ਹੋਣੋਂ ਹਟ ਗਏ। ਜਿਹੜੀਆਂ ਬੱਚੇ ਪੈਦਾ ਕਰਨ ਲਈ ਮੇਰੀਆਂ ਬੇਟੀਆਂ, ਮੇਰੀਆਂ ਭੈਣਾਂ ਹਸਪਤਾਲਾਂ ਜਾਂਦੀਆਂ ਸੀ, ਉਹਨਾਂ ਨੂੰ ਡਰਾਇਆ ਜਾਂਦਾ ਸੀ, ਬੱਚੇ ਨੂੰ ਆਹ ਹੋ ਜਾਣਾ, ਤੈਨੂੰ ਆਹ ਹੋ ਸਕਦਾ, ਦੋਨੋਂ ਜਾ ਸਕਦੇ ਹੋ। ਫਿਰ ਉਹ ਕਹਿੰਦੇ ਸੀ ਏਦਾਂ ਕਰੋ ਜੀ ਡਾਕਟਰ ਸਾਹਿਬ, ਤੁਸੀਂ ਸਾਡੇ ਲਈ ਉੱਪਰ ਉਹ ਬੈਠਾ ਤੇ ਥੱਲੇ ਤੁਸੀਂ ਬੈਠੇ, ਤੁਸੀਂ ਉਹਦਾ ਰੂਪ। ਇਨਸਾਨ ਰੱਬ ਤੋਂ ਬਾਅਦ ਜਦੋਂ ਉਹ ਫਸਿਆ ਹੋਇਆ ਹੋਵੇ ਹਸਪਤਾਲ ਦੇ ਵਿੱਚ, ਫਿਰ ਉਹ ਡਾਕਟਰ ਤੇ ਡਿਪੈਂਡ ਕਰਦਾ। ਭਾਵ ਛੋਟਾ ਰੱਬ ਡਾਕਟਰ ਨੂੰ ਇਨਸਾਨ ਮੰਨ ਲੈਂਦਾ, ਕਿਉਂਕਿ ਸਾਰਾ ਕੁਝ ਉਹਦੇ ਹੱਥ 'ਚ ਹੁੰਦਾ, ਜੋ ਕਰਨਾ ਉਹਨੇ ਹੁੰਦਾ। ਪਰ ਇਸ ਛੋਟੇ ਰੱਬ ਨੇ ਰੱਬ ਵਾਲੀ ਭੂਮਿਕਾ ਨਹੀਂ ਨਿਭਾਈ। ਇਹ ਸ਼ੈਤਾਨ ਬਣ ਗਿਆ, ਸ਼ੈਤਾਨ ਬਣ ਗਿਆ। ਬੇਟੀਆਂ ਦੇ 95% ਢਿੱਡ ਪਾੜਨੇ, ਸਰਜਰੀਅਨ ਕਰਨੇ ਜਿਹੜੇ ਨੇ ਉਹ ਘੱਟ ਹੋ ਗਏ ਨੇ। ਬੜੇ ਲੰਮੇ ਸਮੇਂ ਲਈ ਸਰਜਰੀਅਨ ਤੋਂ ਬਾਅਦ ਉਹ ਬੱਚੀਆਂ ਨਕਾਰਾ ਹੋ ਜਾਂਦੀਆਂ ਨੇ, ਕੰਮਕਾਰ ਐਕਟਿਵਲੀ ਨਹੀਂ ਕਰ ਸਕਦੀਆਂ। ਬਿਲਕੁਲ ਖਾਲਸਾ ਜੀ, ਤੁਹਾਨੂੰ ਵਿੱਚੇ ਮੈਂ ਰੋਕ ਰਿਹਾ। ਤੁਸੀਂ ਜਦੋਂ ਗੱਲ ਕੀਤੀ ਕਿ ਛੋਟਾ ਰੱਬ ਜਿਹੜਾ ਆ ਉਹ ਲਾਲਚੀ ਹੋ ਗਿਆ, ਉਹ ਆਪਣੀ ਭੂਮਿਕਾ ਨਹੀਂ ਨਿਭਾ ਰਿਹਾ, ਮੈਨੂੰ ਤਾਂ ਵੱਡਾ ਰੱਬ ਵੀ ਮੈਨੂੰ ਇਦਾਂ ਲੱਗਦਾ ਮਿਸਾਲ ਦੇ ਤੌਰ ਤੇ। ਕਿਉਂਕਿ ਆਪਾਂ ਇਹ ਕਹਿ ਸਕਦੇ ਹਾਂ, ਜਿਹੜਾ ਕੁਦਰਤ ਵਾਲਾ ਰੱਬ ਆ, ਜਿਹੜਾ ਅਸਲੀ ਰੱਬ ਆ, ਜਿਹਦੀ ਆਪਾਂ ਹਮੇਸ਼ਾ ਗੱਲ ਕਰਦੇ ਹਾਂ, ਉਹ ਕਿਸੇ ਨਾਲ ਭਿੰਨ ਭੇਦ ਨਹੀਂ ਕਰਦਾ। ਪਰ ਜਿਹੜਾ ਇੱਕ ਰੱਬ ਦਾ ਏਜੰਟ ਬੈਠਾ ਆ, ਉਹ ਬੈਠਾ ਆ, ਤੇ ਉਹ ਵੀ ਤਾਂ ਲੋਕਾਂ ਨੂੰ ਡਰਾ ਕੇ ਲੋਕਾਂ ਦੇ ਕੋਲੋਂ ਪੈਸੇ ਕਢਵਾਉਂਦਾ, ਲੋਕਾਂ ਦੀ ਲੁੱਟ ਕਰਦਾ। ਤੇ ਇੱਧਰ ਜਿਹੜਾ ਛੋਟਾ ਰੱਬ ਆ, ਜਿਹਨੂੰ ਅਸੀਂ ਉਸ ਅਕਾਲ ਪੁਰਖ ਤੋਂ ਬਾਅਦ ਮੰਨਦੇ ਹਾਂ ਕਿ ਇਹੀ ਮਤਲਬ ਸਾਨੂੰ ਜਿਹੜਾ ਜੀਵਨ ਦਾਨ ਬਖਸ਼ਦੇ ਆ, ਸਾਡੀ ਕੇਅਰ ਕਰਦੇ ਆ, ਤੇ ਉਹਦਾ ਵੀ ਇਹੀ ਹਾਲ ਨਜ਼ਰ ਆ ਰਿਹਾ। ਜਿਹੜੇ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੇ ਆ, ਔਰ ਤੁਸੀਂ ਇੱਕ ਜਿੰਦੂ ਬਾਰੇ ਵੀ, ਜਿੰਦੂ ਦੇ ਹਸਪੀਟਲ ਬਾਰੇ ਵੀ ਆਪਾਂ ਕਾਫੀ ਜਿਹੜੀ ਚਰਚਾ ਹੋ ਰਹੀ ਅੱਜ ਕੱਲ੍ਹ, ਤੇ ਮੈਂ ਚਾਹੁੰਦਾ ਉਹਦੇ ਉੱਤੇ ਵੀ ਗੱਲ ਕਰੀਏ ਕਿ ਕੀ ਸੱਚਾਈ ਆ ਉਹਦੇ ਵਿੱਚ ਜੋ ਦੱਸਿਆ ਜਾ ਰਿਹਾ ਕਿ ਲੋਕਾਂ ਨੂੰ, ਜਿਹੜੇ ਆ ਮਰੀਜ਼ਾਂ ਨੂੰ ਕਰੋਨਾ ਪੋਜ਼ਿਟਿਵ ਹੋਣ ਦੀ ਪੁਸ਼ਟੀ ਕੀਤੀ ਜਾਂਦੀ ਆ। ਉਹਨਾਂ ਨੂੰ ਪ੍ਰਾਈਵੇਟ ਜਿਹੜੀਆਂ ਹੈਗੀਆਂ ਜਿੱਥੇ ਅਨਾਲਿਸਿਸ ਕਰਦੇ ਆ ਉੱਥੇ ਭੇਜਿਆ ਜਾਂਦਾ, ਲੈਬੋਰਟਰੀਆਂ ਦੇ ਵਿੱਚ ਭੇਜਿਆ ਜਾਂਦਾ, ਫਿਰ ਕੁਝ ਦਿਨ ਬਾਅਦ ਉਹਨਾਂ ਦੀ ਰਿਪੋਰਟ ਜਿਹੜੀ ਪੋਜ਼ਿਟਿਵ ਦੱਸੀ ਜਾਂਦੀ ਆ। ਤੇ ਇਸ ਤਰ੍ਹਾਂ ਕੁਛ ਲੁੱਟ ਖਸੁੱਟ ਹੋਣ ਦੀਆਂ ਜਿਹੜੀਆਂ ਖਬਰਾਂ, ਇਹ ਸਾਰੀਆਂ ਸੋਸ਼ਲ ਮੀਡੀਆ ਉੱਤੇ ਹੀ ਆ ਰਹੀਆਂ, ਜਦਕਿ ਜਿਹੜਾ ਮੀਡੀਆ ਆ, ਜਿਹੜਾ ਚੌਥਾ ਥੰਮ ਆ ਲੋਕਤੰਤਰ ਦਾ, ਉਹ ਚੁੱਪ ਬੈਠਾ, ਇਹਨਾਂ ਮਸਲਿਆਂ ਦੇ ਉੱਤੇ ਕਦੇ ਨਹੀਂ ਬੋਲਦਾ।
ਬਲਦੇਵ ਜੀ, ਇਹ ਅਸਲ 'ਚ ਜਿੰਦੂ ਨਾਲ ਜੁੜੀ ਹੋਈ ਘਟਨਾ ਨਹੀਂ ਹੈ। ਤੁਹਾਨੂੰ ਚੰਗੀ ਤਰ੍ਹਾਂ ਪਤਾ, ਇਹ ਮੰਨਾ ਇੱਕ ਸੋਸ਼ਲ ਵਰਕਰ ਹੈ, ਜੁਰਤ ਵਾਲਾ ਨੌਜਵਾਨ ਆ। ਇਹ ਅੰਮ੍ਰਿਤਸਰ ਸਾਹਿਬ ਤੋਂ ਹੈ ਜੀ, ਤੇ ਉਹਨੇ ਇਹ ਪਰਦਾ ਫਾਸ਼ ਕੀਤਾ। ਅੰਮ੍ਰਿਤਸਰ ਸਾਹਿਬ ਦੇ ਅੰਦਰ ਇਹ ਡੇਢ ਮਹੀਨਾ ਪੁਰਾਣੀ ਗੱਲ ਆ, ਲਗਾਤਾਰ ਇਹੋ ਜਿਹੇ ਕੇਸ ਹੋਏ। ਉਦੋਂ ਕਰੋਨਾ ਤੋਂ ਲੋਕ ਬਹੁਤ ਜ਼ਿਆਦਾ ਡਰੇ ਹੋਏ ਸੀ ਜੀ। ਆਰੰਭ ਜਿਹੜਾ ਹੋਇਆ, ਮੈਂ 2 ਘਟਨਾਵਾਂ ਦਾ ਜ਼ਿਕਰ ਕਰਦਾ ਜਾਵਾਂ। ਗਿਆਨੀ ਬਲਦੇਵ ਸਿੰਘ ਜੀ ਪਠਲਾਵੇ ਤੋਂ ਸੀ, ਨਵਾਂਸ਼ਹਿਰ ਜ਼ਿਲ੍ਹੇ 'ਚ। ਉਹਨਾਂ ਦੀ ਮੌਤ ਹੋਈ, ਉਦੋਂ ਮੀਡੀਆ ਨੇ ਰੱਜ ਕੇ ਭੰਡਿਆ। ਗਿਆਨੀ ਨਿਰਮਲ ਸਿੰਘ ਜੀ, ਜਿਹੜੇ ਹਜ਼ੂਰੀ ਰਾਗੀ ਸੀ, ਪਦਮ ਸ਼੍ਰੀ ਸੀਗਾ, ਉਹਨਾਂ ਦਾ ਜਿਹੜਾ ਹਾਲ ਹੋਇਆ, ਉਹਨਾਂ ਦੇ ਬੇਟੇ ਦੀ ਜਿਹੜੀ ਆਡੀਓ ਵਾਇਰਲ ਹੋਈ ਆ ਵੀ ਮੇਰੀ ਕੇਅਰ ਹੀ ਨਹੀਂ ਕਰਦੇ ਇੱਥੇ। ਤੇ ਇਹ 2 ਘਟਨਾਵਾਂ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਸੀ। ਏਦਾਂ ਪੁੱਟ ਕੀਤਾ ਜਾ ਰਿਹਾ ਸੀ ਵੀ ਇਹ ਸਿੱਖ ਜਿਹੜੇ ਨੇ ਇਸ ਕਰੋਨਾ ਪੋਜ਼ਿਟਿਵ ਲਈ, ਕਰੋਨਾ ਬਿਮਾਰੀ ਲਈ ਜ਼ਿੰਮੇਵਾਰ ਨੇ, ਜਾਂ NRA ਮੈਂ ਤੇ ਇਹ ਪੰਜਾਬ ਤੋਂ ਭੁੱਖ ਕੇ ਆਇਆ ਕਿ ਕੁਛ ਇੱਕ ਲੋਕਾਂ ਦਾ ਵੀ ਕਸੂਰ ਹੈ। ਜਦ ਕਿ ਮੈਂ ਜਾ ਕੇ ਹਸਪਤਾਲ, ਸਰਕਾਰ ਦੀ ਸਾਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਸੀ ਵੀ ਆਪਣੇ ਆਪ ਨੂੰ ਰਜਿਸਟਰ ਕਰਵਾਓ। ਮੈਂ ਬਕਾਇਦਾ 2 ਵਾਰੀ ਅਪਰੇ ਡਿਸਪੈਂਸਰੀ 'ਚ ਗਿਆ, ਮੈਂ SMO ਨੂੰ ਫੋਨ ਕੀਤਾ, ਮੈਂ ਜਲੰਧਰ CMO ਨੂੰ ਵੀ ਫੋਨ ਕੀਤਾ। ਸਾਡਾ ਵੱਡਾ ਹਸਪਤਾਲ ਫਲੋਰ ਪੈਂਦਾ ਸੀ, ਉਹਨਾਂ ਨੂੰ ਵੀ ਨੋਟ ਕਰਵਾਇਆ। ਪਰ ਉਹਦੇ ਬਾਵਜੂਦ ਵੀ ਕੁਛ ਲੋਕ ਸੀਗੇ ਵੀ ਨਹੀਂ, ਇਹਨੂੰ ਕਰੋਨਾ ਪੋਜ਼ਿਟਿਵ ਕਹਿ ਕੇ ਬੰਦ ਕਰਵਾਉਣਾ ਇੱਕ ਵਾਰੀ, ਕਿਉਂਕਿ ਕਰੋਨਾ ਵਾਰਡ ਦੇ ਵਿੱਚ ਹਾਲ ਬੰਦੇ ਦਾ ਬਹੁਤ ਮੰਦਾ ਹੁੰਦਾ। ਨਾ ਕੋਈ ਪਾਣੀ ਪੁੱਛਣ ਵਾਲਾ, ਨਾ ਕੋਈ ਪ੍ਰਸ਼ਾਦਾ ਪੁੱਛਣ ਵਾਲਾ, ਮੋਹਰੇ ਪੁਲਿਸ ਦਾ ਪਹਿਰਾ ਲਾਇਆ। ਨਾ ਤੁਸੀਂ ਬਾਹਰ ਜਾ ਸਕਦੇ ਹੋ, ਨਾ ਤੁਹਾਡੇ ਕੋਲ ਤੁਹਾਡਾ ਮੋਬਾਈਲ ਹੁੰਦਾ, ਨਾ ਤੁਸੀਂ ਬਾਹਰ ਕੋਈ ਬਹੁਤੀ ਗੱਲ ਕਰ ਸਕਦੇ। ਏਦਾਂ ਦੇ ਹਾਲਾਤ ਸੀ। ਮੰਨੇ ਨੇ ਕੀ ਕੀਤਾ, ਮੰਨੇ ਦੇ ਨੋਟਿਸ ਵਿੱਚ ਇਹ ਗੱਲ ਆਈ ਕਿ ਜਦੋਂ ਕੋਈ ਵੀ, ਉੱਥੇ ਦਾ ਪ੍ਰਾਈਵੇਟ ਹਸਪਤਾਲ ਸੀ, ਉੱਥੇ ਕੋਈ ਮਰੀਜ਼ ਜਾਂਦਾ, ਉਹਨੂੰ ਇੱਕ ਪਾਰਟੀਕੂਲਰ ਲੈਬੋਰਟਰੀ ਦੇ ਵਿੱਚ ਟੈਸਟ ਕਰਾਉਣ ਲਈ ਭੇਜਿਆ ਜਾਂਦਾ ਵੀ ਇਹਦਾ ਕਰੋਨਾ ਦਾ ਟੈਸਟ ਕਰਵਾਓ। ਹੁਣ ਉਹ ਲੈਬੋਰਟਰੀ ਉਸ ਬੰਦੇ ਦਾ ਕਰੋਨਾ ਟੈਸਟ ਜਿਹੜਾ ਉਹ ਪੋਜ਼ਿਟਿਵ ਕਹਿ ਦਿੰਦੀ ਸੀ। ਇਸ ਤੋਂ ਪਹਿਲਾਂ ਹਸਪਤਾਲ ਵਾਲੇ ਵੀ ਕਰੋਨਾ ਪੋਜ਼ਿਟਿਵ ਉਹਦਾ ਦਿੰਦੇ ਸੀ ਜਿਹਦੀ ਉਹਨਾਂ ਨੂੰ ਫਾਈਨੈਂਸ਼ੀਅਲ ਬੈਕਗ੍ਰਾਉਂਡ ਪਤਾ ਹੋਵੇ ਵੀ ਇਹ ਘਰੋਂ ਤੱਕਣਾ ਹੈ ਜੀ। ਉਹ ਹੁਣ ਕਰੋਨਾ ਪੋਜ਼ਿਟਿਵ ਆ ਗਿਆ ਤੇ ਪੈਸੇ ਉਹਨਾਂ ਦੇ ਕੋਲ ਆ, ਘਬਰਾ ਗਏ, ਕਿਉਂਕਿ ਉਦੋਂ ਕਰੋਨਾ ਦੇ ਨਾਲ ਜਿਹੜੀਆਂ ਇਹ ਲੱਗਦਾ ਸੀ ਵੀ ਜਿਹਨੂੰ ਕਰੋਨਾ ਹੋ ਗਿਆ ਉਹਦੇ ਬਚਣ ਦੇ ਚਾਂਸ ਬੜੇ ਘੱਟ। ਹੁਣ ਉਹ ਗੱਲ ਨਹੀਂ ਰਹੀ, ਕਿਉਂਕਿ ਹੌਲੀ ਹੌਲੀ ਆਮ ਜਨਤਾ ਕਰੋਨਾ ਪੋਜ਼ਿਟਿਵ ਦੇ ਨਾਲ ਰਹਿਣਾ ਜਿਹੜਾ ਆ ਉਹ ਸਿੱਖ ਗਈ ਹੈ। ਸੋਸ਼ਲ ਡਿਸਟੈਂਸਿੰਗ ਬਾਅਦ ਤਾਂ ਤੁਸੀਂ ਦੇਖ ਹੀ ਲਿਆ, ਲੋਕ ਕਿੰਨਾ ਧਿਆਨ ਰੱਖਦੇ ਨੇ, ਕਿਸੇ ਨੂੰ ਹੱਥ ਨਹੀਂ ਲਾਉਂਦੇ। ਈਵਨ ਮੈਂ ਆਪਣੀ ਕੰਪਨੀ 'ਚ ਕੰਮ ਕਰਦਾ, ਸਾਨੂੰ ਜਿਹੜੇ ਪੈਰਾਮੀਟਰਸ ਦਿੱਤੇ ਗਏ ਨੇ, ਅਸੀਂ ਇੱਕ ਦੂਜੇ ਨੂੰ ਹੱਥ ਨਹੀਂ ਮਿਲਾਉਣਾ, ਦੂਰ ਰਹਿਣਾ, ਬਾਥਰੂਮ 'ਚ ਸੈਨੀਟਾਈਜ਼ਰ ਪਿਆ, ਕੰਮ ਤੇ ਜਗ੍ਹਾ ਜਗ੍ਹਾ ਤੇ ਸੈਨੀਟਾਈਜ਼ਰ ਪਿਆ, ਜਿੱਥੇ ਪਾਣੀ ਪੀਣ ਵਾਲੇ ਕੂਲਰ ਲੱਗੇ ਹੋਏ ਨੇ ਉੱਥੇ ਸਾਡੇ ਲਈ ਹਦਾਇਤਾਂ ਲਿਖੀਆਂ ਹੋਈਆਂ ਨੇ, ਸਾਨੂੰ ਕੰਪਨੀ 'ਚ ਵੜਨ ਤੋਂ ਪਹਿਲਾਂ ਮਾਸਕ ਦਿੱਤਾ ਜਾਂਦਾ। ਇਦਾਂ ਦੀ ਅਵੇਅਰਨੈਸ ਜਿਹੜੀ ਪੂਰੇ ਵਰਲਡ ਵਾਈਡ ਪੈਦਾ ਹੋਈ ਹੈ। ਹੁਣ ਮੰਨਾ ਨੇ ਜਿਹੜੀ ਗੱਲ ਨੋਟ ਕੀਤੀ ਵੀ ਕਰੋਨਾ ਪੋਜ਼ਿਟਿਵ ਜਿਹੜਾ ਕੇਸ ਹੈ ਉਹ ਹਸਪਤਾਲ ਵਾਲੇ ਅਖਬਾਰਾਂ 'ਚ ਲਵਾਉਂਦੇ ਸੀ ਵੀ ਇਦਾਂ ਕਰਕੇ ਵੀ ਸਾਡਾ ਮਰੀਜ਼ ਜਿਹੜਾ 4 ਦਿਨ 'ਚ ਠੀਕ ਹੋ ਗਿਆ। ਹੁਣ ਆਮ ਗੱਲ ਇਹ ਹੈ ਵੀ ਜਿਹਨੂੰ ਕਰੋਨਾ ਹੋ ਜਾਵੇ ਉਹਨੂੰ ਠੀਕ ਹੋਣ ਲਈ 10 ਤੋਂ 15 ਜਾਂ 20 ਦਿਨ ਵੀ ਲੱਗ ਜਾਂਦੇ ਆ। ਇਹ ਆਮ ਗੱਲ ਹੈ। ਹੁਣ ਦੇਖਿਆ ਵੀ ਇੱਕ ਪਾਰਟੀਕੂਲਰ ਹਸਪਤਾਲ, ਇੱਕੋ ਹੀ ਹਸਪਤਾਲ ਦੇ ਵਿੱਚੋਂ ਜਿਹੜੇ ਮਰੀਜ਼ ਨੇ ਉਹ 4-4 ਦਿਨ 'ਚ ਨੈਗੇਟਿਵ ਹੋ ਰਹੇ ਨੇ। ਅਸਲ ਦੇ ਵਿੱਚ ਫਿਰ ਉੱਥੇ ਇਹ ਦੇਖਿਆ ਗਿਆ ਵੀ ਅਮੀਰ ਬੰਦਿਆਂ ਨੂੰ ਹਸਪਤਾਲ ਵਾਲੇ ਲੈਬੋਰਟਰੀ ਦੇ ਨਾਲ ਮਿਲ ਕੇ ਉਹਨਾਂ ਨੂੰ ਅਸਲ 'ਚ ਕਰੋਨਾ ਹੁੰਦਾ ਨਹੀਂ ਸੀ, ਉਹਨਾਂ ਨੂੰ ਕਰੋਨਾ ਪੋਜ਼ਿਟਿਵ ਦੇ ਦਿੰਦੇ ਸੀ। ਫਿਰ ਉਹਨਾਂ 5 ਲੱਖ, 10 ਲੱਖ, 15 ਲੱਖ, 17 ਲੱਖ ਦਾ ਪੈਕੇਜ ਕੀਤਾ ਜਾਂਦਾ ਸੀ ਵੀ ਤੇਰੇ ਸਾਰੇ ਪਰਿਵਾਰ ਦਾ ਅਸੀਂ ਇਲਾਜ ਕਰਾਂਗੇ। ਸਾਰੇ ਪਰਿਵਾਰ ਨੂੰ ਦਾਖਲ ਕਰਕੇ ਜਾਂ ਪਰਿਵਾਰ ਦੇ ਜਿਹੜੇ ਬੰਦਿਆਂ ਨੂੰ ਕਿਹਾ ਜਾਂਦਾ ਉਹਨਾਂ ਨੂੰ ਦਾਖਲ ਕਰਕੇ ਉਹਨਾਂ ਕੋਲੋਂ ਮੋਟੀ ਰਕਮ ਲੁੱਟੀ ਜਾਂਦੀ ਸੀ ਤੇ 4 ਦਿਨ ਬਾਅਦ ਇਹ ਖਬਰ ਲਵਾ ਦਿੱਤੀ ਜਾਂਦੀ ਸੀ ਵੀ ਇਹ ਬੰਦਾ ਕਰੋਨਾ ਨੈਗੇਟਿਵ ਹੋ ਗਿਆ। ਜ਼ਰੂਰਤ ਹੈ ਉਸ ਨੌਜਵਾਨ ਦੀ, ਮੰਨੇ ਦੀ, ਉਹਨੇ ਆਪਣੇ ਲਾਈਵ ਪ੍ਰੋਗਰਾਮ, ਆਪਣੀ ਜ਼ਿੰਦਗੀ ਨੂੰ ਖਤਰੇ ਦੇ ਵਿੱਚ ਪਾ ਕੇ, ਕਿਉਂਕਿ ਇਹੋ ਜਿਹੇ ਬੰਦਿਆਂ ਦੇ ਜਿਹੜੇ ਸਰਕਾਰੇ ਦੁਆਰੇ ਵੀ ਲਿੰਕ ਹੁੰਦੇ ਆ, ਇਹੋ ਜਿਹੇ ਬੰਦਿਆਂ ਦੇ ਗੁੰਡਿਆਂ ਨਾਲ ਵੀ ਲਿੰਕ ਹੁੰਦੇ ਆ, ਇਹੋ ਜਿਹੇ ਬੰਦੇ ਆਪ ਹੀ ਹਿੰਮਤ ਰੱਖਦੇ ਹੁੰਦੇ ਵੀ ਕੋਈ ਨਹੀਂ, ਸਾਡੇ ਕੋਲ ਬੜੇ ਰੁਪਈਏ ਨੇ, ਤੇਰੇ ਉੱਤੇ ਲਾ ਦਿਆਂਗੇ। ਉਹਨੇ ਉਸ ਲੈਬੋਰਟਰੀ ਦੇ ਸਾਹਮਣੇ ਖੜੇ ਹੋ ਕੇ ਜਿਨ੍ਹਾਂ ਪਰਿਵਾਰਾਂ ਨਾਲ ਠੱਗੀ ਹੋਈ ਸੀ, ਇੱਥੋਂ ਤੱਕ ਕਿ ਇੱਕ ਬੱਚੀ ਸਾਡੀ ਗਰਭਵਤੀ ਸੀ, ਉਹਨੂੰ ਕਰੋਨਾ ਪੋਜ਼ਿਟਿਵ ਦੇ ਦਿੱਤਾ। ਤੇ ਉਸ ਬੱਚੀ ਨੇ ਜਿਹੜੇ 5-7 ਦਿਨ ਜਦੋਂ ਉਹਦੇ ਮਨ ਤੇ ਅਸਰ ਹੋਇਆ, ਉਹਦਾ ਕੀ ਹਾਲ ਹੋਇਆ ਹੋਊਗਾ। ਉਹਦੇ ਪੇਟ ਦੇ ਜਦੋਂ ਅਸੀਂ ਤੱਤਾ ਠੰਡਾ ਸਾਡੇ ਸਰੀਰ ਤੇ ਖੁਸ਼ੀ ਤੇ ਗਮੀ ਜਿਹੜੀ ਹੈ ਉਹਦਾ ਪੇਟ ਵਾਲੇ ਬੱਚੇ ਤੇ ਜ਼ਰੂਰ ਅਸਰ ਹੁੰਦਾ ਹੈ।
ਉਹਦਾ ਕੀ ਹਾਲ ਹੋਇਆ ਹੋਵੇਗਾ। ਮੰਨੇ ਨੇ ਉੱਥੇ ਖੜਾ ਹੋ ਕੇ ਲਾਈਵ ਕੀਤਾ, ਇਹਦਾ ਪਰਦਾਫਾਸ਼ ਕੀਤਾ, ਔਰ ਉਹਨੇ ਇੰਨਾ ਪ੍ਰੈਸ਼ਰ ਬਣਾ ਦਿੱਤਾ ਅੰਮ੍ਰਿਤਸਰ ਸਾਹਿਬ ਦੇ ਜਿਹੜਾ ਪ੍ਰਸ਼ਾਸਨ ਹੈ ਉਹਨਾਂ ਨੂੰ ਇਹਦੀ ਇਨਕੁਆਇਰੀ ਕਰਨੀ ਪਈ। ਤੇ ਹਸਪਤਾਲ ਦੇ ਉੱਤੇ ਜਦੋਂ ਪਰਚਾ ਦਰਜ ਹੋ ਗਿਆ ਉਸ ਤੋਂ ਬਾਅਦ ਬਹੁਤ ਕੁਝ ਜਿਹੜਾ ਸੱਚ ਸਾਹਮਣੇ ਆਇਆ ਉਹ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਸੱਚ ਸੀ ਕਿ ਇੰਨੇ ਘਟੀਆ ਹੋ ਸਕਦੇ ਨੇ ਇਹ ਛੋਟੇ ਰੱਬ, ਜਿਨ੍ਹਾਂ ਨੇ ਅੱਜ ਦੇ ਸਮੇਂ ਦੇ ਵਿੱਚ ਮਨੁੱਖਤਾ ਦੀ ਸੇਵਾ ਕਰਨੀ ਹੈ। ਉਹਨਾਂ ਦੀ ਵੱਡੀ ਜ਼ਿੰਮੇਵਾਰੀ ਬਣਦੀ ਆ ਕਰੋਨਾ ਵਾਰੀਅਰ ਬਣ ਕੇ ਸਾਹਮਣੇ ਆਉਣਾ ਸੀ। ਉਹ ਬੰਦਿਆਂ ਨੂੰ ਜਿੱਥੇ ਮਾਨਸਿਕ ਤੌਰ ਤੇ ਉਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ, ਹੁਣ ਜਿਹੜੇ ਬੰਦੇ ਨੂੰ ਕਰੋਨਾ ਪੋਜ਼ਿਟਿਵ ਕਹਿ ਦਿੱਤਾ ਉਹਦੀ ਮਾਨਸਿਕ ਲੈਵਲ ਕੀ ਹੋਵੇਗਾ, ਉਹਦੇ ਪਰਿਵਾਰ ਦੇ ਲੋਕ ਉਹਨੂੰ ਨਹੀਂ ਮਿਲ ਸਕਦੇ, ਉਹਦੇ ਰਿਸ਼ਤੇਦਾਰ ਉਹਨੂੰ ਨਹੀਂ ਮਿਲ ਸਕਦੇ। ਉਹ ਇੱਕ ਤਰ੍ਹਾਂ ਦਾ ਪਿੰਜਰੇ 'ਚ ਬੰਦ ਪੰਛੀ ਵਾਲਾ ਉਹਦਾ ਹਾਲ ਕਰ ਦਿੱਤਾ ਜਾਂਦਾ ਵੀ ਤੂੰ ਹੁਣ ਸਾਡੇ ਰਹਿਮੋ ਕਰਮ ਤੇ ਆ। ਤੇ ਉਹ ਡਾਕਟਰਾਂ ਨੇ ਇੰਨਾ ਜਲੂਸ ਕੱਢ ਦਿੱਤਾ ਕਿ ਅੱਜ ਉਸ ਤੋਂ ਬਾਅਦ ਜਿਹੜੀ ਇਨਕੁਆਇਰੀਆਂ ਹੋਣੀਆਂ ਸ਼ੁਰੂ ਹੋਈਆਂ ਤੇ ਕਰੋਨਾ ਦਾ ਅਸਲੀ ਸੱਚ ਕਿ ਬਹੁਤੇ ਡਾਕਟਰ ਜਿਹੜੇ ਡਾਕਟਰਾਂ ਨੇ ਮਿਹਨਤ ਨਾਲ ਕੰਮ ਕੀਤਾ, ਨਵਾਂਸ਼ਹਿਰ ਜ਼ਿਲ੍ਹੇ ਦੇ ਡਾਕਟਰਾਂ ਨੂੰ ਸਲੂਟ ਆ, ਉਹਨਾਂ ਨੇ ਆਪਣੇ ਜ਼ਿਲ੍ਹੇ ਵਿੱਚੋਂ 2 ਵਾਰੀ ਇਹ ਅਨਾਉਂਸਮੈਂਟ ਕਰ ਦਿੱਤੀ ਵੀ ਨਹੀਂ ਅਸੀਂ ਆਪਣਾ ਪੂਰਾ ਜ਼ਿਲ੍ਹਾ ਕਰੋਨਾ ਮੁਕਤ ਕਰਤਾ। ਉਹਨਾਂ ਨੇ ਕਰ ਵੀ ਦਿੱਤਾ ਸੀ। ਹੁਣ ਨਵੇਂ ਕੇਸ ਬਾਹਰੋਂ ਆ ਜਾਂਦੇ, ਇਹ ਤੇ ਡਾਕਟਰਾਂ ਦੀ ਬਸ ਦੀ ਗੱਲ ਨਹੀਂ ਹੈ, ਪਰ ਉਹਨਾਂ ਨੇ ਨਵਾਂਸ਼ਹਿਰ ਜ਼ਿਲ੍ਹੇ ਨੂੰ ਕੰਪਲੀਟਲੀ ਕਰੋਨਾ ਮੁਕਤ ਕਰ ਦਿੱਤਾ। ਉੱਥੋਂ ਦੇ ਇੱਕ ਗੁਰਦੁਆਰਾ ਸਾਹਿਬ ਦਾ ਵੀ ਰੋਲ ਹੈ। ਉਸ ਗੁਰਦੁਆਰਾ ਸਾਹਿਬ ਨੇ ਬੰਦਿਆਂ ਦੀ ਇਮਿਊਨਿਟੀ ਬੂਸਟ ਕਰਨ ਦੇ ਲਈ ਉਹਨਾਂ ਨੂੰ ਡਰਿੰਕ ਬਣਾ ਕੇ ਭੇਜੀਆਂ ਤੇ ਪ੍ਰਸ਼ਾਦਾ ਪਾਣੀ ਵੀ ਭੇਜਿਆ। ਇਹ ਵੱਡੀ ਗੱਲ ਹੈ। ਪਰ ਅੰਮ੍ਰਿਤਸਰ ਸਾਹਿਬ ਦੀ ਜਿਹੜੀ ਘਟਨਾ ਆ ਇਹ ਬਹੁਤ ਹੀ ਮੰਦਭਾਗੀ ਘਟਨਾ, ਜਿਹਨੂੰ ਮੰਨੇ ਨੇ ਨੰਗਾ ਕੀਤਾ ਕਿ ਕਿਵੇਂ ਲੈਬੋਰਟਰੀ ਤੇ ਹਸਪਤਾਲ ਬਣਾ ਜਿਹੜੇ ਵਾਲੇ ਲੋਕ ਨੇ ਆਮ ਅਮੀਰ ਬੰਦਿਆਂ ਨੂੰ ਲੱਭ ਕੇ ਲੁੱਟਦੇ ਸੀ, ਜਿਹੜਾ ਉਹਨਾਂ ਦੇ ਹਸਪਤਾਲ ਵਿੱਚ ਆ ਜਾਵੇ। ਹੁਣ ਜਦੋਂ ਇਹ ਖਬਰ ਲੱਗੀ ਇਹਦਾ ਅਸਰ ਕੀ ਹੁੰਦਾ ਬਲਦੇਵ ਜੀ? ਅਸਰ ਇਹ ਹੁੰਦਾ ਵੀ ਨਹੀਂ ਉਸ ਹਸਪਤਾਲ ਤੋਂ ਤੇ ਕਰੋਨਾ ਮਰੀਜ਼ ਜਲਦੀ ਠੀਕ ਹੋ ਗਿਆ, ਸਾਡੇ ਕਿਤੇ ਬੰਦੇ ਨੂੰ ਕਰੋਨਾ ਤਾਂ ਨਹੀਂ, ਉਸ ਹਸਪਤਾਲ ਨੂੰ ਲੋਕ ਭੱਜਦੇ ਆ, ਆਮ ਮਸ਼ਹੂਰੀ ਇਦਾਂ ਹੋ ਜਾਂਦੀ ਹੈ। ਤੇ ਹੁਣ ਇਹਨਾਂ ਉਸ ਹਸਪਤਾਲ ਦੇ ਖਿਲਾਫ ਤੇ ਉਸ ਲੈਬੋਰਟਰੀ ਵਾਲੇ ਦੇ ਖਿਲਾਫ ਪਰਚਾ ਜਿਹੜਾ ਦਰਜ ਹੋ ਚੁੱਕਿਆ। ਤੇ ਇਹੋ ਜਿਹੇ ਬੰਦੇ ਮੈਨੂੰ ਲੱਗਦਾ ਅਦਾਲਤਾਂ ਵਿੱਚੋਂ ਫਿਰ ਪੈਸੇ ਪੂਸੇ ਦੇ ਕੇ ਗਵਾਹਾਂ ਦੀ ਜਿਹੜੀ ਕਮੀ ਦੇ ਕਰਕੇ ਬਚ ਜਾਂਦੇ ਹੁੰਦੇ ਆ, ਕਿਉਂਕਿ ਇਹ ਬਹੁਤ ਵੱਡਾ ਇੱਕ ਨੈਕਸਸ ਆ ਜਿਹੜਾ ਸਾਹਮਣੇ ਆਇਆ ਸੀ। ਤੇ ਜਿਹੜੀ ਜਿੰਦੂ ਵਾਲੀ ਗੱਲ ਤੁਸੀਂ ਕੀਤੀ ਹੈ, ਮੰਨੇ ਵਾਲੀ ਗੱਲ, ਜਿੰਦੂ ਨੇ ਜਿਹੜੀ ਗੱਲ ਲੋਕਾਂ ਦੇ ਸਾਹਮਣੇ ਸੱਚ ਲਿਆਂਦਾ, ਦੇਖੋ ਮੈਂ ਇਸ ਗੱਲ ਦੇ ਖਿਲਾਫ ਨਹੀਂ ਹਾਂ। ਜਿਹੜਾ ਬੰਦੇ ਨੇ ਦਵਾਈਆਂ ਵੇਚਣੀਆਂ ਨੇ ਉਹਦਾ ਪ੍ਰੋਫਿਟ ਲੈਣਾ ਤੇ ਹੱਕ ਹੈ ਜੀ। 7 ਰੁਪਏ ਦੀ ਦਵਾਈ ਦੇ ਉੱਤੇ ਜੇ 20% ਵੀ ਪਾ ਲਿਆ ਜਾਵੇ ਤੇ 1.5 ਰੁਪਈਆ ਪੈਂਦਾ, ਤੇ ਉਸ 1.5 ਰੁਪਈਏ ਨਾਲ ਜੇ 30% ਵੀ ਪਾ ਲਓ ਤੇ 2 ਰੁਪਈਏ ਪੈ ਗਏ। ਮਤਲਬ ਜੇ 30% ਤੇ ਦਵਾਈਆਂ ਵੇਚੀਆਂ ਜਾਣ, ਸ਼ਾਮ ਨੂੰ 5000 ਦੀ ਸੇਲ ਹੈ ਤੇ ਬੰਦੇ ਨੂੰ 1500 ਰੁਪਈਆ ਬਚ ਜਾਂਦਾ। ਮੇਰੇ ਖਿਆਲ 'ਚ ਛੋਟੀ ਆਮਦਨੀ ਨਹੀਂ ਹੈ ਪੰਜਾਬ ਦੇ ਹਿਸਾਬ ਦੇ ਨਾਲ। ਇੱਥੇ ਤਾਂ 7 ਰੁਪਈਏ ਦੀ ਦਵਾਈ 240 ਰੁਪਏ ਪ੍ਰਿੰਟ ਕੀਤਾ ਹੋਇਆ, ਇਹ ਵੀ ਇੱਕ ਨੈਕਸਸ ਹੀ ਹੈ, ਇਹ ਵੀ ਇੱਕ ਮਾਫੀਆ ਆ। ਸਵਾਲ ਇਹ ਖੜਾ ਹੁੰਦਾ, ਆਜ਼ਾਦ ਭਾਰਤ ਦੇ ਅੰਦਰ 7 ਰੁਪਈਏ ਦੀ ਦਵਾਈ ਕੰਪਨੀ ਵੇਚਦੀ ਹੈ, ਇਹਦਾ ਮਤਲਬ ਕੰਪਨੀ ਦੀ ਕਾਸਟ ਆਫ ਪ੍ਰੋਡਕਸ਼ਨ ਜਿਹੜੀ ਉਹ 7 ਰੁਪਏ ਤੋਂ ਘੱਟ ਆ। ਕੰਪਨੀ ਵੀ ਤਾਂ ਪ੍ਰੋਫਿਟ ਲੈ ਕੇ ਵੇਚਦੀ ਹੈ। ਇਹਦਾ ਮਤਲਬ ਹੈ ਜਿਹੜੀ ਦਵਾਈ ਕੰਪਨੀ ਨੂੰ 5 ਰੁਪਏ 'ਚ, 4 ਰੁਪਏ ਜਾਂ 2 ਰੁਪਏ 'ਚ ਪੈਂਦੀ ਹੈ, ਉਸ ਦਵਾਈ ਨੂੰ 202 ਰੁਪਏ 'ਚ ਵੇਚਣਾ। ਮਤਲਬ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਜਿਹੜਾ ਪੰਜਾਬ ਦੇ ਅੰਦਰ ਮਾਫੀਆ, ਪੰਜਾਬ ਦੇ ਅੰਦਰ ਨਹੀਂ ਆਲ ਓਵਰ ਇੰਡੀਆ ਹੀ ਇਹ ਹਾਲ ਹੋ ਰਿਹਾ। ਦਵਾਈਆਂ ਦੇ ਉੱਤੇ ਬਹੁਤ ਵੱਡਾ ਮਾਫੀਆ ਜਿਹੜਾ ਮੈਡੀਕਲ ਮਾਫੀਆ ਹੈ, ਤੇ ਆਪਾਂ ਹੋਰ ਅੱਗੇ ਵੀ ਗੱਲ ਕਰਨੀ ਹਜੇ। ਬਹੁਤ ਹੀ ਅਤ ਨਿੰਦਣਯੋਗ ਗੱਲ ਆ ਬੰਦਿਆਂ ਦੀਆਂ ਲਾਸ਼ਾਂ ਦੇ ਉੱਤੇ ਸਿਆਸਤ ਕਰਨੀ, ਬੰਦਿਆਂ ਨੂੰ ਮਨੋਵਿਗਿਆਨਕ ਤੌਰ ਤੇ ਡਰਾ ਕੇ ਲੁੱਟਣਾ, ਦਵਾਈਆਂ ਦੇ ਨਾਂ ਤੇ ਲੁੱਟਣਾ। ਔਰ ਉਹ ਦਵਾਈਆਂ ਜਿਹੜੀਆਂ ਅਸਲ ਦੇ ਵਿੱਚ ਜੇ ਕਿਸੇ ਮੁਲਕ ਨੇ ਤਰੱਕੀ ਕਰਨੀ ਹੋਵੇ ਬਲਦੇਵ ਜੀ, ਉਸ ਮੁਲਕ ਦੇ ਵਿੱਚ ਐਜੂਕੇਸ਼ਨ ਫ੍ਰੀ ਚਾਹੀਦੀ ਹੈ, ਉਸ ਮੁਲਕ ਦੇ ਅੰਦਰ ਪਾਵਰ ਸਸਤੀ ਚਾਹੀਦੀ ਆ। ਪਾਵਰ ਦਾ ਮਤਲਬ ਪੈਟਰੋਲੀਅਮ ਤੇ ਬਿਜਲੀ, ਜਿਹੜੇ ਪਾਵਰ ਸੋਰਸਸ ਨੇ ਉਹ ਸਸਤੇ ਚਾਹੀਦੇ ਨੇ, ਤੇ ਉਸ ਮੁਲਕ ਦੇ ਵਿੱਚ ਐਜੂਕੇਸ਼ਨ ਮੁਫਤ ਚਾਹੀਦੀ ਹੈ। ਕੰਟਰੀ ਨੂੰ ਤਰੱਕੀ ਕਰਨ ਦੇ ਲਈ ਸਿਹਤ ਸੇਵਾਵਾਂ, ਐਜੂਕੇਸ਼ਨ ਤੇ ਪਾਵਰ, ਤਿੰਨਾਂ ਚੀਜ਼ਾਂ ਦੀ ਲੋੜ ਹੈ। ਤੇ ਭਾਰਤ ਦੇ ਅੰਦਰ ਤਿੰਨੇ ਖੋਲੀਆਂ ਗਈਆਂ, ਲੁੱਟ ਮਚਾਈ ਹੋਈ ਹੈ। ਗਰੀਬ ਦਾ ਬੱਚਾ ਡਾਕਟਰ ਨਹੀਂ ਬਣ ਸਕਦਾ, ਚਾਹੇ ਉਹ 100% ਨੰਬਰ ਲੈ ਕੇ ਆ ਜਾਵੇ, 95% ਨੰਬਰ ਲੈ ਕੇ ਆ ਜਾਵੇ। ਇਵੇਂ ਹੀ ਸਿਹਤ ਸੇਵਾਵਾਂ ਦੇ ਵਿੱਚ ਪੰਜਾਬ ਦੇ ਅੰਦਰ ਅੱਜ ਘਰ ਘਰ ਮਰੀਜ਼ ਪਏ ਨੇ, ਕਰੋਨਾ ਨੂੰ ਛੱਡ ਕੇ ਵੀ। ਕਰੋਨਾ ਦੇ ਨਾਂ ਤੇ ਲੁੱਟ, ਦਵਾਈਆਂ ਦੇ ਨਾਂ ਤੇ ਲੁੱਟ, ਡਾਕਟਰਾਂ ਦੀ ਹਸਪਤਾਲਾਂ 'ਚ ਲੁੱਟ, ਸਰਜਰੀਆਂ ਦੇ ਨਾਂ ਤੇ ਲੁੱਟ, ਨਕਲੀ ਆਪਰੇਸ਼ਨਾਂ ਦੇ ਨਾਂ ਤੇ ਲੁੱਟ, ਮਾੜੇ ਮੋਟੇ ਬੁਖਾਰ ਨਾਲ ਦਾਖਲ ਕਰਨ ਤੇ ਲੁੱਟ। ਕਿੰਨੀਆਂ ਲੁੱਟਾਂ ਦੀ ਗੱਲ ਕਰੀਏ। ਮੈਡੀਕਲ ਸਟਾਫ
ਜਿਹੜੇ ਚੰਗੇ ਨੇ, ਮਾਫ ਕਰਨਾ, ਉਹਨਾਂ ਨੂੰ ਮੈਂ ਸਲੂਟ ਕਰਦਾ, ਉਹ ਮੇਰੇ ਸਤਿਕਾਰਯੋਗ ਨੇ। ਪਰ ਇਸ ਮੈਡੀਕਲ ਸਟਾਫ ਦਾ ਵੱਡਾ ਹਿੱਸਾ ਜਿਹੜਾ ਉਹ ਹਾਰਟਲੈਸ ਹੋ ਗਿਆ, ਉਹ ਹਵਾਨੀਅਤ ਦਾ ਨਾਚ ਨੱਚ ਰਹੇ ਨੇ, ਉਹ ਆਮ ਲੋਕਾਂ ਦਾ ਖਚੂਮਰ ਕੱਢ ਰਹੇ ਨੇ। ਪੰਜਾਬ ਦੇ ਅੰਦਰ ਘਰ ਘਰ ਮਰੀਜ਼ ਪਏ ਨੇ, ਇੱਥੋਂ ਤੱਕ ਕਿ ਪੰਜਾਬ ਦੇ ਲੋਕ ਜਿਹੜੇ ਮਾਝੇ ਦੇ ਵਿੱਚੋਂ ਕੈਂਸਰ ਦਾ ਇਲਾਜ ਬਾਹਰ ਕਰਾਉਣ ਜਾ ਰਹੇ ਨੇ। ਮੰਨੇ ਨੇ ਬਹੁਤ ਵੱਡਾ ਕੰਮ ਕੀਤਾ ਜੀ, ਉਹਨੇ ਇਸ ਨੈਕਸਸ ਨੂੰ, ਇਸ ਮਾਫੀਏ ਨੂੰ ਨੰਗਾ ਕੀਤਾ। ਦੂਜਾ, ਦਵਾਈਆਂ ਦੇ ਉੱਤੇ ਕੀ ਹੋ ਰਿਹਾ ਸੀ, ਜਿੰਦੂ ਨੇ ਇੱਕ ਪ੍ਰੋਜੈਕਟ ਸ਼ੁਰੂ ਕਰ ਦਿੱਤਾ। ਮੈਂ ਇਸ ਗੱਲ ਨੂੰ ਦੁਬਾਰਾ ਰਿਪੀਟ ਕਰ ਦਵਾਂ ਕਿ ਜਿਹੜੀ ਟ੍ਰੇਡਿੰਗ ਹੈ, ਮਤਲਬ ਹੋਲਸੇਲ ਚੀਜ਼ਾਂ ਲਿਆ ਕੇ ਰਿਟੇਲ ਚ ਵੇਚ ਕੇ ਪ੍ਰੋਫਿਟ ਤੇ ਲੈਣਾ ਚਾਹੀਦਾ, ਲੇਕਿਨ ਉਸ ਪ੍ਰੋਫਿਟ ਦਾ ਅਸਲ ਜਿੱਥੇ ਸਰਕਾਰ ਦੀ ਵੀ ਨੈਗਲੀਜੈਂਸੀ ਹੈ। ਸਰਕਾਰ ਕਿਉਂ ਪ੍ਰਿੰਟ ਕਰਨ ਦਿੰਦੀ ਹੈ, ਸਰਕਾਰ ਕਿਉਂ ਵੱਧ ਰੇਟਾਂ ਤੇ ਵੇਚਣ ਦਿੰਦੀ ਹੈ? ਜੇ ਮੰਨ ਲਓ ਕੰਪਨੀਆਂ ਨੇ ਪ੍ਰਿੰਟ ਵੀ ਕੀਤਾ ਹੋਇਆ ਦਵਾਈਆਂ ਦੀ ਇੱਕ ਲਿਸਟ ਹੈ, ਵੱਧ ਤੋਂ ਵੱਧ 100 ਦਵਾਈਆਂ ਜਾਂ 200 ਦਵਾਈਆਂ ਹੀ ਇਸ ਇੱਕ ਦੁਕਾਨ ਚ 200 ਕਿਸਮ ਦੀਆਂ ਦਵਾਈਆਂ ਹੀ ਹੋ ਸਕਦੀਆਂ ਨੇ। ਉਸ ਅੱਜ ਕੱਲ ਤੇ ਕੰਪਿਊਟਰ ਹੈ, ਲਿਸਟਾਂ ਬਾਹਰ ਲਵਾ ਦੇਣੀਆਂ ਚਾਹੀਦੀਆਂ, ਕੰਪਿਊਟਰਾਈਜ਼ ਕਰ ਦੇਣਾ ਚਾਹੀਦਾ, ਵੈਬਸਾਈਟ ਬਣਾ ਦੇਣੀ ਚਾਹੀਦੀ ਹੈ ਕਿ ਹਰੇਕ ਬੰਦਾ ਦਵਾਈ ਦੀ ਅਸਲੀ ਪ੍ਰਾਈਸ ਜਿਹੜੀ ਆ ਆਪਣੇ ਘਰੋਂ ਦੇਖ ਕੇ ਜਾਵੇ। ਅੱਜ ਮੋਬਾਈਲ ਸਭ ਦੇ ਹੱਥ ਦੇ ਵਿੱਚ ਹੈ। ਇਹਦੇ ਪੱਖੋਂ ਮਤਲਬ ਸਰਕਾਰ 100% ਫੇਲ ਹੈ, ਤੇ ਇਹ ਜਿਹੜਾ ਮਾਫੀਆ ਆ ਇਹ ਸਰਕਾਰਾਂ ਨਾਲ ਮਿਲਿਆ ਹੋਇਆ ਕਿ ਫੰਡ ਤੇ ਤੁਸੀਂ ਤੇ ਮੈਂ ਫੰਡ ਕੀ ਦੇਣਾ, ਸਾਡਾ ਤੇ ਆਪਣਾ ਪਰਿਵਾਰ ਚਲਾਉਣਾ ਮੁਸ਼ਕਲ ਹੋ ਜਾਂਦਾ ਜੀ। ਬਿਲਕੁਲ ਖਾਲਸਾ ਜੀ, ਜਦੋਂ ਤੁਸੀਂ ਫੰਡ ਦੀ ਗੱਲ ਕਰਦੇ ਆ ਤਾਂ ਮੇਰੇ ਦਿਮਾਗ ਦੇ ਵਿੱਚ ਇੱਕ ਹੋਰ ਸਵਾਲ ਆਉਂਦਾ। ਉਹ ਸਵਾਲ ਇਹ ਆ ਵੀ ਅੱਜ ਕੱਲ ਤੁਸੀਂ ਦੇਖਿਆ ਵੀ ਸੋਸ਼ਲ ਮੀਡੀਆ ਦੇ ਉੱਤੇ NGOs ਨੂੰ ਲੈ ਕੇ ਬਹੁਤ ਸਾਰੇ ਏਦਾਂ ਦੂਸ਼ਣਬਾਜ਼ੀ ਹੋ ਰਹੀ ਆ। ਬਹੁਤ ਸਾਰੀਆਂ ਸੰਸਥਾਵਾਂ ਨੂੰ ਮੈਂ ਜਾਣਦਾ ਜਿਹੜੀਆਂ ਗਾਹੇ ਬਗਾਹੇ ਇੱਕ ਦੂਜੇ ਤੇ ਦੋਸ਼ ਲਾਉਂਦੀਆਂ ਆ ਕਿ ਦੇਖੋ ਜੀ, ਮਤਲਬ ਬਿਮਾਰੀਆਂ ਦੇ ਨਾਮ ਉੱਤੇ, ਗਰੀਬੀ ਦੇ ਨਾਮ ਉੱਤੇ, ਭੁੱਖਮਰੀ ਦੇ ਨਾਮ ਉੱਤੇ ਜਿਹੜਾ ਪੈਸਾ ਇਕੱਠਾ ਕੀਤਾ ਜਾਂਦਾ ਤੇ ਉਸ ਪੈਸੇ ਦਾ ਮਿਸਯੂਜ਼ ਕੀਤਾ ਜਾਂਦਾ। ਮੈਨੂੰ ਏਦਾਂ ਲੱਗਦਾ ਵੀ ਕਰੋਨਾ ਦੇ ਨਾਮ ਉੱਤੇ ਅਸੀਂ ਲੰਗਰ ਲਗਾਏ, ਅਸੀਂ ਬਾਹਰੋਂ NRIs ਨੇ ਬਹੁਤ ਪੈਸਾ ਭੇਜਿਆ, ਪਿੰਡਾਂ ਦੇ ਵਿੱਚ ਮਦਦ ਕੀਤੀ, ਜਾਂ ਮਤਲਬ ਉਹ ਜਿਹੜੇ NGO ਚਲਾਉਂਦੇ ਆ ਉਹਨਾਂ ਦੀ ਮਦਦ ਕੀਤੀ ਆ। ਕਿ ਤੁਹਾਨੂੰ ਨਹੀਂ ਏਦਾਂ ਲੱਗਦਾ ਵੀ ਇਹ ਜਿਹੜਾ ਪੈਸਾ ਆ ਜਿਹੜੇ ਲੋਕ ਭੇਜਦੇ ਆ ਵੀ ਉਹਦਾ ਜਿਹੜਾ ਮਿਸਯੂਜ਼ ਹੋ ਰਿਹਾ, ਬਜਾਏ ਇਹਦੇ ਕਿ ਅਸੀਂ ਆਪਣੇ ਤੌਰ ਉੱਤੇ ਕੋਈ ਏਦਾਂ ਦੀਆਂ ਸੰਸਥਾਵਾਂ ਬਣਾ ਕੇ ਪਹਿਲਾਂ ਪੈਸੇ ਇਕੱਠੇ ਕਰੀਏ, ਫਿਰ ਜਿਹੜਾ ਹੈਗਾ ਇੱਕ ਦੂਜੇ ਨਾਲ ਉਲਝੀਏ ਵੀ ਤੂੰ ਇੰਨੇ ਪੈਸੇ ਖਾ ਲਿਆ, ਤੂੰ ਹਿਸਾਬ ਨਹੀਂ ਦਿੱਤਾ, ਤੂੰ ਆਹ ਨਹੀਂ ਕੀਤਾ, ਕਿ ਅਸੀਂ ਸਰਕਾਰਾਂ ਕੋਲੋਂ ਮੰਗ ਕਰੀਏ। ਅਸੀਂ ਸਰਕਾਰਾਂ ਕੋਲੋਂ ਮੰਗਦੇ ਕੀ ਆ? ਧਰਮ ਦੇ ਨਾਮ ਤੇ ਲੜਾਈ ਲੜੀ ਜਾ ਰਹੀ ਆ। ਸਰਕਾਰਾਂ ਦੀ ਕਿਹੜੀ ਡਿਊਟੀ ਰਹਿ ਜਾਂਦੀ ਹੈ ਜੇ ਅਸੀਂ ਹੀ ਇਹ ਸਾਰੇ ਕੰਮ ਕਰਨੇ ਆ? ਮੇਰੇ ਕਹਿਣ ਦਾ ਮਤਲਬ ਇਹ ਆ, ਜੇ NGO ਬਣਾ ਕੇ ਵੀ ਅਸੀਂ ਇੱਕ ਦੂਜੇ ਉੱਤੇ ਦੂਸ਼ਣਬਾਜ਼ੀ ਕਰਨੀ ਆ ਤੇ ਉਹਦੇ ਨਾਲ ਬੈਟਰ ਇਹ ਨਹੀਂ ਕਿ ਇੱਕ ਕੈਂਪੇਨ ਚਲਾਈ ਜਾਵੇ, ਸਰਕਾਰ ਨੂੰ ਜਿਹੜਾ ਝੁਕਾਇਆ ਜਾਵੇ, ਉਹਨੂੰ ਮਜ਼ਬੂਤ ਕੀਤਾ ਜਾਵੇ। ਬਲਦੇਵ ਜੀ, ਤੁਹਾਡੀ ਗੱਲ ਬਿਲਕੁਲ ਦਰੁਸਤ ਹੈ, ਕਿਉਂਕਿ ਸਰਕਾਰਾਂ ਇਸ ਪਾਸੇ ਧਿਆਨ ਦੇਣ ਦੇ ਵਿੱਚ ਨਾਕਾਮਯਾਬ ਹੋਈਆਂ। ਔਰ ਮੈਨੂੰ ਕਹਿਣ ਦੇ ਵਿੱਚ ਕੋਈ ਗੁਰੇਜ਼ ਨਹੀਂ ਹੈ। ਉਹ ਪੰਜਾਬ ਜਿੱਥੇ ਛੋਟੀ ਛੋਟੀਆਂ ਗੱਲਾਂ ਤੇ ਜਦੋਂ ਕੋਈ ਸਰਕਾਰ ਗਲਤ ਫੈਸਲੇ ਲੈਂਦੀ ਸੀ ਤੇ ਧਰਨੇ ਲੱਗਦੇ ਹੁੰਦੇ ਸੀ, ਚਾਹੇ ਉਹ ਮਜ਼ਦੂਰਾਂ ਦਾ ਮੁੱਦਾ ਹੋਵੇ, ਚਾਹੇ ਉਹ ਕਿਸਾਨਾਂ ਦਾ ਮੁੱਦਾ ਹੋਵੇ, ਜਾਂ ਕੋਈ ਹੋਰ ਘੱਟ ਗਿਣਤੀਆਂ ਤੇ ਸਵਾਲ ਖੜਾ ਹੁੰਦਾ ਹੋਵੇ, ਤੇ ਚਾਹੇ ਉਹ ਕੋਈ ਵੀ ਗੱਲ ਸੀ। ਪਰ ਅੱਜ ਜਿਹੜੀਆਂ ਲੋਕ ਮੂਵਮੈਂਟਾਂ ਨੇ ਉਹ ਫੇਲ ਹੋ ਕੇ ਰਹਿ ਗਈਆਂ। ਮਤਲਬ ਜਿਨ੍ਹਾਂ ਪੋਲੀਟੀਕਲ ਪਾਰਟੀਆਂ ਨੇ, ਆਪੋਜੀਸ਼ਨ ਨੇ, ਆਪੋਜੀਸ਼ਨ ਦਾ ਰੋਲ ਨਿਭਾਉਣਾ ਸੀ, ਉਹ ਲਗਭਗ ਖਤਮ ਹੋ ਚੁੱਕਿਆ। ਮਤਲਬ ਉਹਨਾਂ ਦੀਆਂ ਰਿਸ਼ਤੇਦਾਰੀਆਂ ਜਿਹੜੀਆਂ ਸਰਕਾਰਾਂ ਨੇ, ਚਾਹੇ ਉਹ ਕੈਪਟਨ ਦੀ ਸਰਕਾਰ ਹੈ, ਚਾਹੇ ਉਹ ਬਾਦਲ ਸਾਹਿਬ ਦੀ ਸਰਕਾਰ ਸੀ, ਚਾਹੇ ਉਹ ਕਿਸੇ ਹੋਰ ਦੀ ਸਰਕਾਰ ਵੀ ਆ ਜਾਵੇ, ਇਹਨਾਂ ਦੀਆਂ ਜਿਹੜੀਆਂ ਆਪਸ ਵਿੱਚ ਰਿਸ਼ਤੇਦਾਰੀਆਂ ਨੇ, ਇਹਨਾਂ ਦੇ ਜਿਹੜੇ ਫਰੈਂਡਲੀ ਮੈਚ ਆ ਵੀ ਚੰਗਾ ਇੰਨਾ ਚਿਰ ਤੂੰ ਲੁੱਟ ਲਿਆ ਪੰਜਾਬ ਨੂੰ, ਬਾਕੀ ਦਾ ਸਮਾਂ ਅਸੀਂ ਹੁਣ ਲੁੱਟ ਲੈਣੇ ਪੰਜਾਬ ਨੂੰ। ਨਹੀਂ ਤੇ ਮਤਲਬ ਅੱਜ ਪੰਜਾਬ ਦੇ ਅੰਦਰ ਉੱਥੇ ਦਾ ਮੁੱਖ ਮੰਤਰੀ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਉਸ ਤੋਂ ਬਾਅਦ ਉਹ ਕਹੇ ਵੀ ਪੰਜਾਬ ਦੀ ਤੇ ਇਕੋਨਮੀ ਹੀ ਤਾਂ ਬਚ ਸਕਦੀ ਆ ਜੇ ਸ਼ਰਾਬ ਵੇਚਾਂਗੇ, ਨਹੀਂ ਤੇ ਪੰਜਾਬ ਦੀ ਇਕੋਨਮੀ ਨਹੀਂ ਬਚਣੀ। ਦੇਖੋ, ਲੋਹੜਾ ਪੈ ਜਾਵੇ, ਹਸਪਤਾਲਾਂ ਦੇ OPD ਬੰਦ, ਸਕੂਲ ਬੰਦ, ਸਰਕਾਰੀ ਦਫ਼ਤਰ ਬੰਦ, ਤੇ ਸ਼ਰਾਬ ਦੇ ਠੇਕੇ ਖੁੱਲੇ ਆ, ਇਦੋਂ ਮਾੜੀ ਗੱਲ ਕੋਈ ਹੋ ਸਕਦੀ ਆ? ਇਸ ਕਰਕੇ ਜਿਹੜੀ ਤੁਸੀਂ ਗੱਲ ਕੀਤੀ ਹੈ, NGO ਪੈਦਾ ਕਾਹਤੇ ਹੋਈਆਂ? ਕਿਉਂਕਿ ਸਰਕਾਰਾਂ ਫੇਲ ਹੋ ਗਈਆਂ। ਹੁਣ NGO ਵੀ ਜੇ ਢੰਗ ਨਾਲ ਚੱਲਦੀਆਂ ਹੋਣ, ਦੇਖੋ ਜਿਹੜਾ ਰੌਲਾ ਪਿਆ, ਮੈਂ ਉਹਦੇ ਚ ਨਾ ਤੇ ਮੈਂ ਗੋਲਡੀ ਦੇ ਹੱਕ ਵਿੱਚ ਆ, ਨਾ ਮੈਂ ਕਿਸੇ ਹੋਰ ਦੇ ਹੱਕ ਚ, ਸਿੱਧੀ ਜੀ ਗੱਲ ਹੈ। ਪਰ ਪੈਸੇ ਜਦੋਂ ਨਿੱਜੀ ਖਾਤਿਆਂ ਚ ਪਵਾਏ ਜਾਂਦੇ ਨੇ ਤੇ ਉਦੋਂ ਬੇਈਮਾਨੀ ਦਾ ਜਿਹੜਾ ਆ ਉਹ ਵੱਧ ਜਾਂਦਾ ਸਕੋਪ। ਇੱਥੇ ਤੇ ਸੰਸਥਾਵਾਂ ਤੱਕ ਤੇ ਉਂਗਲੀਆਂ ਚੁੱਕੀਆਂ ਜਾਂਦੀਆਂ ਵੀ ਉਹ ਖਰਚਾ ਬੰਦ ਕਰਦੇ ਨੇ, ਉਹਨਾਂ ਨੇ ਨਜਾਇਜ਼ ਖਰਚੇ ਪਾ ਲਏ। ਪਰ ਜੇ ਬੰਦਾ ਨਿੱਜੀ ਤੌਰ ਤੇ ਆਪਣੇ ਖਾਤੇ 'ਚ ਪੈਸੇ ਪਵਾਉਂਦਾ ਤੇ ਮਤਲਬ ਉਹ
ਇੱਕ ਮੁਲਾਜ਼ਮ ਵੀ ਆ, ਫਿਰ ਸਵਾਲ ਖੜੇ ਹੋਣੇ ਮਤਲਬ ਕੋਈ ਵੀ ਦੁੱਧ ਧੋਤਾ ਨਹੀਂ ਹੋ ਸਕਦਾ, ਇਹ ਗੱਲ ਆਮ ਪੰਜਾਬ ਦੀ ਕਹਾਵਤ ਆ। ਤੇ ਫਿਰ ਨਿੱਜੀ ਖਾਤਿਆਂ 'ਚ ਪੈਸੇ ਪਵਾਉਣੇ ਬਹੁਤ ਗੱਲ ਆ, ਜਿੱਥੋਂ ਤੱਕ ਬਹੁਤ ਵੱਡੀ ਗੱਲ ਆ, ਬਹੁਤ ਗਲਤ ਗੱਲ ਵੀ ਹੈ। ਜਿੱਥੋਂ ਤੱਕ NRI ਦਾ ਸਵਾਲ ਹੈ, ਉਹਨਾਂ ਨੂੰ ਸਲੂਟ ਹੈ। NRI ਜਿਹੜੇ ਨੇ ਉਹ ਸ਼ਰਧਾਵਾਨ ਨੇ, ਉਹ ਪੰਜਾਬ ਦਾ ਭਲਾ ਮੰਗਦੇ ਨੇ, ਪੰਜਾਬ ਦੇ ਲੋਕਾਂ ਲਈ ਜਾਂ ਆਲ ਓਵਰ ਇੰਡੀਆ ਜਿੱਥੇ ਵੀ ਜ਼ਰੂਰਤਮੰਦ ਬੈਠੇ ਨੇ। ਕਰੋੜਾਂ ਰੁਪਈਆ, ਕਰੋੜਾਂ ਨਹੀਂ ਅਰਬਾਂ ਰੁਪਈਆ ਹਰੇਕ ਸਾਲ ਜਿਹੜੇ NRI ਭਰਾ ਨੇ ਆਪਣੇ ਪੰਜਾਬ ਵਿੱਚ ਜਾਂ ਭਾਰਤ ਵਿੱਚ ਰਹਿੰਦੇ ਹੋਏ ਲੋੜਵੰਦ ਪਰਿਵਾਰਾਂ ਲਈ ਭੇਜਦੇ ਨੇ। ਇਹਦਾ ਸਾਨੂੰ ਕੋਈ ਹੋਰ ਤਰੀਕਾ ਕੱਢਣਾ ਚਾਹੀਦਾ। ਜਿਹੜੀ ਗੱਲ ਤੁਸੀਂ ਕਹੀ ਹੈ ਉਹ ਵੀ ਸਾਰਥਕ ਆ ਕਿ ਸਾਨੂੰ ਇੰਡੀਆ ਵਿੱਚ ਰਹਿੰਦੇ ਹੋਏ ਲੋਕ ਮੂਵਮੈਂਟਾਂ ਖੜੀਆਂ ਕਰਕੇ ਜਿਹੜੀਆਂ ਲੋਟੂ ਸਰਕਾਰਾਂ ਨੇ, ਜਿਹੜੀਆਂ ਠੱਗ ਸਰਕਾਰਾਂ ਨੇ, ਜਿਹੜੀਆਂ ਲੋਕ ਵਿਰੋਧੀ ਪਾਲਿਸੀਆਂ ਲੈ ਕੇ ਆਉਣ ਵਾਲੀਆਂ ਸਰਕਾਰਾਂ ਨੇ, ਉਹਨਾਂ ਨੂੰ ਨਕੇਲ ਪਾਈ ਜਾਵੇ, ਉਹਨਾਂ ਦੇ ਖਿਲਾਫ ਜਿਹੜੀ ਆ ਉਹ ਮੂਵਮੈਂਟ ਚਲਾਈ ਜਾਵੇ, ਸਰਕਾਰਾਂ ਤੇ ਦਬਾਅ ਬਣਾਇਆ ਜਾਵੇ ਵੀ ਆਹ ਜਿਹੜੀਆਂ ਫੈਸਿਲਿਟੀਜ਼ ਬਾਹਰੋਂ ਆਉਂਦੀਆਂ ਨੇ ਅਸੀਂ ਇਹਨਾਂ ਨੂੰ ਐਜੂਕੇਸ਼ਨ ਤੇ ਲਾਈਏ, ਅਸੀਂ ਇਹਨਾਂ ਨੂੰ ਕਿਸੇ ਡਿਵੈਲਪਮੈਂਟ ਤੇ ਲਾਈਏ, ਇੰਡਸਟਰੀ ਤੇ ਲਵਾਈਏ। ਤੇ ਜਿਹੜੀਆਂ ਬੇਸਿਕ ਲੋੜਾਂ ਨੇ, ਤੁਹਾਡੀ ਗੱਲ ਬਿਲਕੁਲ ਦਰੁਸਤ ਹੈ, ਮੈਂ 100% ਸਹਿਮਤ ਹਾਂ ਵੀ ਸਰਕਾਰਾਂ ਨੂੰ ਆਪਣੀ ਬਣਦੀ ਜ਼ਿੰਮੇਵਾਰੀ ਜਿਹੜੀ ਪੂਰੀ ਕਰਨੀ ਚਾਹੀਦੀ ਹੈ। NRI ਵੀਰਾਂ ਦੇ ਆਏ ਪੈਸੇ ਨੂੰ ਪੰਜਾਬ ਦੀ ਤਰੱਕੀ ਦੇ ਲਈ ਖਰਚਣਾ ਚਾਹੀਦਾ, ਨਾ ਕਿ ਕਿਸੇ ਨੂੰ ਦਵਾਈ ਦਵਾਉਣ ਲਈ, ਕਿਸੇ ਦਾ ਆਪਰੇਸ਼ਨ ਕਰਾਉਣ ਲਈ, ਕਿਸੇ ਦਾ ਇੱਕ ਕਮਰਾ ਬਣਾ ਦਿੱਤਾ, ਕਿਸੇ ਨੂੰ ਕੁਛ ਕਰ ਦਿੱਤਾ। ਇਹ ਪੈਸੇ ਐਜੂਕੇਸ਼ਨ ਤੇ, ਇੰਡਸਟਰੀ ਲਾਉਣ ਤੇ ਜਾਂ ਪੰਜਾਬ ਦੀ ਹੋਰ ਡਿਵੈਲਪਮੈਂਟ ਲਈ ਖਰਚਾ ਹੋਣਾ ਚਾਹੀਦਾ। ਸਰਕਾਰਾਂ ਦੀ ਜ਼ਿੰਮੇਵਾਰੀ ਜਿਹੜੀ ਉਹ ਬਣਦੀ ਹੈ ਕਿ ਸਰਕਾਰ ਆ ਜਿਹੜੀਆਂ ਬੇਸਿਕ ਸਹੂਲਤਾਂ ਅਸੀਂ ਬਾਹਰੋਂ ਪੂਰੀਆਂ ਕਰ ਰਹੇ ਨੇ, ਮੈਂ ਵੀ ਉਹਦੇ ਵਿੱਚ ਆਉਣਾ, ਅਸੀਂ ਵੀ ਮਾਰਕੋ ਫਾਊਂਡੇਸ਼ਨ ਤੋਂ ਕੰਮ ਕਰਦੇ ਹਾਂ। ਇਹ ਸਵਾਲ ਨੈਚੁਰਲੀ ਹੁਣ ਮੈਨੂੰ ਤੇ ਇਹ ਕਿਸੇ ਨੂੰ ਜਿਹੜੇ ਮੇਰੇ ਨਿੱਜੀ ਤੌਰ ਤੇ ਮਿੱਤਰ ਵੀ ਨੇ, ਮੈਂ ਉਹਨਾਂ ਤੋਂ ਵੀ ਫੰਡ ਮੰਗਣਾ ਜਾਂ ਜਿਹੜਾ ਆਪਣਾ ਦਸਵੰਧ ਮੈਨੂੰ ਦਿੰਦੇ ਸੀ ਸੰਸਥਾ ਨੂੰ, ਲੈਣਾ ਬੰਦ ਕੀਤਾ ਹੋਇਆ ਕਿ ਇਦਾਂ ਨਾ ਹੋਵੇ ਕੋਈ ਅਗਰ ਸਧਾਰਨ ਵੀ ਮੁਸਕਰਾ ਕੇ ਮੇਰਾ ਸਵਾਗਤ ਕਰਤਾ ਤੇ ਇਹ ਨਾ ਸਮਝੋ ਇਹ ਇੱਕ ਹੋਰ ਠੱਗ ਆ ਗਿਆ। ਮਤਲਬ ਮਾਫ ਕਰਨਾ, ਅਸੀਂ ਬਕਾਇਦਾ ਲਿਖ ਕੇ ਆਪਣੀ ਤਨਖਾਹਾਂ ਚੋਂ ਪੂਰੇ ਪਰਿਵਾਰਕ ਤੌਰ ਤੇ ਇਕੱਲਾ ਨਹੀਂ, ਜਿਹੜਾ ਦਸਵੰਧ ਗੁਰੂ ਦੇ ਨਿਮਿਤ ਬਣਦਾ ਉਹ ਸਾਡਾ ਤੇ ਹੈ ਨਹੀਂ, ਤੇ ਗੁਰੂ ਦਾ, ਗੁਰੂ ਦੀਆਂ ਸੰਗਤਾਂ ਦੇ ਲਾਉਣੇ ਆ। ਪਰ ਕਿਸੇ ਦੀ ਮੁਸਕਰਾਹਟ ਤੋਂ ਮੈਨੂੰ ਇਹ ਨਾ ਲੱਗਣ ਲੱਗ ਪਵੇ ਲੈ ਇੱਕ ਹੋਰ ਠੱਗ ਆ ਗਿਆ। ਪਹਿਲਾਂ ਜਿਹੜੇ ਸੋਸ਼ਲ ਮੀਡੀਆ ਤੇ ਰੋਜ਼ ਉਹ ਬਘੇਲ ਸਿੰਘ ਦੀ ਗੱਲ ਚੱਲਦੀ ਹੈ, ਗੋਲਡੀ ਪੀਪੀ ਦੀ ਚੱਲਦੀ ਹੈ, ਪੁਨੀਤ ਦੀ ਚੱਲਦੀ ਹੈ, ਇੱਕ ਕੋਈ ਲੜਕੀ ਹੈ ਉਹਦੀ ਚੱਲਦੀ ਹੈ, ਇਹ ਜਿਹੜੀ ਕੁੱਕੜ ਖੇ ਉੱਡ ਰਹੀ ਆ ਇਹ ਬੜੀ ਹੀ ਘਾਤਕ ਆ। ਇਹਦਾ ਜਿਹੜਾ NRI ਤੇ ਅਸਰ ਉਲਟਾ ਹੋਇਆ। ਮੈਂ ਇੱਥੇ ਇੱਕ ਹੋਰ ਗੱਲ ਕਰ ਦਵਾਂ ਕਿ ਜਿੱਥੇ ਅਸੀਂ ਵੀ ਸੇਵਾ ਨਿਭਾਉਂਦੇ ਸੀ ਮੱਧ ਪ੍ਰਦੇਸ਼ ਦੇ ਅੰਦਰ, ਇੱਕ 22 ਸਾਲ ਦਾ ਨੌਜਵਾਨ ਜਿਹੜਾ ਉਹ 4-5 ਕਰੋੜ ਰੁਪਇਆ ਇਕੱਠਾ ਕਰ ਗਿਆ, ਸਾਬਤ ਹੋ ਗਿਆ। NRI ਉੱਤੇ ਇੰਨਾ ਮਿਹਰਬਾਨ ਸੀ, ਉਹਨੇ ਫੇਕ ਵੀਡੀਓ ਬਣਾ ਕੇ ਪੈਸੇ ਇਕੱਠੇ ਕਰ ਲਏ। ਔਰ ਉਹਦੇ ਵਿੱਚੋਂ ਹੋਰ ਦੁੱਖ ਦੀ ਗੱਲ ਆ ਵੀ ਕੁਛ ਇੱਕ ਰੇਡੀਓ ਚੈਨਲ ਉਹਨਾਂ ਨੇ ਉਸ ਬੱਚੇ ਦੀ ਗੱਲ ਕਰਨ ਦੀ ਬਜਾਏ ਸਾਡੇ ਤੇ ਕੀਚੜ ਸਾੜਨਾ ਸ਼ੁਰੂ ਕਰ ਦਿੱਤਾ, ਜਦ ਕਿ ਲੋੜ ਤੇ ਇਸ ਗੱਲ ਦੀ ਸੀ ਵੀ ਜਿੱਥੇ ਮਸ਼ੀਨਰੀ ਦਾ ਪੁਰਜਾ ਢਿੱਲਾ ਆ, ਮੀਡੀਆ ਦੀ ਜ਼ਿੰਮੇਵਾਰੀ ਬਣਦੀ ਹੈ ਉਹਨੂੰ ਕੱਸੀਏ। ਪਰ ਮੀਡੀਆ ਦੇ ਅੰਦਰ ਕੁਝ ਲੋਕ ਬੈਠੇ ਨੇ, ਜਿੱਦਾਂ ਜੇ ਤੁਹਾਡੇ ਨਾਲ ਮੇਰੇ ਨਿੱਜੀ ਬਖਰੇਵੇਂ ਹੋ ਗਏ, ਤੁਸੀਂ ਸਿਧਾਂਤਕ ਗੱਲ ਛੱਡ ਕੇ ਮੇਰੇ ਖਿਲਾਫ ਹੀ ਗੱਲ ਕਰਨੀ ਸ਼ੁਰੂ ਕਰ ਦਵੋ। ਬਹੁਤ ਸੋਸ਼ਲ ਮੀਡੀਆ ਨੇ ਜਿਹੜਾ ਬਾਹਰ ਬੈਠਾ ਉਹਨੇ ਇਦਾਂ ਦਾ ਰੋਲ ਵੀ ਨਿਭਾਉਣਾ ਸ਼ੁਰੂ ਕਰ ਦਿੱਤਾ ਵੀ ਅਸੀਂ ਇੱਕ ਦੂਜੇ ਦੇ ਰਗੜੇ ਕੱਢਣ ਲੱਗ ਪਏ। ਅਸਲ 'ਚ ਅਸੀਂ ਜਿੱਥੇ ਨੁਕਸ ਪਿਆ ਉਹਨੂੰ ਦੂਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਹੈ। ਤੁਹਾਡੇ ਨਾਲ ਮੈਂ 100% ਦੁਬਾਰਾ ਕਰ ਦਵਾਂ ਕਿ ਇਹ ਰੋਲ ਜਿਹੜਾ ਆ ਇਹਨੂੰ, ਇਸ ਪੈਸੇ ਨੂੰ ਬਹੁਤ ਹੀ ਸੋਚ ਸਮਝ ਕੇ ਸੁਚੱਜੇ ਢੰਗ ਨਾਲ ਜਿੱਥੇ ਸਭ ਤੋਂ ਵੱਧ ਲੋੜ ਹੈ, ਜਿਵੇਂ ਐਜੂਕੇਸ਼ਨ ਦੀ ਤੇ ਇੰਡਸਟਰੀ ਲਾਉਣ ਦੀ, ਉੱਥੇ ਕਰਨਾ ਚਾਹੀਦਾ। ਮੈਡੀਕਲ ਦੀਆਂ ਫੈਸਿਲਿਟੀਜ਼ ਲਈ ਸਰਕਾਰ ਤੇ ਸਾਨੂੰ ਦਬਾਅ ਬਣਾਉਣਾ ਚਾਹੀਦਾ ਵੀ ਇਹ ਜਿਹੜੇ ਜੀ ਖਾਲਸਾ ਜੀ, ਤੁਸੀਂ ਜ਼ਿਕਰ ਕੀਤਾ ਸੀਗਾ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਕਹਿਣਾ ਪੈ ਗਿਆ ਵੀ ਜੇ ਅਸੀਂ ਪੰਜਾਬ ਦੀ ਆਰਥਿਕਤਾ ਨੂੰ ਬਚਾਉਣਾ ਤਾਂ ਸਾਡੇ ਲਈ ਜਿਹੜੇ ਆ ਸ਼ਰਾਬ ਦੀ ਜਿਹੜੀ ਵਿਕਰੀ ਬਹੁਤ ਜ਼ਰੂਰੀ ਹੋ ਗਈ ਹੈ। ਮੈਂ ਦੇਖਿਆ ਲਾਕਡਾਊਨ ਦੇ ਤਕਰੀਬਨ ਪਹਿਲੇ ਗੇੜ ਦੇ ਵਿੱਚ ਲੋਕ ਘਰਾਂ ਦੇ ਵਿੱਚ ਬੈਠੇ ਰਹੇ, ਕੁਛ ਲੋਕ ਬਾਹਰ ਨਿਕਲੇ, ਪੁਲਿਸ ਨੇ ਧੱਕੇਸ਼ਾਹੀ ਕੀਤੀ, ਕੁਛ ਲੋਕਾਂ ਨੇ ਧੱਕੇਸ਼ਾਹੀ ਕੀਤੀ, ਕਾਫੀ ਘਟਨਾਵਾਂ ਵਾਪਰੀਆਂ ਲਾਕਡਾਊਨ 1 ਦੇ ਵਿੱਚ। ਜਿਵੇਂ ਲਾਕਡਾਊਨ 2 ਸ਼ੁਰੂ ਹੋਇਆ ਉਹਦੇ ਵਿੱਚ ਥੋੜੀ ਜਿਹੀ ਰਿਲੈਕਸੇਸ਼ਨ ਦਿੱਤੀ ਗਈ, ਪੰਜਾਬ ਸਰਕਾਰ ਵੱਲੋਂ ਕਿਹਾ ਗਿਆ, ਔਰ ਦਿੱਲੀ ਸਰਕਾਰ ਨੇ ਵੀ ਫੈਸਲਾ ਲਿਆ ਸੀ ਠੇਕੇ ਖੋਲਣ ਦਾ। ਜੀ ਪੰਜਾਬ ਸਰਕਾਰ ਨੇ ਜਦੋਂ ਇਹ ਫੈਸਲਾ ਲਿਆ ਤਾਂ ਜਿਹੜੇ ਲੋਕ ਮੈਂ ਦੇਖਿਆ ਵੀ 3 ਹਫ਼ਤੇ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲੇ, ਜਿਨ੍ਹਾਂ ਕੋਲ ਸ਼ਰਾਬ ਖਰੀਦਣ ਦਾ ਕੋਈ ਸੋਰਸ ਨਹੀਂ ਸੀ, ਉਹ 3 ਹਫ਼ਤੇ ਦਾ ਉਹਨਾਂ ਨੇ ਕੱਢ ਲਏ ਜੀ। ਪਰ ਜਿਵੇਂ ਹੀ ਕੈਪਟਨ ਸਰਕਾਰ ਜਿਹੜਾ ਐਲਾਨ ਕਰਦੀ ਆ ਠੇਕੇ ਖੋਲਣ ਦਾ, ਤੇ ਲੋਕਾਂ ਦੀਆਂ ਲੰਬੀਆਂ ਕਤਾਰਾਂ ਵੀ ਸਿੱਧ ਕਰਦੀਆਂ
ਇਕੱਲੀਆਂ ਸਰਕਾਰਾਂ ਹੀ ਦੋਸ਼ੀ ਨਹੀਂ, ਲੋਕ ਵੀ ਬਰਾਬਰ ਦੇ ਦੋਸ਼ੀ ਆ। ਅਸੀਂ ਕਿਤੇ ਨਾ ਕਿਤੇ ਜਿਹੜੀ ਆ ਆਪਣੀ ਬਣਦੀ ਜ਼ਿੰਮੇਵਾਰੀ ਆ ਉਹ ਤੋਂ ਭੱਜੇ ਹੋਏ ਲੋਕ ਆ। ਅਸੀਂ ਸਿਰਫ ਦੂਸਰੇ ਨੂੰ ਦੋਸ਼ ਦਿੰਦੇ ਆ, ਆਪਣਾ ਦੋਸ਼ ਕਦੇ ਵੀ ਨਹੀਂ ਕਬੂਲਦੇ। ਮੇਰਾ ਪਰ ਮੰਨਣਾ ਇਹ ਆ ਵੀ ਕਿਤੇ ਨਾ ਕਿਤੇ ਜਿਹੜੇ ਲੋਕ ਹੈਗੇ ਆ ਉਹਨਾਂ ਦਾ ਵੱਧ ਰੋਲ ਰਿਹਾ, ਕਿਉਂਕਿ ਮੈਨੂੰ ਇਦਾਂ ਨਹੀਂ ਸਮਝ, ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ ਜਿੱਥੇ ਪੜ੍ਹੇ ਲਿਖੇ ਲੋਕ ਰਹਿੰਦੇ ਆ, ਜਿੱਥੇ ਵੈਲ ਐਜੂਕੇਟਡ ਲੋਕ ਆ, ਉਹਨਾਂ ਨੇ 3 ਹਫ਼ਤੇ ਕੋਈ ਉਹਨਾਂ ਨੂੰ ਪ੍ਰੋਬਲਮ ਨਹੀਂ ਰਹੀ। ਪਰ ਲੇਕਿਨ ਜਿਵੇਂ ਠੇਕੇ ਖੋਲਦੇ ਆ ਤੇ ਲੰਬੀਆਂ ਲੰਬੀਆਂ ਕਤਾਰਾਂ ਕੀ ਸਿੱਧ ਕਰਦੀਆਂ ਪਈ ਸਾਡੀ ਜਿਹੜੀ ਮਾਨਸਿਕਤਾ ਆ, ਸਾਡੀ ਜਿਹੜੀ ਆ ਸਾਡਾ ਬੌਧਿਕ ਪੱਧਰ ਕਿੰਨਾ ਉੱਚਾ ਆ। ਤੁਹਾਨੂੰ ਨਹੀਂ ਲੱਗਦਾ ਕਿ ਅਸੀਂ ਸਿਰਫ ਡਿੰਗਾ ਹੀ ਮਾਰ ਰਹੇ ਹਾਂ ਵੀ ਸਾਡੇ ਕੋਲ ਬਹੁਤ ਵੱਡਾ ਸੱਭਿਆਚਾਰ ਆ, ਅਸੀਂ ਮਤਲਬ ਗੁਰੂਆਂ ਦੀ ਧਰਤੀ ਆ ਇਹ, ਇੱਥੇ ਵੱਡੇ ਵੱਡੇ ਪੀਰ ਪੈਗੰਬਰ ਔਲੀਏ ਆਏ ਆ, ਪਰ ਉਹ ਪੀਰ ਪੈਗੰਬਰ ਔਲੀਏ ਗੁਰੂਆਂ ਦੀ ਧਰਤੀ ਉੱਤੇ ਲੋਕਾਂ ਦੀ ਆਹ ਮਾਨਸਿਕਤਾ ਦੇ ਕੇ ਤੁਹਾਨੂੰ ਲੱਗਦਾ ਕਿ ਕਿਸੇ ਸਮੇਂ ਇੱਥੇ ਗੁਰੂ ਸਾਹਿਬ ਜਿਹੜਾ ਇਹ ਗੱਲ ਕਹਿੰਦੇ ਹੋਣਗੇ ਵੀ ਜਿਹੜੇ ਨਸ਼ਿਆਂ ਦੇ ਖਿਲਾਫ ਜਿਹੜੀ ਮੁਹਿੰਮ ਚਲਾਈ ਜਾਵੇ? ਅੱਜ ਉਸ ਪੰਜਾਬ ਦਾ ਹਾਲ ਇਹ ਆ, ਜੇ ਸਰਕਾਰ ਐਲਾਨ ਕਰਦੀ ਆ ਠੇਕੇ ਖੋਲਣ ਦਾ ਤਾਂ ਲੋਕ ਉਸ ਤੋਂ ਪਹਿਲਾਂ ਠੇਕਿਆਂ ਦੇ ਉੱਤੇ ਖੜੇ ਨਜ਼ਰ ਆਉਂਦੇ ਆ। ਬਲਦੇਵ ਜੀ, ਤੁਸੀਂ ਸਵਾਲ ਬਹੁਤ ਵਧੀਆ ਕੀਤਾ। ਇਹਦਾ ਜਵਾਬ ਜਿਹੜਾ ਆ ਉਹ ਇਹ ਹੈ ਕਿ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਅੰਦਰ ਸਤਿਗੁਰੂ ਕਬੀਰ ਸਾਹਿਬ ਦੇ ਬਚਨ ਨੇ, ਸਤਿਗੁਰ ਸਾਚਾ ਕਿਆ ਕਰੇ ਜੋ ਸਿੱਖਾਂ में ਚੂਕ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਬਾਣੀ ਜਾਂ ਕੋਈ ਵੀ ਪੰਜਾਬ ਦਾ ਮਹਾਂਪੁਰਖ ਜਾਂ ਕੋਈ ਵੀ ਪੰਜਾਬ ਦਾ ਪ੍ਰਚਾਰਕ ਜਿਹਦੇ ਚ ਤੁਸੀਂ ਵੀ ਆਉਂਦੇ ਹੋ ਜੀ, ਕੀ ਅਸੀਂ ਕਦੀ ਨਸ਼ਿਆਂ ਦੀ ਪ੍ਰੋੜਤਾ ਕੀਤੀ ਹੈ? ਕੀ ਅਸੀਂ ਕਦੀ ਇਹ ਗੱਲ ਸਟੇਜ ਤੋਂ ਜਾਂ ਰੇਡੀਓ ਤੋਂ ਲਾਈਵ ਹੋ ਕੇ ਕਹੀ ਆ ਵੀ ਸ਼ਰਾਬ ਪੀਣੀ ਚੰਗੀ ਗੱਲ ਹੈ? ਅਸੀਂ ਤੇ ਵਿਆਹਾਂ ਤੇ ਸ਼ਰਾਬ ਬੰਦ ਕਰਨ ਦੀ ਗੱਲ ਕਰਦੇ ਹਾਂ, ਅਸੀਂ ਖੁਸ਼ੀ ਦੇ ਸਮਾਗਮਾਂ ਚੋਂ ਸ਼ਰਾਬ ਨੂੰ ਬਾਹਰ ਕੱਢਣ ਦੀ ਗੱਲ ਕਰਦੇ ਹਾਂ। ਅਸੀਂ ਸ਼ਰਾਬ ਜਿੱਥੇ ਆਰਥਿਕ ਤੌਰ ਤੇ ਨੁਕਸਾਨ ਪਹੁੰਚਾਉਂਦੀ ਆ, ਉੱਥੇ ਸਮਾਜਿਕ ਤੌਰ ਤੇ ਬੰਦੇ ਤੇ ਆਮ ਕੋਈ ਛੋਟਾ ਸਧਾਰਨ ਬੰਦਾ ਵੀ ਸਾਨੂੰ ਨਿੰਦ ਸਕਦਾ ਵੀ ਇਹ ਤਾਂ ਬੰਦਾ ਸ਼ਰਾਬੀ ਹੈ, ਠੀਕ ਹੈ ਜੀ। ਉਦੋਂ ਬੰਦੇ ਦੇ ਪੱਲੇ ਕੁਛ ਨਹੀਂ ਬਚਦਾ। ਤੇ ਉੱਥੇ ਹੀ ਸਿਹਤ ਲਈ, ਜਿੱਥੇ ਆਰਥਿਕਤਾ ਦਾ ਨੁਕਸਾਨ ਹੈ ਸਿਹਤ ਦਾ ਵੀ ਨੁਕਸਾਨ ਹੈ। ਕੋਈ ਵੀ ਮਹਾਂਪੁਰਖ ਕਿਸੇ ਵੀ ਗ੍ਰੰਥ ਦੇ ਅੰਦਰ, ਮੈਂ ਹਿੰਦੂ ਮਤ ਦੇ ਗ੍ਰੰਥਾਂ ਨੂੰ ਛੱਡਣ ਲੱਗਿਆ ਇੱਥੇ ਜੀ, ਸ਼ਰਾਬ ਦੀ ਨਸ਼ੇ ਦੀ ਪ੍ਰੋੜਤਾ ਨਹੀਂ ਕੀਤੀ ਹੋਈ। ਤੇ ਉਹਦੇ ਬਾਵਜੂਦ ਵੀ ਗੁਰਦੁਆਰੇ ਵੀ ਜਾਣਾ, ਜਿੱਥੇ ਜਗ੍ਹਾ ਜਗ੍ਹਾ ਤੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ ਇੱਕ ਨਾਮ ਦੇ ਨਸ਼ੇ ਤੋਂ ਬਗੈਰ ਕਿਤੇ ਵੀ ਹੋਰ ਕਿਸੇ ਨਸ਼ੇ ਦੀ ਗੱਲ ਨਹੀਂ ਕੀਤੀ ਹੋਈ, ਜਿਹਦੇ ਅੰਦਰ ਸਾਡੇ ਕੋਲ ਐਗਜ਼ਾਮਪਲਾਂ ਨੇ। ਦੁਰਮਤ ਮਤ ਜੋ ਪੀਪ ਤੇ ਬਿਖਲੀ ਪਤ ਕਮਲੀ, ਰਾਮ ਰਸਾਇਣ ਜੋਰ ਅਤੇ ਨਾਨਕ ਸੱਚ ਅਮਲੀ। ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਬੋਲ ਨੇ, ਸੁਰਸਰੀ ਸਲਲ ਪ੍ਰਿਤ ਬਰੂਨੀ ਦੇ ਸੰਤ ਜਨ ਕਰਤ ਨਹੀਂ ਪਾਨਨ। ਸ਼ਰਾਬ ਭਾਵੇਂ ਗੰਗਾ ਜਲ ਤੋਂ ਕੱਢੀ ਹੋਵੇ, ਪ੍ਰਭੂ ਦੇ ਬੰਦਿਆਂ ਨੂੰ ਨਹੀਂ ਪੀਣੀ ਚਾਹੀਦੀ। ਤੇ ਇਸ ਕਰਕੇ ਇਹ ਕਿਤੇ ਨਾ ਕਿਤੇ ਪੰਜਾਬ ਦੇ ਲੋਕਾਂ ਨੇ ਨਸ਼ੇ ਨੂੰ ਲੱਚਰ ਗਾਣੇ ਸੁਣ ਕੇ ਆਪਣੀ ਸਭਿਅਤਾ ਦਾ ਅੰਗ ਬਣਾ ਲਿਆ। ਇਹ ਅਸਲ ਸਭਿਅਤਾ ਨਹੀਂ ਹੈ, ਇਹ ਅਸਭਿਅਤਾ ਆ। ਅਸਭਿਅਕ ਲੋਕਾਂ ਦਾ ਜਿਹੜੀ ਸ਼ਰਾਬ ਆ, ਇਹ ਤੇ ਸਧਾਰਨ ਮਤਲਬ ਸ਼ਰਾਬ, ਸ਼ਰਾਰਤੀ ਪਾਣੀ, ਸ਼ਰ ਜਮਾ ਆਪ, ਸ਼ਰਾਬ ਇਹ ਤੋਂ ਬਣਿਆ ਹੋਇਆ, ਮਤਲਬ ਜਿਹੜਾ ਗਲਤ ਹੈ, ਜਿਹੜਾ ਬੰਦੇ ਨੂੰ ਗੁੰਮਰਾਹ ਕਰਦਾ। ਇਸ ਕਰਕੇ ਦੇਖੋ ਬੰਦਿਆਂ ਦਾ ਬੌਧਿਕ ਜਾਂ ਮਾਨਸਿਕ ਪੱਧਰ ਕਿਹੋ ਜਿਹਾ ਹੋਵੇਗਾ ਬਈ ਵੈਸੇ ਤੇ ਅਸੀਂ ਸੋਸ਼ਲ ਡਿਸਟੈਂਸ ਰੱਖਣਾ, ਅਸੀਂ ਮਾਸਕ ਲਾਉਣੇ ਆ, ਵੈਸੇ ਅਸੀਂ ਹੱਥ ਨਹੀਂ ਮਿਲਾਉਣਾ, ਵੈਸੇ ਅਸੀਂ ਖੰਘਣ ਲੱਗਿਆ ਵੀ ਮੂੰਹ ਤੇ ਰੁਮਾਲ ਰੱਖਣਾ। ਪਰ ਜਦੋਂ ਠੇਕੇ ਤੇ ਜਾਂਦੇ ਆ ਉਦੋਂ ਅਸੀਂ ਧੱਕਾ ਮੁੱਕੀ ਹੁੰਦੇ ਆ। ਜਿਵੇਂ ਘੁਮਾਰ ਨਹੀਂ ਹੁੰਦੇ ਪਹਿਲਾਂ ਪੁਰਾਣੇ ਜ਼ਮਾਨੇ 'ਚ, ਹੁਣ ਵੀ ਹੁਣ ਤੇ ਉਹ ਖਾਦਾ ਕਰਕੇ ਘਟ ਗਏ, ਜਿਹੜੇ ਸੁੰਡੀਆਂ ਹੁੰਦੀਆਂ ਬਹੁਤ ਲੱਤਾਂ ਵਾਲੀਆਂ, ਘੁਮਾਰ ਕਹਿੰਦੇ ਆ। ਮਾਫ ਕਰਨਾ, ਕਿਤੇ ਕੋਈ ਜਾਤੀ ਤੋਂ ਲੈ ਲਵੇ, ਉਹ ਜਿਹੜਾ ਜੀਵ ਹੈ ਛੋਟਾ ਜਿਹਾ, ਉਹ ਇੱਕ ਦੂਜੇ ਤੇ ਚੜੇ ਜਾਂਦੇ ਹੁੰਦੇ ਆ। ਇਵੇਂ ਮਤਲਬ ਜਿਹੜਾ ਠੇਕਿਆਂ ਤੇ ਬੰਦਿਆਂ ਤੇ ਬੰਦਾ ਚੜਦਾ ਵੀ ਮੈਨੂੰ ਪਹਿਲਾਂ ਦੇ ਦੇ, ਮੈਨੂੰ ਪਹਿਲਾਂ ਦੇ ਦੇ, ਕਿਉਂਕਿ ਮੂੰਹ ਚੋਂ ਲਾਲਾਂ ਜਾਂਦੀਆਂ ਹੁੰਦੀਆਂ। ਇਹਦਾ ਮਤਲਬ ਹੈ ਪੰਜਾਬ ਦੇ ਆਮ ਸ਼ਰਾਬੀਆਂ ਨੂੰ ਆਪਣੀ ਸਿਹਤ ਤੋਂ ਜ਼ਿਆਦਾ, ਕਰੋਨਾ ਤੋਂ ਜ਼ਿਆਦਾ ਵੀ ਕਿਤੇ ਮੈਨੂੰ ਸ਼ਰਾਬ ਨਾ ਮਿਲੇ, ਠੇਕਾ ਬੰਦ ਨਾ ਹੋ ਜਾਵੇ, ਮੈਂ ਇਹ ਤੋਂ ਬਗੈਰ ਨਹੀਂ ਰਹਿ ਸਕਦਾ। ਜਦੋਂ ਉਹਨਾਂ ਨੇ 19 ਦਿਨ 18 ਦਿਨ ਲਾਕਡਾਊਨ ਦੇ ਵਿੱਚ ਕੱਢੇ ਆ, ਉਦੋਂ ਬਾਅਦ ਜਿਹੜੀ ਸਰਕਾਰ ਵੀ ਡੋਲ ਗਈ ਵੀ ਸਾਡਾ ਸ਼ਰਾਬ ਤੋਂ ਬਗੈਰ ਗੁਜ਼ਾਰਾ ਨਹੀਂ ਹੈ। ਇਹ ਇੱਕ ਬਹੁਤ ਗਲਤ ਰੁਝਾਨ ਆ ਜਿਹਨੂੰ ਅਸੀਂ ਆਮ ਪੈਦਾ ਕੀਤਾ ਜਦੋਂ ਅੰਗਰੇਜ਼ਾਂ ਨੇ ਪੰਜਾਬ ਦੇ ਅੰਦਰ ਸ਼ਰਾਬ ਦੇ ਠੇਕੇ ਖੋਲੇ ਸੀ। ਉਹ ਰਿਪੋਰਟ ਹੈ ਪੈਦਾ, ਜਦੋਂ ਇੰਗਲੈਂਡ ਦੀ ਪਾਰਲੀਮੈਂਟ ਸਵਾਲ ਉੱਠਿਆ ਕਿ ਉੱਥੇ ਸ਼ਰਾਬ ਪੰਜਾਬ ਦੇ, ਪੰਜਾਬ ਦੇ ਲੋਕਾਂ ਦਾ ਕਲਚਰ ਨਹੀਂ ਸ਼ਰਾਬ ਪੀਣਾ। ਪੰਜਾਬ ਦਾ ਇਤਿਹਾਸ ਪੜ੍ਹ ਕੇ ਦੇਖ ਲਓ, ਪੰਜਾਬ ਦੇ ਕਲਚਰ ਵਿੱਚ ਸ਼ਰਾਬ ਕਿਤੇ ਵੀ ਨਹੀਂ ਸੀ। ਇਹ ਤੇ ਕੁਛ ਇੱਕ ਬੰਦੇ ਖੁਸ਼ ਹੁੰਦੇ ਨੇ ਘਰ ਦੀ ਸ਼ਰਾਬ ਹੋਵੇ, ਆਪਣਾ ਪੰਜਾਬ ਹੋਵੇ। ਅਸਲ ਦੇ ਵਿੱਚ ਇਹ ਵੀ
ਪਰੋਸਿਆ ਜਾ ਰਿਹਾ, ਸਾਨੂੰ ਹੌਲੀ ਹੌਲੀ ਟੀਕੇ ਲਾਏ ਜਾ ਰਹੇ ਸ਼ਰਾਬ ਦੇ। ਕਿੰਨੇ ਗਾਣੇ ਸ਼ਰਾਬ ਤੇ ਬਣ ਗਏ ਆ, ਕਿੰਨੇ ਜਿਹੜਾ ਕੋਈ ਭੰਗੜਾ ਕਹਿੰਦੀ ਸ਼ਰਾਬ ਤੋਂ ਬਗੈਰ ਪੈਂਦਾ ਨਹੀਂ, ਜਦ ਕਿ ਪੰਜਾਬ ਦਾ ਇਹ ਰਿਵਾਜ ਰਿਹਾ ਕਿ ਭੰਗੜਾ ਪੱਟਾਂ ਦੇ ਜ਼ੋਰ ਨਾਲ ਪੈਂਦਾ ਸੀ, ਜਿਹੜੀਆਂ ਬੋਲੀਆਂ ਵੀ ਹੁੰਦੀਆਂ ਸੀ ਉਹ ਲੋਕ ਪੱਖੀ ਹੁੰਦੀਆਂ ਸੀ। ਇਸ ਕਰਕੇ ਜਿੱਥੇ ਸਰਕਾਰਾਂ ਦੋਸ਼ੀ ਹੈ ਉੱਥੇ ਪੰਜਾਬ ਦੇ ਸ਼ਰਾਬੀ ਵੀ ਇਹਦੇ ਲਈ ਦੋਸ਼ੀ ਨੇ, ਜਿਨ੍ਹਾਂ ਨੇ ਆਪਣੇ ਆਪ ਨੂੰ ਸ਼ਰਾਬ ਦੇ ਗੁਲਾਮ ਬਣਾ ਲਿਆ। ਉਹਨੇ ਤੇ ਗੁਲਾਮ ਹੋਣਾ ਸੀ ਕਿ ਮੇਰਾ ਪੁੱਤ ਦੇਸੀ ਘਿਓ ਖਾਵੇ, ਤੇ ਜਦੋਂ ਪੰਜਾਬ ਦੇ ਵਿੱਚ ਇੱਕ ਹੋਰ ਸੱਭਿਆਚਾਰ ਪੈਦਾ ਹੋਇਆ, ਇਹ ਦਿਖਾਲਦੇ ਆ ਉਹ, ਮੈਂ ਆਪਣੇ ਡੈਡੀ ਨੂੰ ਕਿਹਾ ਬਾਪੂ ਆ ਜਾ ਗਲਾਸੀ ਲੈ ਗਈ। ਜਦੋਂ ਪਿਓ ਤੇ ਪੁੱਤਰ ਇਕੱਠੇ ਸ਼ਰਾਬ ਪੀਣ ਲੱਗ ਪੈਣ, ਪੰਜਾਬ ਦਾ ਰਿਕਾਰਡ ਹੈ ਸਾਡੇ ਸਾਹਮਣੇ, ਜਿਹੜੇ ਸਰਕਾਰੀ ਅੰਕੜੇ ਨੇ 72% ਲੋਕ ਪੰਜਾਬ ਦੇ ਸ਼ਰਾਬ ਪੀਂਦੇ ਨੇ। ਜਿਹੜੀਆਂ ਯੂਨੀਵਰਸਿਟੀਆਂ ਨੇ, ਜਿਹੜੇ ਕਾਲਜ ਨੇ, ਇਹ ਨਸ਼ੇ ਦੇ ਅੱਡੇ ਬਣ ਗਏ ਨੇ। ਜਿੱਥੇ ਨੌਜਵਾਨ ਨਸ਼ਾ ਕਰਦੇ ਆ ਉੱਥੇ ਜਵਾਨ ਬੱਚੀਆਂ ਵੀ ਇਹਦੇ ਤੋਂ ਅਲੱਗ ਨਹੀਂ ਰਹਿ ਗਈਆਂ, ਉਹਨਾਂ 'ਚ ਵੀ ਨਸ਼ੇ ਦੀ ਭਰਮਾਰ ਆ। ਔਰ ਨਸ਼ਾ ਕਰਨ ਵਾਲੇ ਜਿਹੜੇ ਨੇ 12 ਸਾਲ ਤੋਂ ਲੈ ਕੇ 60 ਸਾਲ ਤੱਕ ਦੇ ਲੋਕ ਸਾਹਮਣੇ ਆਏ ਨੇ। ਇਹ ਬਹੁਤ ਹੀ ਖਤਰਨਾਕ ਗੱਲ ਹੈ। ਮੈਂ ਤੁਹਾਡੇ ਨਾਲ 100% ਸਹਿਮਤ ਹਾਂ ਕਿ ਜਿਸ ਚੀਜ਼ ਤੋਂ ਬਗੈਰ ਰਿਹਾ ਜਾ ਸਕਦਾ ਉਹਨੂੰ ਅਸੀਂ ਆਪਣੇ ਸਮਾਜ ਦੇ ਵਿੱਚ ਇਦਾਂ ਪਰੋਸ ਦਿੱਤਾ ਵੀ ਕੋਈ ਜੇ ਪ੍ਰਾਹੁਣਾ ਆ ਜਾਵੇ, ਜੇ ਉਹਦੀ ਸ਼ਰਾਬ ਨਾਲ ਸੇਵਾ ਨਾ ਕੀਤੀ ਤੇ ਸ਼ਾਇਦ ਉਹ ਗੁੱਸੇ ਹੋ ਜਾਵੇ। ਅਸਲ 'ਚ ਪ੍ਰਾਹੁਣੇ ਦਾ ਤੇ ਬਹਾਨਾ ਹੁੰਦਾ, ਕਿਉਂਕਿ ਆਪ ਵੀ ਤੇ ਬੰਦਾ ਪੀਂਦਾ ਹੁੰਦਾ। ਇਹ ਮਤਲਬ ਮੈਂ ਨਹੀਂ ਪੀਂਦਾ, ਮੇਰੇ ਘਰ ਆ ਕੇ ਕੋਈ ਹਿੰਮਤ ਨਹੀਂ ਕਰਦਾ ਮੇਰਾ ਰਿਸ਼ਤੇਦਾਰ ਮੈਨੂੰ ਪੁੱਛੇ। ਮੇਰੇ ਘਰ ਦੇ ਅੰਦਰ ਮੈਂ ਬਾਰ ਨਹੀਂ ਜੇ ਬਣਾਈ ਹੋਈ, ਮੇਰੇ ਘਰ ਦੇ ਅੰਦਰ ਤੇ ਲਾਇਬ੍ਰੇਰੀ ਹੈ, ਮੇਰੇ ਘਰ ਦੇ ਅੰਦਰ ਤੇ ਗੁਰੂ ਨਾਨਕ ਦੀਆਂ ਗੱਲਾਂ ਹੁੰਦੀਆਂ, ਮੇਰੇ ਘਰ ਦੇ ਅੰਦਰ ਸਤਿਗੁਰੂ ਰਵਿਦਾਸ ਜੀ ਦੀਆਂ ਗੱਲਾਂ ਹੁੰਦੀਆਂ, ਮੇਰੇ ਘਰ ਦੇ ਅੰਦਰ ਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਦੀਆਂ ਗੱਲਾਂ ਹੁੰਦੀਆਂ। ਮੇਰੇ ਘਰ ਦੇ ਅੰਦਰ ਸਿੱਧੂ ਮੂਸੇਵਾਲਾ ਨਹੀਂ ਵੱਜਦਾ, ਮੇਰੇ ਘਰ ਦੇ ਅੰਦਰ ਤੇ ਗੁਰੂ ਨਾਨਕ ਦੇ ਬੋਲ ਗੂੰਜਦੇ ਆ, ਮੇਰੇ ਘਰ ਦੇ ਅੰਦਰ ਤੇ ਸਤਿਗੁਰੂ ਕਬੀਰ ਦੇ ਬੋਲ ਗੂੰਜਦੇ ਆ। ਜਦੋਂ ਇਹ ਕਲਚਰ ਆਵੇਗਾ ਤਾਂ ਇਹ ਨਸ਼ੇ ਖਤਮ ਹੋਣਗੇ। ਹੁਣ ਵਿਚਾਰਾਂ ਦੇ ਵਿੱਚ ਹੀ ਨਸ਼ਾ ਵਾੜ ਦਿੱਤਾ ਗਿਆ। ਬਿਲਕੁਲ ਖਾਲਸਾ ਜੀ, ਤੁਸੀਂ ਜਿਹੜੀ ਗੱਲ ਕੀਤੀ ਦਰੁਸਤ ਕੀਤੀ ਆ। ਇੱਥੋਂ ਤੱਕ ਵੀ ਦੇਖਿਆ ਗਿਆ, ਅਸੀਂ ਜਦੋਂ ਘਰਾਂ ਦੇ ਵਿੱਚ ਕੋਈ ਖੁਸ਼ੀ ਦਾ ਮੌਕਾ ਹੋਵੇ, ਕੋਈ ਬਰਥਡੇ ਆ ਗਿਆ, ਜਾਂ ਅਸੀਂ ਜਿਵੇਂ ਅਕਸਰ ਲੋਹੜੀ ਮੌਕੇ ਬੜੇ ਲੋਕਾਂ ਨੂੰ ਜਿੱਦਾਂ ਹੈਗਾ ਹੁੰਦਾ ਕਿ ਚਾਅ ਹੁੰਦਾ ਲੋਹੜੀ ਦਾ, ਵੀ ਸਾਡੇ ਘਰ ਪੁੱਤਰ ਦੀ ਦਾਤ ਹੋਈ ਆ, ਤੇ ਉਦੋਂ ਅਸੀਂ ਅਕਸਰ ਪਾਠ ਕਰਵਾਉਂਦੇ ਹਾਂ, ਚਾਹੇ ਸੁਖਮਨੀ ਸਾਹਿਬ ਦਾ ਕਰਵਾਈਏ, ਆਸਾ ਦੀ ਵਾਰ, ਚਾਹੇ ਅਸੀਂ ਸਹਿਜ ਪਾਠ ਜਾਂ ਅਖੰਡ ਪਾਠ। ਤਾਂ ਤੁਸੀਂ ਹੈਰਾਨ ਹੋਵੋਗੇ, ਮੈਂ ਆਪ ਖੁਦ ਏਦਾਂ ਦੀਆਂ ਆਪਣੇ ਪਰਿਵਾਰਾਂ ਦੇ ਅੰਦਰ ਜਿਹੜੀਆਂ ਗੱਲਾਂ ਦੇਖੀਆਂ ਇਹਨਾਂ ਮੌਕਿਆਂ ਦੇ ਉੱਤੇ, ਵੀ ਜਦੋਂ ਪਾਠ ਦੀ ਗੱਲ ਕੀਤੀ ਜਾਂਦੀ ਆ ਤੇ ਉਸ ਦੇ ਨਾਲ ਨਾਲ ਅਸੀਂ ਜਿਹੜੀ ਉਹ ਸ਼ਰਾਬ ਤੇ ਮੀਟ ਦੀ ਵੀ ਗੱਲ ਕਰ ਰਹੇ ਹੁੰਦੇ ਆ ਕਿ ਭੋਗ ਪੈਣ ਤੋਂ ਬਾਅਦ ਅਸੀਂ ਕਿੰਨੇ ਤਰ੍ਹਾਂ ਦੀ ਸ਼ਰਾਬ ਲਿਆਉਣੀ ਆ, ਜਾਂ ਰਾਤ ਨੂੰ ਅਸੀਂ ਕਿਹੜਾ ਮੀਟ ਬਣਾਉਣਾ ਤੇ ਕਿਹੜੀ ਸ਼ਰਾਬ ਵਰਤਣੀ ਆ। ਇਹ ਅਕਸਰ ਵਰਤਾਰਾ ਸਾਡੇ ਪੰਜਾਬ ਦੇ ਪਿੰਡਾਂ ਦੇ ਵਿੱਚ ਹਰ ਘਰ ਦੇ ਵਿੱਚ ਦੇਖਣ ਨੂੰ ਮਿਲਦਾ ਹੈ। ਹਾਂ, ਕੁਛ ਕੁ ਗੁਰਸਿੱਖ ਪਰਿਵਾਰ ਹੈਗੇ ਆ, ਜਾਂ ਧਾਰਮਿਕ ਬਿਰਤੀ ਵਾਲੇ ਲੋਕ ਹੈਗੇ, ਜਾਂ ਧਾਰਮਿਕ ਬਿਰਤੀ ਵਾਲੇ ਨਾ ਵੀ ਕਹੀਏ, ਕੋਈ ਜ਼ਰੂਰੀ ਨਹੀਂ ਕਿ ਧਾਰਮਿਕ ਬਿਰਤੀ ਵਾਲਾ ਜਿਹੜੇ ਜਾਗਰੂਕ ਨੇ, ਮਤਲਬ ਜਿਹੜੇ ਜਾਗਰੂਕ ਨੇ, ਜਾਗਰੂਕ ਲੋਕ, ਬਿਲਕੁਲ ਬਿਲਕੁਲ ਜਾਗਰੂਕ, ਉਹਨਾਂ ਨੂੰ ਪਤਾ ਹੈ ਕੀ ਗਲਤ ਹੈ ਕੀ ਸਹੀ ਆ, ਤੇ ਉਹ ਹੋ ਸਕਦਾ ਕਿਤੇ ਇਸ ਚੀਜ਼ ਤੋਂ ਬਚੇ ਹੁਣ। ਨਹੀਂ ਤਾਂ ਮੋਸਟਲੀ ਜਿਹੜੀ ਤੁਸੀਂ ਗੱਲ ਕਹੀ ਆ 72% ਜਿਹੜੇ ਤੁਸੀਂ ਅੰਕੜੇ ਪੇਸ਼ ਕੀਤੇ ਆ, ਵੀ ਉਹ ਲੋਕ ਜਿਹੜੇ ਆ ਨਸ਼ਿਆਂ ਦਾ ਸ਼ਿਕਾਰ ਹੋ ਚੁੱਕੇ ਆ। ਅੱਜ ਸਿੰਥੈਟਿਕ ਡਰੱਗ ਕਿੰਨੀ ਗਿਣਤੀ ਦੇ ਵਿੱਚ ਲੋਕ ਉਹਦਾ ਯੂਜ਼ ਕਰਦੇ ਆ, ਨੌਜਵਾਨ ਰੋਜ਼ ਮਰ ਰਹੇ ਆ ਜੀ। ਪਰ ਮੈਂ ਤੁਹਾਡੇ ਨਾਲ ਇੱਕ ਹੋਰ ਗੱਲ ਸਾਂਝੀ ਕਰਨਾ ਚਾਹੁੰਦਾ। ਉਹ ਗੱਲ ਸਾਂਝੀ ਬਾਅਦ ਚ ਕਰਦੇ ਆ, ਪਹਿਲਾਂ ਆਪਾਂ ਤੁਹਾਨੂੰ ਸਰੋਤਿਆਂ ਨੂੰ ਸੁਣਾ ਦਈਏ ਜੀ ਉਹ ਗੱਲਬਾਤ, ਤੇ ਉਹ ਵੀ ਕਰੋਨਾ ਦੇ ਨਾਲ ਹੀ ਸੰਬੰਧਿਤ ਹੈਗਾ, ਤੇ ਆਪਾਂ ਉਹ ਸੁਣਾ ਦਿੰਦੇ ਆ। ਨਾਲੇ ਆਪਣੇ ਕੋਲ 5 ਮਿੰਟ ਦਾ ਸਮਾਂ, 4.5 ਮਿੰਟ ਦਾ ਹੈਗਾ ਕਲਿੱਪ। ਇਹ ਸੁਣਨ ਤੋਂ ਬਾਅਦ ਫਿਰ ਇਹਦੇ ਉੱਤੇ ਹੀ ਆਪਾਂ ਥੋੜੀ ਜਿਹੀ ਚਰਚਾ ਕਰਨ ਤੋਂ ਬਾਅਦ ਪ੍ਰੋਗਰਾਮ ਦੀ ਸਮਾਪਤੀ ਕਰਾਂਗੇ। ਸਰੋਤਿਆਂ ਦਾ ਧੰਨਵਾਦ ਆ ਜਿਹੜੇ ਲਗਾਤਾਰ ਸਾਡੇ ਨਾਲ ਜੁੜ ਰਹੇ ਆ, ਸਾਨੂੰ ਬਾਜ ਕਰ ਰਿਹਾ, ਅਸੀਂ ਉਹਨਾਂ ਦੇ ਤਹਿ ਦਿਲੋਂ ਧੰਨਵਾਦੀ ਹਾਂ। ਅੱਜ ਅਸੀਂ ਕਾਲਾਂ ਨਹੀਂ ਲੈ ਸਕਦੇ ਕਿਉਂਕਿ ਜਿਹੜਾ ਆਪਣਾ ਵੀਡੀਓ ਪ੍ਰੋਗਰਾਮ ਦੇ ਵਿੱਚ ਆਪਾਂ ਨੂੰ ਇਹ ਹੁੰਦਾ ਕਿ ਆਪਾਂ ਜਿਸ ਮੁੱਦੇ ਨੂੰ ਵੀ ਲੈ ਕੇ ਆਉਂਦੇ ਹਾਂ, ਸਵਾਲ ਜਵਾਬ ਜਿਹੜੇ ਆਪਾਂ ਕਰਦੇ ਹਾਂ ਤੇ ਉਹਦੇ ਉੱਤੇ ਆਪਾਂ ਵਿਚਾਰਾ ਕਰਦੇ ਹਾਂ। ਆਪਾਂ ਸੁਣਦੇ ਹਾਂ ਆਡੀਓ ਦੇ ਰੂਪ ਦੇ ਵਿੱਚ, ਵੀਡੀਓ ਤਾਂ ਆਪਾਂ ਤੁਹਾਨੂੰ ਨਹੀਂ ਦਿਖਾ ਸਕਦੇ, ਬਟ ਆਡੀਓ ਦੇ ਰੂਪ ਦੇ ਵਿੱਚ ਆਪਾਂ ਸਰੋਤਿਆਂ ਨੂੰ ਆਹ ਸੁਣਾ ਦਿੰਦੇ ਹਾਂ। ਉਸ ਤੋਂ ਬਾਅਦ ਵੀ ਇੱਥੇ ਚਰਚਾ ਕਰਦੇ। ਧੰਨਵਾਦ। जान थोड़ी है, जान थोड़ी है, जान थोड़ी है, ये सब दुआ है, ये आसमान थोड़ी है। अगर खिलाफ हो गए तो जान थोड़ी है, ये सब दुआ है, ये
आसमान थोड़ी है। लगेगी आग तो आएंगे घर के ही सदमे। यहाँ पे सिर्फ हमारा मकान थोड़ी है। बलदेव जी आवाज थोड़ी साफ नहीं जा रही ऑडियो है। लगेगी आग तो आएंगे घर के ही सदमे। यहाँ पे सिर्फ हमारा मकान थोड़ी है मियाँ। हमारे मुंह से जो निकले वही सदाकत है। हमारे मुंह से जो निकले वही सदाकत है। हमारे मुंह में तुम्हारी जुबान थोड़ी है। हमारे मुंह से जो निकले वही सदाकत है। हमारे मुंह से जो निकले वही सदाकत है। हमारे मुंह में तुम्हारी जुबान थोड़ी है। देखिए जरा सा बारीक शेर है। हमारे मुंह में तुम्हारी जुबान थोड़ी है। मैं जानता हूं कि दुश्मन भी कम नहीं। मैं जानता हूं कि दुश्मन भी कम नहीं। मैं जानता हूं कि दुश्मन भी कम नहीं। लेकिन हमारी तरह हथेली पे जान थोड़ी है। मैं जानता हूं कि दुश्मन भी कम नहीं, लेकिन हमारी तरह हथेली पे जान थोड़ी है। जो आज साहिब मसनद है कल नहीं होंगे। जो आज साहिब मसनद है, जो आज साहिब मसनद है कल नहीं होंगे। किराएदार है, जाती मकान थोड़ी है। जो आज साहिब मसनद है कल नहीं होंगे। जो आज साहिब मसनद है, जो आज साहिब मसनद है कल नहीं होंगे। किराएदार है, साथी मकान थोड़ी है। सभी का खून है शामिल यहाँ की मिट्टी में। देखिए ये मैं शेर जो आपको सुना रहा हूँ ह्यूस्टन में, ये शेर मैं लाल किले में भी पढ़ता हूँ और वजीर आजम बैठे हुए होते हैं और उनके सामने में ये शेर पढ़ता हूँ। मैं इसीलिए शायद मैं हिंदुस्तान में बहुत मशहूर हूँ या बहुत बदनाम हूँ। इमरजेंसी के जमाने में मैंने एक मरतबा ये कह दिया था कि सरकार चोर है, तो दूसरे दिन पुलिस स्टेशन पर मुझे बुला लिया गया। अफसर ने मुझसे पूछा कि आपने रात मुशायरे में ये कहा है कि सरकार चोर है। मैंने कहा जी हाँ, ये तो कहा है कि सरकार चोर है, लेकिन ये नहीं कहा कि हिंदुस्तान की सरकार चोर है, कि पाकिस्तान की सरकार चोर है, या अमेरिका की सरकार चोर है, या बरतानिया की सरकार चोर है। तो अफसर ने मुझे देख के अफसर मुस्कुराया और कहा कि अच्छा आप हमें बेवकूफ भी समझते हैं, क्या हमें मालूम नहीं कि सरकार कहाँ की चोर है। जो आज साहिब मसनद है, जो आज साहिब मसनद है, जो आज साहिब मसनद है कल नहीं होंगे। जो आज साहिब मसनद है कल नहीं होंगे। किराएदार है, साथी मकान थोड़ी है। सभी का खून है शामिल यहाँ की मिट्टी में। किसी के बाप का हिंदुस्तान थोड़ी है। ਖਾਲਸਾ ਜੀ ਸ਼ਾਇਦ ਤੁਹਾਡੇ ਤੱਕ ਆਵਾਜ਼ ਸਾਫ਼ ਨਹੀਂ ਜਾ ਰਹੀ ਸੀ ਜੀ। ਰਾਹਤ ਅੰਦੌਰੀ ਜਿਹੜੇ ਕਿ ਕੱਲ ਜਿਨ੍ਹਾਂ ਨੂੰ ਸਪੁਰਦੇ ਖਾਕ ਕਰ ਦਿੱਤਾ ਗਿਆ ਤੇ ਉਹਨਾਂ ਦੀ ਮੌਤ ਦੀ ਖਬਰ ਆਈ ਸੀ ਕਰੋਨਾ ਦੇ ਨਾਲ, ਕਿਉਂਕਿ ਕਰੋਨਾ ਚੱਲਦਾ ਤੇ ਕਰੋਨਾ ਦੇ ਨਾਲ ਉਹਨਾਂ ਦੀ ਮੌਤ ਦੱਸੀ ਗਈ ਆ। ਮੀਡੀਆ ਇਹ ਗੱਲ ਦੀ ਪੁਸ਼ਟੀ ਕਰ ਰਿਹਾ, ਉਹ ਇਹ ਨਹੀਂ ਕਹਿ ਰਿਹਾ ਕਿ ਉਹਨਾਂ ਦਾ ਹਾਰਟ ਅਟੈਕ ਦੇ ਨਾਲ ਉਹਨਾਂ ਦਾ ਦੇਹਾਂਤ ਹੋਇਆ, ਬਟ ਉਹ ਕਹਿ ਰਿਹਾ ਕਰੋਨਾ ਦੇ ਨਾਲ ਉਹਨਾਂ ਦੀ ਮੌਤ ਜੀ। ਇਹਦੇ ਪਿੱਛੇ ਕਾਫੀ ਲੋਕਾਂ ਦਾ ਆਪੋ ਆਪਣਾ ਮੰਨਣਾ ਆ ਤੇ ਮੈਂ ਇਸ ਕਰਕੇ ਉਹਨੂੰ ਪਲੇ ਕੀਤਾ। ਮੈਨੂੰ ਨਹੀਂ ਪਤਾ ਵੀ ਸਾਡੇ ਸਰੋਤਿਆਂ ਤੱਕ ਉਹ ਆਵਾਜ਼ ਸਹੀ ਪਹੁੰਚੀ ਜਾਂ ਨਹੀਂ ਪਹੁੰਚੀ। ਰਾਹਤ ਅੰਦੌਰੀ ਦੀ ਆਵਾਜ਼ ਪਹੁੰਚੀ ਪਰ ਮੈਸੇਜ ਬਹੁਤਾ ਕਲੀਅਰ ਨਹੀਂ ਹੋਇਆ। ਇੱਕ ਗੱਲ ਇੱਥੇ ਮੈਂ ਜ਼ਰੂਰ ਜੋੜ ਦਿੰਦਾ ਕਿ ਮੈਨੂੰ ਯਾਦ ਹੈ ਨਵੇਂ ਸ਼ਹਿਰ ਜ਼ਿਲ੍ਹੇ ਤੋਂ ਇੱਕ ਪਿੰਡ ਪੈਂਦਾ ਪਠਲਾਵਾ ਜੀ, ਤੇ ਇਸ ਜ਼ਿਲ੍ਹੇ ਦੇ ਕਾਫੀ ਸਾਰੇ ਜਿਹੜੇ ਨਾਟਕਕਾਰ ਨੇ ਉਹ ਪਠਲਾਵੇ ਪਿੰਡ ਤੋਂ ਹੋਏ ਆ, ਜਿਹਦੇ ਚ ਹਰਬੰਸ ਪਠਲਾਵਾ ਵਗੈਰਾ ਹੁੰਦੇ ਆ। ਤੇ ਉਹਨਾਂ ਦਾ ਇੱਕ ਮੈਨੂੰ ਸਟੇਜ ਪਲੇ ਯਾਦ ਹੈ ਕਿ ਉਹ ਸੰਘਰਸ਼ ਨਾਮ ਦਾ ਇੱਕ ਨਾਟਕ ਕਰਦੇ ਹੁੰਦੇ ਸੀ
ਤੇ ਉਹ ਸਟੇਜ ਤੋਂ ਜਿਹੜਾ ਹੀਰੋ ਆ ਕਹਿੰਦਾ ਵੀ ਜਿਹੜਾ ਮੰਤਰੀ ਜੀ ਉਹ ਚੋਰ ਨੇ, ਤੇ ਉਹ ਸਾਹਮਣੇ ਵਾਲਾ ਬੰਦਾ ਕਹਿੰਦਾ ਵੀ ਇੱਕ ਬੰਦੇ ਨੂੰ 2 ਵਾਰੀ ਚੋਰ ਨਹੀਂ ਕਹਿਣਾ, ਤੂੰ ਗਲਤ ਕਰ ਰਿਹਾ, ਨਜਾਇਜ਼ ਕਰ ਰਿਹਾ। ਕਹਿੰਦਾ ਕਾਹਤੇ? ਕਹਿੰਦਾ ਜਦੋਂ ਮੰਤਰੀ ਸ਼ਬਦ ਇਸਤੇਮਾਲ ਕਰ ਰਿਹਾ ਇਹਦਾ ਮਤਲਬ ਵੀ ਚੋਰ ਹੁੰਦਾ। ਮੰਤਰੀ ਸ਼ਬਦ ਦਾ ਮਤਲਬ ਜਿੱਥੇ ਮੰਤਰੀ ਸ਼ਬਦ ਆ ਗਿਆ, ਸਰਕਾਰਾਂ ਇੰਨੀਆਂ ਬਦਨਾਮ ਹੋ ਚੁੱਕੀਆਂ ਨੇ। ਤੇ ਉਹ ਮਤਲਬ ਇਹ ਉਹੀ ਸੇਮ ਗੱਲ ਜਿਹੜੀ ਰਾਹਤ ਇੰਦੌਰੀ ਸਾਹਿਬ ਨੇ ਕਹੀ ਹੈ, ਉਹਨਾਂ ਨੂੰ ਸਪੁਰਦੇ ਖਾਕ ਕਰ ਦਿੱਤਾ ਗਿਆ। ਇਹ ਇੱਕ ਘਟਨਾ ਥੋੜੀ ਹੈ ਬਲਦੇਵ ਜੀ, ਜੇ ਤੁਸੀਂ ਦਿੱਲੀ ਤੋਂ ਸ਼ੁਰੂ ਹੋ ਜਾ, ਮਨੁੱਖੀ ਅੰਗਾਂ ਦੀ ਤਸਕਰੀ। ਇੱਕ ਹੁਣ ਤਾਜ਼ਾ ਵੀਡੀਓ ਸ਼ਾਇਦ ਮੈਂ ਆਪ ਜੀ ਨੂੰ ਵੀ ਭੇਜੀ ਹੈ, ਨਵੇਂ ਸ਼ਹਿਰ ਜ਼ਿਲ੍ਹੇ ਤੋਂ ਰਜਿੰਦਰਾ ਹਸਪਤਾਲ ਦੇ ਅੰਦਰ ਇੱਕ ਵਿਅਕਤੀ ਜਾਂਦਾ ਹੈ, ਕਰੋਨਾ ਵਾਰਡ ਚੋਂ ਉਹ ਬੰਦਾ ਗਵਾਚ ਜਾਂਦਾ। ਕਦੀ ਉਹਨੂੰ ਕਹਿੰਦੇ ਲਿਫਟ ਵਿੱਚ ਫਸ ਜਾਂਦਾ, ਕਦੀ ਉਹਨੂੰ ਕਹਿੰਦੇ ਵੀ ਛੋਟੇ ਵੈਂਟੀਲੇਟਰ ਤੋਂ ਵੱਡੇ ਵੈਂਟੀਲੇਟਰ ਲਾ ਦੇਣਾ। ਅਖੀਰ ਦੇ ਵਿੱਚ ਉਹ ਜਿਹੜਾ ਵਿਅਕਤੀ ਹੈ ਨਵੇਂ ਸ਼ਹਿਰ ਤੋਂ ਤੰਦਰੁਸਤ ਆਉਂਦਾ, ਲੇਕਿਨ ਰਜਿੰਦਰਾ ਹਸਪਤਾਲ ਦੇ ਅੰਦਰ ਉਹਦੀ ਮੌਤ ਹੋ ਜਾਂਦੀ ਹੈ। ਤੇ ਉਹਦਾ ਪਰਿਵਾਰ ਜਿਹੜਾ ਆ ਉਹ ਕਹਿੰਦਾ ਵੀ ਸਾਨੂੰ ਇਹਦਾ ਸਰੀਰ ਦਿਖਾ ਲਓ, ਇਹਦੇ ਅੰਗ ਤਾਂ ਨਹੀਂ ਕੱਢੇ ਗਏ। ਤੇ ਉਹ ਹਸਪਤਾਲ ਕਹਿੰਦੇ ਵੀ ਤੁਸੀਂ ਦੇਖਣਾ ਨਾ ਜੀ। ਉਹ ਬੰਦੇ ਆਪਣੇ ਕੋਲੋਂ ਪੀਪੀ ਕਿੱਟਾਂ ਨਵੇਂ ਸ਼ਹਿਰ ਤੋਂ ਹੀ ਲੈ ਕੇ ਆਏ। ਵੀ ਉਹ ਕਹਿੰਦੇ ਅਸੀਂ ਇਸ ਬੰਦੇ ਦਾ ਪੂਰਾ ਸਰੀਰ ਦੇਖਣਾ ਚਾਹੁੰਦੇ ਹਾਂ, ਕਿਉਂਕਿ ਸਾਡੇ ਕੋਲ ਬਹੁਤ ਸਾਰੀਆਂ ਵੀਡੀਓ ਆਈਆਂ ਕਿ ਕਰੋਨਾ ਦੀ ਆੜ ਦੇ ਥੱਲੇ ਬਹੁਤ ਸਾਰੇ ਲੋਕ ਜਿਹੜੇ ਨੇ ਭਾਰਤ ਦੀ ਧਰਤੀ ਤੇ ਜਿਨ੍ਹਾਂ ਨੇ ਜ਼ਿੰਦਗੀ ਬਚਾਉਣੀ ਸੀ, ਉਹਨਾਂ ਨੇ ਮਨੁੱਖੀ ਅੰਗਾਂ ਦੀ ਤਸਕਰੀ ਦੇ ਕਰਕੇ ਬੰਦਿਆਂ ਨੂੰ ਕਤਲ ਕਰ ਦਿੱਤਾ। ਇੱਥੋਂ ਤੱਕ ਕਿ ਇੱਕ ਪਿੰਡ ਦੇ ਵਿੱਚ ਤੇ ਜਿਹੜੀ ਡੈੱਡ ਬੋਡੀ ਆ ਉਹ ਮਰਦੀ ਸੀ, ਜਿਹੜਾ ਬੁੱਢਾ ਸੀ, ਤੇ ਉਹਦੀ ਜਗ੍ਹਾ ਜਵਾਨ ਲੜਕੀ ਦੀ ਡੈੱਡ ਬੋਡੀ ਭੇਜ ਦਿੱਤੀ ਗਈ ਕਰੋਨਾ ਦੇ ਨਾਂ ਤੇ। ਇਹਦੇ ਚ ਕੋਈ ਸ਼ੱਕ ਨਹੀਂ ਹੈ, ਮਨੁੱਖੀ ਅੰਗਾਂ ਦੀ ਤਸਕਰੀ ਵੀ ਡਾਕਟਰ ਬਣੇ, ਡਾਕਟਰ ਤੋਂ ਦਰਿੰਦੇ ਬਣੇ, ਮਾਫ ਕਰਨਾ, ਡਾਕਟਰ ਤੋਂ ਦਰਿੰਦੇ ਬਣੇ ਲੋਕਾਂ ਨੇ ਕੀਤੀ ਹੈ। ਇੱਥੇ ਮਨੁੱਖ ਦੀ ਕੋਈ ਕਦਰ ਥੋੜੀ ਹੈ, ਬੰਦੇ ਦੀ ਜ਼ਿੰਦਗੀ ਦੀ ਕੋਈ ਕਦਰ ਥੋੜੀ ਰਹਿ ਗਈ ਹੈ। ਇਹ ਬਹੁਤ ਹੀ ਮਾੜੀਆਂ ਘਟਨਾਵਾਂ ਨੇ, ਇਹਨੂੰ ਬਹੁਤ ਹੀ ਸੀਰੀਅਸਲੀ ਮੋਨੀਟਰ ਕਰਨਾ ਚਾਹੀਦਾ। ਤੇ ਇਹੋ ਜਿਹੇ ਵਿਅਕਤੀਆਂ ਲਈ ਵੀ ਕਾਨੂੰਨ ਬਣਨਾ ਚਾਹੀਦਾ। ਜਦੋਂ ਕੋਈ ਡਾਕਟਰ ਜਿਹੜਾ ਪੇਸ਼ੇ ਤੋਂ ਜਿਹਦਾ ਕੰਮ ਹੈ ਜ਼ਿੰਦਗੀ ਬਚਾਉਣਾ, ਅਗਰ ਉਹ ਮੌਤ ਬਣ ਰਿਹਾ ਤੇ ਉਹਦੇ ਲਈ ਤਾਂ ਫਾਂਸੀ ਤੋਂ ਘੱਟ ਸਜ਼ਾ ਹੀ ਨਹੀਂ ਹੋਣੀ ਚਾਹੀਦੀ, ਕਿਉਂਕਿ ਉਹ ਪੈਸੇ ਲੈਂਦਾ ਜ਼ਿੰਦਗੀ ਬਚਾਉਣ ਦੇ, ਲੇਕਿਨ ਉਹ ਬੰਦਾ ਮਾਰ ਕੇ ਵੀ ਪੈਸੇ ਲੈਂਦਾ। ਮਤਲਬ ਉਹ ਜਦੋਂ ਉਹਨੂੰ ਜ਼ਿੰਦਗੀ ਬਚਾਉਣ ਦੇ ਪੈਸੇ ਮਿਲਦੇ ਆ, ਉਹ ਬੰਦੇ ਮਾਰਨ ਦੇ ਪੈਸੇ ਲੈਂਦਾ। ਇਹ ਗੱਲ ਬਹੁਤ ਹੀ ਸੀਰੀਅਸ ਹੈ। ਔਰ ਜਦੋਂ ਕੁਛ ਹੋ ਸਕਦਾ ਕੁਛ ਘਟਨਾਵਾਂ ਜਿਹੜੀਆਂ ਉਹ ਫੇਕ ਵੀ ਹੋਣ, ਪਰ ਜਦੋਂ ਲਗਾਤਾਰ ਇਹੋ ਜਿਹੀਆਂ ਗੱਲਾਂ ਸਾਹਮਣੇ ਆਉਣ, ਜਿਵੇਂ ਮਾਫ ਕਰਨਾ ਨਾਗਪੁਰ ਦੇ ਹਸਪਤਾਲਾਂ ਚੋਂ 2 ਵੀਡੀਓ ਜਾਰੀ ਹੋਈਆਂ। ਇੱਕ ਜਗ੍ਹਾ ਤੇ ਇੱਕ ਬੰਦੇ ਦੇ ਸਰੀਰ ਨੂੰ ਟਾਂਕੇ ਲਾਏ ਦਿਖਾ ਲਏ, ਗੋਡੇ ਵੀ ਕੱਢ ਲਿਆ ਜੀ, ਕਿਡਨੀ ਵੀ ਕੱਢ ਲਈ ਜੀ, ਸਭ ਕੁਝ ਕੱਢ ਲਿਆ ਗਿਆ। ਇਹ ਮਨੁੱਖੀ ਅੰਗਾਂ ਦੀ ਤਸਕਰੀ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਸਰਕਾਰਾਂ ਸੁੱਤੀਆਂ ਪਈਆਂ ਨੇ। ਮੈਂ ਤੇ ਉਹਨਾਂ ਪਰਿਵਾਰਾਂ ਨੂੰ ਵੀ ਬੇਨਤੀ ਕਰਦਾ ਵੀ ਕਰੋਨਾ ਜਿਹੜੀ ਬਿਮਾਰੀ ਹੈ ਹੁਣ ਇਹ ਐਕਸਪੋਜ਼ ਹੋ ਚੁੱਕੀ ਹੈ, ਇਹਦੀਆਂ ਦਵਾਈਆਂ ਸਾਹਮਣੇ ਆ ਚੁੱਕੀਆਂ ਨੇ। ਜੇ ਮਰੀਜ਼ ਬਹੁਤ ਜ਼ਿਆਦਾ ਸੀਰੀਅਸ ਨਾ ਹੋਵੇ, ਪਹਿਲਾਂ ਤੇ ਗਰਮ ਪਾਣੀ ਬਹੁਤ ਵੱਡਾ ਇਲਾਜ ਹੈ ਇਹਦਾ, ਤੇ ਮਰੀਜ਼ਾਂ ਨੂੰ ਹਸਪਤਾਲ 'ਚ ਦਾਖਲ ਕਰਾਉਣ ਤੋਂ ਪਹਿਲਾਂ 10 ਵਾਰੀ ਸੋਚਣਾ ਚਾਹੀਦਾ ਕਿ ਕਿਉਂਕਿ ਜਿੰਨੀਆਂ ਮੌਤਾਂ ਹਸਪਤਾਲਾਂ 'ਚ ਹੋਈਆਂ ਨੇ, ਉਸ ਤੋਂ ਕਿਤੇ ਘੱਟ ਮੌਤਾਂ ਜਿਹੜੇ ਲੋਕਾਂ ਨੇ ਆਪਣੇ ਆਪ ਨੂੰ ਘਰ ਦੇ ਅੰਦਰ ਕੁਆਰੰਟਾਈਨ ਕੀਤਾ ਹੋਇਆ ਸੀ ਉੱਥੇ ਨਹੀਂ ਹੋਈਆਂ। ਇਸ ਕਰਕੇ ਇਹ ਸੱਚ ਹੈ ਕਿ ਮਨੁੱਖੀ ਅੰਗਾਂ ਦੀ ਤਸਕਰੀ ਕਿਤੇ ਨਾ ਕਿਤੇ ਭਾਰਤ ਦੇ ਅੰਦਰ ਵੱਡੇ ਪੱਧਰ ਤੇ ਕਰੋਨਾ ਦੇ ਨਾਂ ਤੇ ਹੋ ਰਹੀ ਹੈ। ਨਹੀਂ ਤੇ ਐਵੇਂ ਵੀਡੀਓ ਵਾਇਰਲ ਨਹੀਂ ਹੁੰਦੀਆਂ, ਐਵੇਂ ਤੇ ਜਿਹੜੇ ਮਨੁੱਖੀ ਸਰੀਰ ਤੱਕ ਬਦਲ ਦਿੱਤੇ ਗਏ ਨੇ, ਬੰਦਿਆਂ ਦੀ ਜਗ੍ਹਾ ਔਰਤਾਂ ਦੀਆਂ ਲਾਸ਼ਾਂ ਭੇਜੀਆਂ ਜਾ ਰਹੀਆਂ, ਐਵੇਂ ਹਸਪਤਾਲਾਂ 'ਚ ਲੋਕ ਹੰਗਾਮਾ ਨਹੀਂ ਕਰਦੇ। ਹੁਣ ਜਿਹੜਾ ਨਵੇਂ ਸ਼ਹਿਰ ਜ਼ਿਲ੍ਹਾ ਦੇ ਵੀਡੀਓ ਵਾਇਰਲ ਹੋਈ ਹੈ, ਉਹ ਉਹਨਾਂ ਦੀ ਗੱਲਬਾਤ ਤੋਂ ਲੱਗਦਾ ਵੀ ਉਹ ਜ਼ਿੰਮੇਵਾਰ ਵਿਅਕਤੀ ਨੇ, ਜਿਹੜੇ PPE ਕਿੱਟਾਂ ਨਾਲ ਲੈ ਕੇ ਆਉਂਦੇ, ਜਿਹੜੇ ਜਾਗਰੂਕ ਨੇ। ਤੇ ਉਹਨਾਂ ਨੇ ਜਿਹੜੀ ਇੱਕ ਗੱਲ ਬਹੁਤ ਵੱਡੀ ਕਹੀ ਹੈ ਵੀ ਹਸਪਤਾਲ ਦੇ ਕਲਾਸ 4 ਦੇ ਜਿਹੜੇ ਉੱਥੇ ਸਫਾਈ ਕਰਮਚਾਰੀ ਹੁੰਦੇ ਆ ਜੀ, ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਆਪਣੇ ਬੰਦੇ ਨੂੰ ਬੁੱਚੜਖਾਨੇ ਲੈ ਕੇ ਆ। ਉਹਨਾਂ ਦੇ ਸ਼ਬਦ ਤੁਸੀਂ ਸੁਣਿਆ। ਇਸ ਕਰਕੇ ਹਸਪਤਾਲਾਂ ਦੀ ਬਣਦੀ ਜ਼ਿੰਮੇਵਾਰੀ ਉਹਨਾਂ ਨੇ ਕਰੋਨਾ ਦੇ ਅੰਦਰ ਨਹੀਂ ਨਿਭਾਈ, ਤੇ ਉਹਨਾਂ ਨੂੰ ਆਈਡੀਆ ਮਿਲ ਗਿਆ ਵੀ ਕਿੱਦਾਂ ਵੀ ਮਨੁੱਖੀ ਅੰਗਾਂ ਦੀ ਤਸਕਰੀ ਹੋ ਸਕਦੀ। ਜੇ ਇਨਸਾਨੀਅਤ ਦੇ ਉੱਤੇ ਗੈਰ ਇਨਸਾਨੀਅਤ ਦਾ, ਦਰਿੰਦਿਆਂ ਦਾ ਬਹੁਤ ਵੱਡਾ ਭਾਰ ਹੈ ਜੀ, ਇਹਦਾ ਬੜਾ ਧਿਆਨ ਨਾਲ ਕਰਨਾ ਚਾਹੀਦਾ। ਤੇ ਸਰਕਾਰਾਂ ਨੂੰ ਇਹਦੇ ਤੇ ਇਮੀਡੀਏਟਲੀ ਸਟੈਪ ਲੈ ਕੇ ਜਿਨ੍ਹਾਂ ਨੇ ਇਹੋ ਜਿਹਾ ਕਾਂਡ ਕੀਤੇ ਨੇ ਉਹਨਾਂ ਨੂੰ ਉਹਨਾਂ ਦੇ ਅੰਜਾਮ ਤੱਕ ਪਹੁੰਚਾਉਣਾ ਚਾਹੀਦਾ। ਬਲਕਿ ਇਹ ਗੁਨਾਹ ਮਾਫੀ ਦੇ ਯੋਗ ਨਹੀਂ ਹੈ। ਜਿਹਨੇ ਜਾਣਬੁੱਝ ਕੇ ਜਿਹਦੀ ਜ਼ਿੰਦਗੀ ਬੰਦੇ ਨੂੰ ਬਚਾਉਣਾ, ਉਹਨੇ ਕਤਲ ਕਰਕੇ ਉਹਦੇ ਅੰਗ ਕੱਢ ਲਏ, ਇਹ ਤੇ ਫਾਂਸੀ ਦੇ ਹੱਕਦਾਰ ਨੇ ਜੀ। ਇਹਨਾਂ ਨੂੰ ਫਾਂਸੀ ਤੋਂ ਘੱਟ ਕੋਈ ਸਜ਼ਾ ਨਹੀਂ ਹੋਣੀ ਚਾਹੀਦੀ। ਬਿਲਕੁਲ ਦਰੁਸਤ ਖਾਲਸਾ ਜੀ। 1 ਘੰਟਾ ਆਪਾਂ ਲਗਾਤਾਰ ਇਸ ਮਸਲੇ ਦੇ ਉੱਤੇ ਡਿਸਕਸ਼ਨ ਕੀਤੀ ਆ। ਉਮੀਦ ਕਰਦੇ ਹਾਂ ਸਾਡੇ ਸਰੋਤਿਆਂ ਨੂੰ ਅੱਜ ਦਾ ਇਹ ਪ੍ਰੋਗਰਾਮ ਜ਼ਰੂਰ ਪਸੰਦ ਆਊਗਾ। ਇਸ ਗੱਲ ਦੀ ਅਸੀਂ ਪਹਿਲਾਂ ਹੀ ਖਿਮਾ ਮੰਗ ਲਈ ਸੀ ਕਿਉਂਕਿ ਅੱਜ ਅਸੀਂ ਤੁਹਾਡੀਆਂ ਜਿਹੜੀਆਂ ਕਾਲਾਂ ਜਿਹੜੀਆਂ ਆਪਾਂ ਲਾਈਵ ਨਹੀਂ ਲੈ ਸਕਾਂਗੇ,
ਤੇ ਤੁਸੀਂ ਪ੍ਰੋਗਰਾਮ ਸੁਣਿਆ। ਖਾਲਸਾ ਜੀ, ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਆਏ, ਅਹਿਮ ਜਾਣਕਾਰੀ ਦਿੱਤੀ ਆ, ਚਰਚਾ ਕੀਤੀ ਆ, ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਆ ਜੀ। ਆਪਾਂ ਸਰੋਤਿਆਂ ਦੇ ਨਾਲ ਫਿਰ ਅਗਲੇ ਪ੍ਰੋਗਰਾਮ ਸੰਡੇ ਵਾਲੇ ਦੇ ਵਿੱਚ ਸਾਂਝ ਪਾਵਾਂਗੇ ਲਾਈਵ। ਉਸ ਦਿਨ ਇਹਨਾਂ ਦੀਆਂ ਕਾਲਾਂ ਲੈ ਲਾਂਗੇ ਆਪਾਂ ਸਾਰੇ ਸਰੋਤਿਆਂ ਦੀਆਂ, ਤੇ ਸਾਰਿਆਂ ਨੂੰ ਫਤਿਹ ਬੁਲਾਈਏ ਜੀ ਇਸ ਵੇਲੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਵੈਰੀ ਮਚ, ਥੈਂਕ ਯੂ, ਧੰਨਵਾਦ।